तू ही 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 तू ही। सर भाई गुरदियाल ਸਿੰਘ ਜੀ ਦਸ਼ਮੇਸ਼ ਸਿੱਖ ਅਕੈਡਮੀ ਪੈਰਿਸ ਵਾਲਿਆਂ ਦਾ, ਜਿਨ੍ਹਾਂ ਨੇ ਤਨ ਮਨ ਧਨ ਨਾਲ ਸੇਵਾਵਾਂ ਕੀਤੀਆਂ ਨੇ ਤੇ ਆ ਸਟੂਡੀਓ ਆਪਦੀਆਂ 10 ਨੋਹਾਂ ਕ੍ਰਿਤਾਂ ਨੂੰ ਸਫਲਾ ਕਰਦਿਆਂ ਹੋਇਆਂ ਤਿਆਰ ਕਰਵਾਇਆ, ਜਿਹਦੇ ਅੰਦਰ ਗੁਰਸਿੱਖੀ ਦੀ ਗੱਲ, ਗੁਰਬਾਣੀ ਦੀ ਗੱਲ, ਗੁਰੂ ਨਾਨਕ ਵਿਚਾਰਧਾਰਾ ਦੀ ਗੱਲ ਹੋ ਰਹੀ ਹੈ। ਬਹੁਤ ਖੁਸ਼ੀ ਹੋਈ ਹੈ ਅੱਜ ਇਸ ਸਟੂਡੀਓ ਵਿੱਚ ਆ ਕੇ। ਦਾਸ ਸ਼ਹਿਰ ਰਾਜਪੁਰਾ, ਜ਼ਿਲ੍ਹਾ ਪਟਿਆਲਾ ਦਾ ਰਹਿਣ ਵਾਲਾ ਹੈ ਤੇ ਸਤਿਗੁਰੂ ਦੀ ਕਿਰਪਾ ਦੇ ਸਦਕਾ ਮਨ ਅੰਦਰ ਇੱਕ ਭਾਵਨਾ ਸੀ ਗੁਰਸਿੱਖੀ ਦੀ ਗੱਲ, ਗੁਰਬਾਣੀ ਵਿਚਾਰਧਾਰਾ ਨੂੰ ਲੈ ਕੇ ਸੰਗਤ ਦੇ ਸਨਮੁਖ ਜਾਇਆ ਜਾਵੇ, ਜਿੱਥੇ ਜਾ ਕੇ ਅਸੀਂ ਬ੍ਰਹਮਣੀ ਕਰਮ ਕਾਂਡਾਂ ਦੇ ਅੰਦਰ ਲਬਰੇਜ਼ ਹੋ ਗਏ ਹਾਂ। ਜਿਹੜੀ ਗੱਲ ਨੂੰ ਸਹਿਬੇ ਪਾਤਸ਼ਾਹ ਕਲਗੀਧਰ ਪਾਤਸ਼ਾਹ ਨੇ ਕਿਹਾ ਸੀ, ਜਬ ਇਹ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੂੰ ਇਨਕੀ ਪ੍ਰਤੀਤ। ਅਸਲ ਵਿੱਚ ਗੁਰਬਾਣੀ ਦੀ ਹਕੀਕਤ ਕੀ ਹੈ, ਸਚਾਈ ਕੀ ਹੈ, ਉਹਨੂੰ ਪ੍ਰਗਟ ਕਰਨ ਦੇ ਲਈ ਦਰਬਦਰ ਸੰਗਤਾਂ ਦੇ ਸਨਮੁਖ ਹੋਣ ਦਾ ਸੁਭਾਵ ਬਣਦਾ ਹੈ। ਸਤਿਗੁਰੂ ਨੇ ਕਿਰਪਾ ਕੀਤੀ ਹੈ, ਪੈਰਿਸ ਦੀ ਧਰਤੀ ਤੇ ਆਉਣ ਦਾ ਸੁਭਾਗ ਮਿਲਿਆ ਤੇ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਹੁਣਾਂ ਦੀ ਬਦੌਲਤ ਅੱਜ ਸੰਗਤ ਟੀਵੀ ਦੇ ਸਨਮੁਖ ਹੋਣ ਦਾ ਸਮਾਂ ਪ੍ਰਾਪਤ ਹੋਇਆ। ਆਪ ਸਮੂਹ ਸੰਗਤਾਂ ਜੋ ਦੇਸ਼ ਵਿਦੇਸ਼ ਅੰਦਰ ਬੈਠ ਕੇ ਤੂੰ ਹੀ ਤੂੰ ਪ੍ਰੋਗਰਾਮ ਦਾ ਆਨੰਦ ਮਾਣ ਰਹੇ ਹੋ, ਤੁਹਾਡਾ ਰਿਕਾਰਡਿੰਗ ਕਰਨ ਵਾਲਿਆਂ ਦਾ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਤੇ ਸਮੂਹ ਸੰਗਤਾਂ ਨੂੰ ਗੁਰਫਤਿਹ ਪ੍ਰਵਾਨ ਹੋਵੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਜੀ, ਆਪ ਕਿੰਨੇ ਸਮੇਂ ਤੋਂ ਪੰਥ ਦੀ ਕੌਮ ਦੀ ਸੇਵਾ ਵਿੱਚ ਜੋ ਗੁਰੂ ਨਾਨਕ ਜੀ ਦਾ ਸੰਦੇਸ਼ ਆ ਦੁਨੀਆ ਵਿੱਚ ਪਹੁੰਚਾਉਣ ਵਾਸਤੇ ਇਹ ਉਪਰਾਲਾ ਕਰ ਰਹੇ ਹੋ, ਤੇ ਆਪ ਜੀ ਇਸ ਲਾਈਨ ਦੇ ਵਿੱਚ ਕਿੱਦਾਂ ਆਏ, ਤੁਹਾਨੂੰ ਕਿੱਦਾਂ ਸੋਝੀ ਹੋਈ ਪਈ ਇਸ ਲਾਈਨ ਦੇ ਵਿੱਚ ਜਾਣਾ, ਔਰ ਇਸ ਲਾਈਨ ਦੇ ਵਿੱਚ ਆ ਕੇ ਤੁਸੀਂ ਕੀ ਮਹਿਸੂਸ ਕਰਦੇ ਹੋ? ਜੀ, ਮੇਰੇ ਪਿਤਾ ਗਿਆਨੀ ਸੰਤੋਖ ਸਿੰਘ ਜੀ, ਜਿਹੜੇ ਕਿ ਸ਼ੁਰੂ ਤੋਂ ਹੀ ਗੁਰੂ ਘਰ ਦੀ ਸੇਵਾ ਨਾਲ ਜੁੜੇ ਹੋਏ ਸਨ, ਉਹਨਾਂ ਨੂੰ ਧਾਰਮਿਕ ਲਿਟਰੇਚਰ, ਗ੍ਰੰਥ, ਸਾਖੀਆਂ, ਇਹ ਜਿਹੜੇ ਗ੍ਰੰਥ ਪੜ੍ਹਨ ਦਾ ਬਹੁਤ ਸ਼ੌਂਕ ਸੀ। ਉਹਨਾਂ ਦੀ ਬਦੌਲਤ ਇਹ ਜਿਹੜੀਆਂ ਚੀਜ਼ਾਂ ਸਾਨੂੰ ਘਰ ਦੇ ਵਿੱਚ ਜਾਂ ਕਹਿ ਲਈਏ ਵਿਰਸੇ ਵਿੱਚ ਪ੍ਰਾਪਤ ਹੋ ਗਈਆਂ। ਬਹੁਤ ਸਾਰਾ ਇਤਿਹਾਸ ਮੈਂ ਛੋਟੀ ਉਮਰ ਦੇ ਅੰਦਰ ਪੜ੍ਹਿਆ, ਵਾਚਿਆ ਤੇ ਬਹੁਤ ਸਾਰੇ ਇਤਿਹਾਸ ਦੇ ਉਹ ਕਰਮ ਸਨ ਜਿਹੜੇ ਹਿਰਦੇ ਵਿੱਚ ਜਾ ਕੇ ਖਟਕਦੇ ਸਨ ਵੀ ਇਹ ਗੱਲ ਹੋ ਨਹੀਂ ਸਕਦੀ ਜੋ ਲਿਖਿਆ ਹੋਇਆ। ਉਸੇ ਚੇਟਕ ਨੂੰ ਲੈ ਕੇ ਤਮੰਨਾ ਬਣ ਗਈ ਵੀ ਸਿੱਖ ਮਿਸ਼ਨਰੀ ਕਾਲਜ ਜਿਹੜੇ ਇਸ ਪਾਸੇ ਨੂੰ ਸਾਹਿਬਜ਼ਾਦਾ ਝੁਝਾਰ ਸਿੰਘ ਕਾਲਜ ਰੋਪੜ ਚੌਂਤਾ, ਜਿਨ੍ਹਾਂ ਇਸ ਪਾਸੇ ਨੂੰ ਬਹੁਤ ਉੱਘਾ ਯੋਗਦਾਨ ਪਾਇਆ, ਜਿਨ੍ਹਾਂ ਵਿੱਚੋਂ ਪੰਥ ਦੀਆਂ ਨਾਮਵਰ ਹਸਤੀਆਂ ਗਿਆਨੀ ਪਿੰਦਰਪਾਲ ਸਿੰਘ ਜੀ, ਗਿਆਨੀ ਅਮਰੀਕ ਸਿੰਘ ਜੀ, ਪ੍ਰਿੰਸੀਪਲ ਬਲਜੀਤ ਸਿੰਘ ਜੀ, ਪ੍ਰੋਫੈਸਰ ਸਾਹਿਬ ਸਿੰਘ ਜੀ, ਅਨੇਕਾਂ ਵਿਦਵਾਨ ਕੌਮ ਨੂੰ ਦਿੱਤੇ ਨੇ। ਉਸ ਕਾਲਜ ਵਿੱਚ ਜਾਣ ਦਾ ਸਬੱਬ ਬਣਿਆ। ਉਹਦੇ ਤੋਂ ਬਾਅਦ ਤਕਰੀਬਨ ਹੁਣ 10 ਸਾਲ ਹੋ ਗਏ ਨੇ ਸਿੱਖ ਸੰਗਤਾਂ ਦੀ ਥਾਂ ਪਰ ਥਾਂ ਜਾ ਕੇ ਵਿਚਾਰ ਸਾਂਝੇ ਕਰਦੇ ਹਾਂ, ਸੰਗਤਾਂ ਦੇ ਦਰਸ਼ਨ ਕਰਦੇ ਹਾਂ ਤੇ ਮੈਨੂੰ ਬਹੁਤ ਚੰਗਾ ਲੱਗਾ ਇਸ ਪਾਸੇ ਆ ਕੇ। ਅੱਜ ਹਰ ਇੱਕ ਪ੍ਰਚਾਰਕ, ਹਰ ਬੰਦਾ ਸਿੱਖੀ ਦੇ ਪਾਸੇ ਤੋਂ ਬਸ ਇਹ ਕਹਿ ਕੇ ਮੂੰਹ ਮੋੜ ਲੈਂਦਾ ਹੈ ਵੀ ਚਲੋ ਸਾਨੂੰ ਕੀ, ਜਾਂ ਪਰਮਾਤਮਾ ਕਰੇਗਾ। ਸਿੱਖੀ ਨੂੰ ਤੇ ਔਰੰਗਜ਼ੇਬ ਨਹੀਂ ਮੁਕਾ ਸਕਿਆ, ਜਹਾਂਗੀਰ ਨਹੀਂ ਮੁਕਾ ਸਕਿਆ, ਪਰ ਉੱਥੇ ਜਿੱਥੇ ਇਹ ਗੱਲ ਹੈ ਉਹਦੇ ਨਾਲ ਸੁਚੇਤਤਾ ਦੀ ਵੀ ਲੋੜ ਹੈ। ਸਾਨੂੰ ਪਤਾ ਹੋਵੇ ਅਸਲੀਅਤ ਕੀ ਹੈ, ਗੁਰਬਾਣੀ ਨੇ ਕੀ ਕਿਹਾ, ਅਸੀਂ ਕਿਸ ਦਿਸ਼ਾ ਵੱਲ ਜਾ ਰਹੇ ਹਾਂ ਜੀ। ਭਾਈ ਸਾਹਿਬ ਦੇ ਵਿਚਾਰਾਂ ਤੋਂ ਇਹ ਬਹੁਤ ਭਲੀ ਭਾਂਤ ਅਸੀਂ ਸਾਰੇ ਨੇ ਸੁਣਿਆ, ਦੇਖਿਆ ਕਿ ਜਿਹੜੇ ਪਰਿਵਾਰ ਦੇ ਵਿੱਚ ਗੁਰਸਿੱਖੀ ਹੋਵੇ, ਜਿਹਦੇ ਖੂਨ ਦੇ ਵਿੱਚ ਗੁਰਸਿੱਖੀ ਹੋਵੇ, ਜਿਹਦੇ ਮਾਤਾ ਪਿਤਾ ਨੇ ਆਪਣੇ ਬੱਚਿਆਂ ਨੂੰ ਗੁੜਤੀ ਦਿੱਤੀ ਹੋਵੇ ਗੁਰਸਿੱਖੀ ਦੀ, ਉਹ ਇੱਕ ਬਹੁਤ ਹੀ ਜ਼ਰੂਰੀ ਹੈ। ਔਰ ਅਸੀਂ ਵੱਡੇ ਭਾਗਾਂ ਵਾਲੇ ਹਾਂ ਕਿ ਸਾਡਾ ਜਿਹੜਾ ਜਨਮ ਹੈ ਗੁਰਸਿੱਖੀ ਪਰਿਵਾਰਾਂ ਦੇ ਵਿੱਚ ਹੋਇਆ, ਅਤੇ ਗੁਰਸਿੱਖੀ ਪਰਿਵਾਰਾਂ ਦੇ ਵਿੱਚ ਅਸੀਂ ਕਿਸੇ ਨਾ ਕਿਸੇ ਤਰੀਕੇ ਨਾਲ ਜਿਹੜੇ ਪਰਿਵਾਰ ਅੱਜ ਗੁਰਸਿੱਖੀ ਤੋਂ ਦੂਰ ਚੱਲ ਗਏ, ਕਿਤੇ ਨਾ ਕਿਤੇ ਸਾਡੀ ਹੀ ਉਹਦੇ ਵਿੱਚ ਕਮਜ਼ੋਰੀ ਆ। ਅਸੀਂ ਕਈ ਵਾਰੀ ਆਪਣਾ ਦੋਸ਼ ਜਿਹੜਾ ਦੂਸਰਿਆਂ 'ਤੇ ਢਾਉਂਦੇ ਰਹਿੰਦੇ ਹਾਂ, ਉਸ 'ਤੇ ਢਾਉਣ ਤੋਂ ਪਹਿਲਾਂ ਸਾਨੂੰ ਅਸੀਂ ਆਪਣੇ ਬਾਰੇ ਸੋਚਣਾ ਚਾਹੀਦਾ ਕਿ ਅਸੀਂ ਅਕਾਲ ਪੁਰਖ ਵਾਹਿਗੁਰੂ ਜੀਆਂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਕਿੰਨਾ ਕੁ ਸ਼ੁਕਰਾਨਾ ਕਰਦੇ ਹਾਂ। ਅਤੇ ਜੇ ਅਸੀਂ ਵਾਹਿਗੁਰੂ ਦੀਆਂ ਦਿੱਤੀਆਂ ਹੋਈਆਂ ਦਾਤਾਂ ਦਾ ਸ਼ੁਕਰਾਨਾ ਨਹੀਂ ਕਰਾਂਗੇ, ਅਸੀਂ ਆਪਣੇ ਕਿਰਤਕਾਨ ਬਣ ਜਾਵਾਂਗੇ ਅਤੇ ਸਾਡੀ ਜਿਹੜੀ ਆਉਣ ਵਾਲੀ ਪਨੀਰੀ ਆ, ਜਿਹੜੀ ਸਾਡੀ ਔਲਾਦ ਆ, ਉਹ ਵੀ ਆਟੋਮੈਟਿਕ ਜਿਹੜੀ ਆ ਉਹ ਕਿਰਤਕਾਨ ਹੋ ਜਾਊਗੀ। ਅਤੇ ਭਾਈ ਸਾਹਿਬ ਨੇ ਬਹੁਤ ਸੋਹਣਾ ਦੱਸਿਆ ਕਿ ਇਹਨਾਂ ਦੇ ਪਿਤਾ ਜੀ ਜਿਹੜੇ ਆ ਇਸ ਲਾਈਨ ਦੇ ਵਿੱਚ
ਬਹੁਤ ਸੀਗੇ ਜਿਹੜੇ ਧਾਰਮਿਕ ਲਿਟਰੇਚਰ ਪੜ੍ਹਦੇ ਸੀ, ਸੁਣਦੇ ਸੀ। ਉਦੋਂ ਬਾਅਦ ਫਿਰ ਇਹਨਾਂ ਦੇ ਅੰਦਰ ਜਿਹੜੀ ਲਗਨ ਲੱਗੀ, ਉਹ ਲਗਨ ਦਾ ਸਦਕਾ ਇਹਨਾਂ ਨੇ ਫਿਰ ਆਪਣੇ ਆਪ 'ਤੇ ਵੀ ਖੋਜ ਕਰਨੀ ਪੈਂਦੀ ਆ, ਕਿਉਂਕਿ ਗੁਰੂ ਮਹਾਰਾਜ ਨੇ ਕਿਰਪਾ ਕਰ ਦੇਣੀ ਆ, ਉਹਨਾਂ ਨੇ ਰਸਤਾ ਦੱਸ ਦੇਣਾ, ਲੇਕਿਨ ਚੱਲਣਾ ਸਾਨੂੰ ਆਪ ਨੂੰ ਪੈਣਾ ਆ। ਅਤੇ ਜੇ ਅਸੀਂ ਆਪ ਨਾ ਚੱਲਾਂਗੇ ਤਾਂ ਮੰਜ਼ਿਲ ਸਾਡੇ ਕੋਲ ਚੱਲ ਕੇ ਨਹੀਂ ਆਉਂਦੀ, ਮੰਜ਼ਿਲ ਕੋਲ ਚੱਲ ਕੇ ਜਾਣਾ ਪੈਂਦਾ। ਪਰ ਗੁਰੂ ਜਿਹੜਾ ਆ ਉਹ ਰੋਸ਼ਨੀ ਦੇਣ ਦਾ, ਰਸਤਾ ਦੱਸਣ ਦਾ। ਪਰ ਅਸੀਂ ਕਹਿੰਦੇ ਆ ਵੀ ਮੰਜ਼ਿਲ ਜਿਹੜੀ ਆ ਉਹ ਵੀ ਚੱਲ ਕੇ ਸਾਡੇ ਕੋਲ ਹੀ ਆ ਜਾਵੇ। ਪਰ ਹੋ ਸਕਦਾ ਐਸਾ, ਇਹ ਵੀ ਕੋਈ ਵੱਡੀ ਗੱਲ ਨਹੀਂ ਕਿ ਜਦੋਂ ਭਗਤੀ ਦੀ ਰਾਸਤੇ ਵਿੱਚ ਲੱਗ ਜਾਂਦਾ, ਭਗਤਾਂ ਵੱਲ ਨੂੰ ਤੁਰ ਪੈਂਦਾ, ਭਗਤੀ ਕਰਨ ਲੱਗ ਪੈਂਦਾ। ਪਰ ਭਗਤੀ ਕਰਨ ਵਾਸਤੇ ਵੀ ਤੁਰਨਾ ਪਊਗਾ, ਤਾਂ ਹੀ ਮੰਜ਼ਿਲ ਵੀ ਤੁਹਾਡੇ ਕੋਲ ਆ ਸਕਦੀ ਹੈ। ਬਿਲਕੁਲ ਜੀ। ਪਰ ਅਸੀਂ ਕਰਦੇ ਕੁਛ ਘੱਟ ਆ, ਅਤੇ ਮੁਨਾਫਾ ਜਿਹੜਾ ਅਸੀਂ ਜ਼ਿਆਦਾ ਲੱਭਦੇ ਰਹਿੰਦੇ ਹਾਂ। ਅਸੀਂ ਭਾਈ ਸਾਹਿਬ ਜੀ, ਤੂੰ ਦੇ ਪ੍ਰੋਗਰਾਮ ਦੇ ਵਿੱਚ ਸਿਰਫ ਇਹੀ ਜਾਣਨ ਦੀ ਕੋਸ਼ਿਸ਼ ਕਰੀਏ ਕਿ ਜੋ ਕੁਛ ਵੀ ਇਸ ਬ੍ਰਹਿਮੰਡ ਦੇ ਵਿੱਚ ਹੋ ਰਿਹਾ, ਜੋ ਇਸ ਦੁਨੀਆ ਦੇ ਉੱਤੇ ਹੋ ਰਿਹਾ, ਜੋ ਸਾਡੇ ਜੀਵਨ ਵਿੱਚ ਹੋ ਰਿਹਾ, ਜੋ ਸਾਡੇ ਪਰਿਵਾਰ ਵਿੱਚ ਹੋ ਰਿਹਾ, ਜੋ ਸਾਡੀ ਕੌਮ ਦੇ ਵਿੱਚ ਹੋ ਰਿਹਾ, ਜੋ ਸਾਡੇ ਸਮਾਜ ਵਿੱਚ ਹੋ ਰਿਹਾ, ਇਹ ਜ਼ਿਆਦਾਤਰ ਜਿਹੜਾ ਆ ਸਾਰਾ ਕੁਛ ਉਹਦੇ ਭਾਣੇ ਵਿੱਚ ਹੋ ਰਿਹਾ ਜੀ। ਇਹਦੇ ਵਿੱਚ ਵੀ ਕੋਈ ਦੋ ਰਾਏ ਨਹੀਂ ਵੀ ਸਾਰਾ ਕੁਛ ਉਹਦੇ ਭਾਣੇ ਵਿੱਚ ਹੋ ਰਿਹਾ। ਵੀ ਜੇ ਸਾਰਾ ਕੁਛ ਉਹਦੇ ਭਾਣੇ ਵਿੱਚ ਹੀ ਹੋ ਰਿਹਾ ਜੀ ਜੀ, ਤੇ ਫਿਰ ਸਾਨੂੰ ਕੁਛ ਵੀ ਕਰਨ ਦੀ ਲੋੜ ਨਹੀਂ ਜੀ। ਤੁਸੀਂ ਆਪਣੇ ਜਿਹੜਾ ਗਿਆਨ ਆ, ਇਹ ਜਾਂ ਜੋ ਤੁਸੀਂ ਗੁਰਮਤਿ ਵਿੱਚੋਂ ਸਿੱਖਿਆ, ਉਹਨੂੰ ਤੁਸੀਂ ਇਸ ਪੱਖ ਨੂੰ ਥੋੜਾ ਖੋਲ੍ਹ ਕੇ ਦੱਸੋ ਵੀ ਜੇ ਸਾਰਾ ਕੁਝ ਉਹਦੇ ਭਾਣੇ ਵਿੱਚ ਹੋ ਰਿਹਾ, ਫਿਰ ਅਸੀਂ ਉਹਦੇ ਵਿੱਚ ਕੀ ਰੋਲ ਅਦਾ ਕਰਨਾ ਜੀ, ਜਾਂ ਸਾਡੇ ਜੀਵਨ ਦਾ ਕੀ ਰੋਲ ਹੈ ਉਹਦੇ ਵਿੱਚ। ਅਸਲ ਵਿੱਚ ਅਸੀਂ ਗੁਰਬਾਣੀ ਦਾ ਇੱਕ ਪੱਖ ਲੈ ਕੇ ਗੱਲ ਕਰ ਜਾਂਦੇ ਹਾਂ ਵੀ ਪਰਮਾਤਮਾ ਦਾ ਜੋ ਕੁਝ ਵੀ ਹੋ ਗਿਆ ਉਹ ਭਾਣੇ ਵਿੱਚ ਹੋ ਗਿਆ, ਜਦੋਂ ਕਿ ਨਹੀਂ। ਸਤਿਗੁਰੂ ਨੇ ਬਕਾਇਦਾ ਕੁਝ ਗੱਲਾਂ ਦੇ ਨਾਲ, ਗੁਰਬਾਣੀ ਦੇ ਬਚਨਾਂ ਨਾਲ ਸਿੱਖ ਨੂੰ ਇਸ ਜੀਵਨ ਮਾਰਗ ਦੀ ਸੋਝੀ ਦਿੱਤੀ ਹੈ। ਸਾਹਿਬ ਜੀ ਬਾਣੀ ਦਾ ਇੱਕ ਲਫ਼ਜ਼ ਵਰਤਦੇ ਨੇ, ਸ਼ਬਦ ਵਰਤਦੇ ਨੇ, ਕਹਿਣ ਲੱਗੇ ਸੰਸਾਰ ਬਿਰਖ ਕੋ ਦੋਏ ਫਲ ਲਾਏ। ਸੰਸਾਰ ਦੇ ਅੰਦਰ ਬਿਰਖ ਪੈਦਾ ਹੋਏ, ਬਾਗ ਬਣਿਆ ਹੋਇਆ, ਦੋ ਫਲ ਨੇ। ਇੱਕੋ ਬਿਰਖ ਨਾਲ ਦੋ ਜਿਹੜੇ ਫਲ ਲੱਗੇ ਨੇ, ਉਹਨਾਂ ਚੋਂ ਇੱਕ ਦੇ ਉੱਤੇ ਪੋਇਜ਼ਨ ਜ਼ਹਿਰ ਲਿਖਿਆ, ਬਿਖ ਅੰਮ੍ਰਿਤ ਕਰਤਾਰ ਉਪਾਏ। ਇੱਕ ਤੇ ਜ਼ਹਿਰ ਲਿਖਤਾ, ਇੱਕ ਤੇ ਅੰਮ੍ਰਿਤ ਲਿਖਤਾ। ਪਰ ਹੁਣ ਕਿਉਂਕਿ ਬੰਦੇ ਦੇ ਅੰਦਰ ਤਰਕ ਹੈ ਵੀ ਸਤਿਗੁਰੂ ਇੱਕੋ ਜਿਹੇ ਫਲਾਂ ਦੀ ਰੂਪ ਰੇਖਾ ਹੈ, ਇੱਕੋ ਦਰਖਤ ਨਾਲ ਜੁੜੇ ਹੋਏ ਨੇ, ਤੇ ਮੈਨੂੰ ਤੇ ਪਤਾ ਨਹੀਂ ਨਾ, ਇਹ ਤੇ ਹੁਣ ਜੋ ਕੁਝ ਸਾਹਮਣੇ ਆ ਗਿਆ ਮੈਂ ਖਾ ਲਿਆ। ਹਜੂਰ ਨੇ ਬਕਾਇਦਾ ਬਾਹਰ ਇੱਕ ਚੌਂਕੀਦਾਰ, ਇੱਕ ਮਾਲੀ ਨੂੰ ਬਿਠਾ ਦਿੱਤਾ। ਕਹਿਣ ਲੱਗੇ ਵੀ ਜਦੋਂ ਵੀ ਕੋਈ ਅੰਦਰ ਜਾਏਗਾ ਤੂੰ ਦੱਸ ਕੇ ਤੋਰੀ, ਆ ਜ਼ਹਿਰ ਦਾ ਫਲ ਹੈ, ਇਹ ਅੰਮ੍ਰਿਤ ਦਾ ਫਲ ਹੈ। ਤੇ ਜਦੋਂ ਜੀਵ ਅੰਦਰ ਜਾ ਕੇ ਸਾਰਾ ਕੁਝ ਪਤਾ ਹੋਣ ਦੇ ਬਾਵਜੂਦ ਜ਼ਹਿਰ ਦਾ ਫਲ ਖਾਂਦਾ ਹੈ, ਉੱਥੇ ਫਿਰ ਅਸੀਂ ਗੁਰੂ ਦੇ ਉੱਤੇ ਉਹਦੀ ਜਿਹੜੀ ਹੈ ਇਹ ਨਹੀਂ ਦੇ ਸਕਦੇ ਜ਼ਿੰਮੇਵਾਰੀ ਵੀ ਇਹ ਪਰਮਾਤਮਾ ਦੇ ਭਾਣੇ ਵਿੱਚ। ਬਿਲਕੁਲ ਗੁਰੂ ਜਿਹੜਾ ਹੈ ਉਹ ਮਾਲੀ ਦੇ ਰੂਪ ਵਿੱਚ ਹੈ। ਸਾਨੂੰ ਸਤਿਗੁਰੂ ਕੀ ਬਾਣੀ ਨੇ ਕਹਿ ਦਿੱਤਾ, ਸੰਸਾਰ ਦੇ ਅੰਦਰ ਜਿਹੜੀ ਗੁਰੂ ਕੀ ਰੱਬੀ ਬਾਣੀ ਹੈ, ਅੱਜ ਉਹ ਤੇਰੇ ਲਈ ਕੀ ਬਣ ਗਈ, ਅੰਮ੍ਰਿਤ ਕੌਰਾ ਵਿਖਿਆ ਮਿੱਠੀ। ਜਿਹੜੀ ਜ਼ਹਿਰ ਹੈ ਉਹਦੇ ਚੋਂ ਆਨੰਦ ਆ ਰਿਹਾ, ਜੀਵ ਉਸ ਪਾਸੇ ਤੁਰਿਆ ਜਾ ਰਿਹਾ। ਹੁਣ ਕਈ ਵਾਰੀ ਕਹੀਦਾ ਵੀ ਨਹੀਂ ਜੀ, ਜੋ ਕੁਝ ਵੀ ਹੈ ਪੱਤਾ ਵੀ ਹਿਲਦਾ ਹੈ, ਜ਼ਰੇ ਜ਼ਰੇ ਦੇ ਅੰਦਰ ਪਰਮਾਤਮਾ ਦਾ ਨਿਵਾਸ ਹੈ। ਫਿਰ ਅੱਜ ਅਸੀਂ ਕਿਉਂ ਉਸੇ ਪੁਰਾਣੀਆਂ ਗੱਲਾਂ ਦੇ ਨਾਲ ਜੁੜ ਕੇ ਬੈਠੇ ਹਾਂ ਵੀ 84 ਦਾ ਅਟੈਕ ਕਰਵਾਇਆ, ਮੰਨਣਾ ਪਵੇਗਾ ਵੀ ਉਹ ਵੀ ਸ਼ਾਇਦ ਭਾਈ ਫਿਰ ਭਾਣੇ ਵਿੱਚ ਹੋਏਗਾ। ਜਾਂ ਜਿਹੜਿਆਂ ਵੀ ਪੰਥ ਦੋਖੀਆਂ ਨੇ ਗੁਰਸਿੱਖੀ ਦੀਆਂ ਜੜ੍ਹਾਂ 'ਚ ਤੇਲ ਪਾਇਆ ਹੈ, ਇਹਨਾਂ ਨੂੰ ਖਤਮ ਕਰਨ ਲਈ ਤਿਆਰ ਹੋਏ ਨੇ। ਇੱਕ ਛੋਟੀ ਜੀ ਐਗਜ਼ਾਮਪਲ ਹੈ, ਆਪਾਂ ਰੋਡ ਤੇ ਟਰੈਵਲ ਕਰਨੇ ਆ, ਰਾਤ ਨੂੰ ਗੱਡੀ ਬਹੁਤ ਤੇਜ਼ ਜਾ ਰਹੀ ਹੈ, ਕੋਈ ਜੀਵ ਆ ਜਾਏ, ਕੁੱਤਾ ਆ ਜਾਏ, ਬਿੱਲੀ ਆ ਜਾਏ, ਜਦੋਂ ਉਹਦੀਆਂ ਅੱਖਾਂ 'ਚ ਲਾਈਟ ਪਏਗੀ ਤੇ ਉਹਦੀਆਂ ਅੱਖਾਂ 'ਚ ਇੱਕ ਚਮਕ ਪੈਦਾ ਹੋ ਜਾਏਗੀ, ਉੱਥੇ ਸਾਨੂੰ ਇਸ਼ਾਰਾ ਹੋ ਗਿਆ ਰੋਡ ਤੇ ਕੋਈ ਚੀਜ਼ ਹੈ। ਤੂੰ ਆਪਣੀ ਗੱਡੀ ਨੂੰ, ਆਪਣੀ ਸਪੀਡ ਨੂੰ ਕੰਟਰੋਲ ਕਰ ਲੈ। ਪਰ ਰੱਬ ਨਾ ਕਰੇ ਉਸੇ ਰੋਡ ਤੇ ਰਾਤ ਨੂੰ ਗੱਡੀ ਓਨੀ ਸਪੀਡ ਤੇ ਜਾ ਰਹੀ ਹੈ, ਅੱਗੇ ਕੋਈ ਬੰਦਾ ਆ ਗਿਆ, ਲੱਖ ਲਾਈਟਾਂ ਮਾਰੋ, ਉਹਦੀ ਨਜ਼ਰ ਦੇ ਅੰਦਰ ਚਮਕ ਨਹੀਂ ਆਏਗੀ। ਕਿਉਂ? ਕਿਉਂਕਿ ਉੱਥੇ ਉਸ ਇਨਸਾਨ ਨੂੰ ਵੀ ਪਤਾ ਹੈ ਵੀ ਭਲਿਆ ਲੋਕਾ ਗੱਡੀ ਬਹੁਤ ਤੇਜ਼ ਆ ਰਹੀ, ਤੂੰ ਸਾਈਡ ਹੋ ਜਾ। ਇੱਕ ਇਸ਼ਾਰਾ ਦੇ ਦਿੱਤਾ ਵੀ ਸਤਿਗੁਰੂ ਪਰਮਾਤਮਾ ਨੇ ਤੈਨੂੰ ਸੋਝੀ ਦੇ ਕੇ ਤੋਰਿਆ। ਗੁਰਬਾਣੀ ਦੇ ਫਲਸਫੇ ਵਿੱਚ ਆਪਾਂ ਜਾ ਕੇ ਵੇਖਣਾ ਵੀ ਉਹਦੇ ਭਾਣੇ ਨੂੰ ਕਿਹਨਾਂ ਚੀਜ਼ਾਂ ਨਾਲ ਜੋੜਿਆ ਜਾ ਰਿਹਾ ਹੈ, ਹੁਕਮ ਰਜਾਈ ਨੂੰ ਕਿਹਦੇ ਨਾਲ ਜੋੜਿਆ ਜਾ ਰਿਹਾ ਹੈ। ਇਹ ਨਹੀਂ, ਨਸ਼ਾ ਕਰਨ ਵਾਲਾ ਵੀ ਕਹਿੰਦਾ ਹੈ ਜਦੋਂ ਸਤਿਗੁਰੂ ਚਾਹਣਗੇ ਮੈਨੂੰ ਉਦੋਂ ਅੰਮ੍ਰਿਤ ਛਕਾ ਲੈਣਗੇ। ਇਹਦਾ ਮਤਲਬ ਇਹ ਹੋ ਗਿਆ ਕਿ ਅਜੇ ਸਤਿਗੁਰੂ ਚਾਹੁੰਦੇ ਨੇ ਭਾਈ ਤੂੰ ਨਸ਼ਾ ਪੀ ਵੀ ਚੱਲ। ਉਹ ਵੀ ਅਜੇ ਕਹਿ ਰਿਹਾ ਜਿਹੜਾ ਗੁਰਸਿੱਖੀ ਤੋਂ ਦੂਰ ਹੈ, ਜਦੋਂ ਗੁਰੂ ਰਹਿਮ ਕਰਨਗੇ ਮੈਂ ਕੇਸਾਂ ਦੀ ਜਿਹੜੀ ਹੈ ਦਾਤ ਸੰਭਾਲ ਲਵਾਂਗਾ। ਇਹਦਾ ਮਤਲਬ ਅਜੇ ਗੁਰੂ ਚਾਹ ਰਹੇ ਨੇ ਵੀ ਤੂੰ ਕੇਸਾਂ ਦੀ ਜਿਹੜੀ ਬੇਅਦਬੀ ਕਰੀ ਜਾ। ਨਹੀਂ,
ਅਸੀਂ ਅਸਲ ਵਿੱਚ ਗੁਰਬਾਣੀ ਕਨਸੈਪਟ ਨੂੰ ਸਮਝ ਨਹੀਂ ਸਕੇ, ਜਿਹਦੇ ਕਰਕੇ ਇਹ ਜਿਹੜੀਆਂ ਦੋ ਰਾਵਾਂ ਗਲਤ ਵਿਚਾਰਧਾਰਾ ਸਾਡੇ ਅੰਦਰ ਆ ਗਈ ਹੈ ਜੀ। ਪਰ ਆਮ ਤੌਰ ਤੇ ਤਾਂ ਅਸੀਂ ਇਸ ਤਰੀਕੇ ਗੱਲ ਨੂੰ ਇਸੇ ਤਰੀਕੇ ਲੈਣੇ, ਪਰ ਹਜੇ ਗੁਰੂ ਦੀ ਕਿਰਪਾ ਨਹੀਂ ਹੋਈ ਜੀ ਜਦੋਂ ਗੁਰੂ ਦੀ ਕਿਰਪਾ ਹੋਗੀ ਮੈਂ ਕਰ ਲਵਾਂਗਾ ਜੀ ਜੀ ਸਮਝ। ਤੁਸੀਂ ਆਪਣੇ ਵਿਚਾਰਾਂ ਦੇ ਵਿੱਚ ਗੱਲ ਕੀਤੀ ਆ ਕਿ ਇਸ ਬ੍ਰਿਖ ਜਿਹੜਾ ਆ ਉਹਨੂੰ ਦੋ ਤਰ੍ਹਾਂ ਦੇ ਫਲ ਲੱਗੇ ਆ ਕਿ ਵਿਖਿਆ ਜੀ। ਇੱਕ ਅੰਮ੍ਰਿਤ ਆ। ਜੀ ਜੀ ਹੁਣ ਜਿਹੜੇ ਆਪਣੇ ਸਾਡੇ ਸਰੋਤੇ ਆ ਉਹਨੂੰ ਤੁਸੀਂ ਸਿਰਫ ਇਹਨੂੰ ਥੋੜਾ ਖੋਲ ਕੇ ਦੱਸੋ ਵੀ ਬ੍ਰਿਖ ਕਿਹੜਾ ਆ ਜੀ ਤੇ ਅੰਮ੍ਰਿਤ ਵਾਲਾ ਫਲ ਕਿਹੜਾ ਲੱਗਾ ਆ ਜੀ। ਤੇ ਬਿਖ ਵਾਲਾ ਫਲ ਕਿਹੜਾ ਲੱਗਾ। ਜੀ। ਕਿਉਂਕਿ ਕਹਿ ਦੇਣ ਦੇ ਨਾਲ ਜਿਹੜੀ ਆਮ ਲੋਕੀ ਆ ਉਹ ਤਾਂ ਸਮਝਦੇ ਵੀ ਚਲੋ ਕਥਾ ਕਰਤੀ ਤੇ ਇਹਨਾਂ ਨੇ ਕਹਿਤਾ ਤਾਂ ਸਾਰਾ ਚੱਲ ਗਿਆ ਕੰਮ। ਬਿਲਕੁਲ ਜੀ। ਪਰ ਅੱਜ ਦੇ ਜ਼ਮਾਨੇ ਦੇ ਵਿੱਚ ਜਦ ਤੱਕ ਉਹਨੂੰ ਪਤਾ ਨਾ ਲੱਗੇ ਵੀ ਇਹ ਜਿਹੜਾ ਬ੍ਰਿਖ ਕਿਹੜਾ ਆ, ਜੀ ਇਹਨੂੰ ਕਿਹੜਾ ਫਲ ਜਿਹੜਾ ਅੰਮ੍ਰਿਤ ਵਾਲਾ ਲੱਗਾ ਹੈ ਤੇ ਕਿਹੜਾ ਫਲ ਜ਼ਹਿਰ ਵਾਲਾ ਲੱਗਾ ਹੈ, ਜੀ। ਤੇ ਉਹ ਤੋਂ ਬਾਅਦ ਉਹ ਜਿਹੜੇ ਵੀ ਛਕਣਾ ਚਾਹਣਗੇ ਜਿੱਦਾਂ ਦਾ ਵੀ ਛਕਣਾ ਚਾਹਣਗੇ ਉਹਨਾਂ ਦੀ ਮਰਜ਼ੀ। ਜੀ। ਪਰ ਆਪਾਂ ਜਿਹੜੇ ਇੱਥੇ ਬੈਠੇ ਆ, ਜਿਹੜਾ ਆਪਾਂ ਸੁਨੇਹਾ ਦੇ ਰਹੇ ਹਾਂ ਗੁਰੂ ਨਾਨਕ ਦੇਵ ਜੀ ਦਾ, ਉਹਦੇ ਥਰੂ ਆਪਾਂ ਉਹਨੂੰ ਕਿਹੜਾ ਦੱਸਾਂਗੇ ਕਿ ਆਹ ਜਿਹੜਾ ਜ਼ਹਿਰ ਦਾ ਫਲ ਆ, ਆਹ ਜਿਹੜਾ ਆ ਮੰਨ ਲਓ ਸਾਡੀ ਡਿਊਟੀ ਲੱਗ ਗਈ ਬਿਲਕੁਲ ਹਾਂਜੀ। ਤੇ ਅੱਜ ਗੇਟ ਦੇ ਉੱਤੇ ਆਪਾਂ ਬੈਠੇ ਆ ਨਾ, ਅਸੀਂ ਪਹਿਰੇਦਾਰਾਂ ਜੀ। ਅਸੀਂ ਅੱਜ ਪਹਿਰੇਦਾਰ ਤੇ ਬੈਠੇ ਆ ਤੇ ਹਾਂਜੀ। ਪਹਿਰੇਦਾਰ ਆਪਾਂ ਜਿਹੜੇ ਅੰਦਰ ਆ ਰਹੇ ਆਪਾਂ ਉਹਨੂੰ ਕਿੱਦਾਂ ਦੱਸਾਂਗੇ ਭਾਈ ਸਾਹਿਬ ਜੀ ਆਹ ਜ਼ਹਿਰ ਹੈ ਖਿਆਲ ਰੱਖਿਓ ਜੀ। ਤੇ ਆਹ ਜਿਹੜਾ ਅੰਮ੍ਰਿਤ ਆ ਤੇ ਤੁਸੀਂ ਦੋਨੋਂ ਵਿੱਚ ਆਪੇ ਹਾਂਜੀ ਬਿਲਕੁਲ। ਸੰਸਾਰ ਵਿਰਕੋ, ਇਸ ਬ੍ਰਹਿਮੰਡ ਦੇ ਅੰਦਰ, ਦੁਨੀਆ ਦੇ ਅੰਦਰ, ਸੰਸਾਰ ਦੇ ਅੰਦਰ ਦੋਏ ਫਲ ਲਾਏ। ਕਿਹੜੇ ਕਿਹੜੇ ਉਹ ਫਲ ਨੇ? ਜਿਹਦੇ ਚੋਂ ਜ਼ਹਿਰ ਹੈ, ਜਿਹਦੇ ਚ ਅੰਮ੍ਰਿਤ ਹੈ। ਜਿਹੜਾ ਤੇ ਰੱਬੀ ਬਾਣੀ ਦਾ ਹੈ, ਇੱਥੋਂ ਤੇ ਸਤਿਗੁਰੂ ਨੇ ਗੱਲ ਹੀ ਮੁਕਾ ਦਿੱਤੀ ਨਾ, ਅੰਮ੍ਰਿਤ ਬਾਣੀ ਹਰ ਹਰ ਤੇਰੀ, ਇਹ ਅੰਮ੍ਰਿਤ ਫਲ ਹੈ। ਜਿਹੜੇ ਜੀਵ ਵੀ ਇਹਨਾਂ ਫਲ ਦਾ ਆਹਾਰ ਕਰਨਗੇ, ਇਹਨੂੰ ਛਕਣਗੇ, ਇਵਨ ਇੱਥੋਂ ਤੱਕ ਅੱਜ ਸਿੱਖ ਦਾ ਹਰ ਇੱਕ ਕਰਮ ਜਨਮ ਤੋਂ ਲੈ ਕੇ ਅੰਤ ਤੱਕਰ ਗੁਰੂ ਚਰਨਾਂ ਨਾਲ ਜੁੜਿਆ ਹੋਣ ਦੇ ਨਾਲ ਹੋਣ ਦੇ ਬਾਵਜੂਦ ਕਿਸੇ ਨੂੰ ਪੁੱਛ ਕੇ ਵੇਖ ਲਓ, ਉਹ ਅਤ ਦਾ ਦੁਖੀ ਹੈ। ਉਹਦਾ ਕਾਰਨ ਕਿਉਂਕਿ ਅਸੀਂ ਗੁਰਬਾਣੀ ਨੂੰ ਕੇਵਲ ਤੇ ਕੇਵਲ ਮੱਥਾ ਟੇਕਣ ਤੱਕ ਸੀਮਤ ਕਰਕੇ ਰੱਖਿਆ ਹੋਇਆ ਹੈ। ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਕੀ ਕਹਿ ਰਹੇ ਨੇ, ਜਿਹਦੇ ਸਿੱਖ ਦੇ ਜੀਵਨ 'ਚ ਇਹ ਚੀਜ਼ ਆ ਗਈ, ਮੇਰਾ ਬਚਪਨਾ ਕਿਵੇਂ ਦਾ ਹੋਵੇ, ਅਸੀਂ ਸਿੱਖਣਾ ਹੋਵੇ ਸਾਹਿਬਜ਼ਾਦਿਆਂ ਤੋਂ ਸਿੱਖ ਸਕਨੇ ਆ। ਮੇਰੀ ਜਵਾਨੀ ਕਿਵੇਂ ਦੀ ਹੋਵੇ, ਬਾਬਾ ਅਜੀਤ ਸਿੰਘ ਜੀ ਮਾਰਗਦਰਸ਼ਨ ਕਰ ਰਹੇ ਨੇ। ਉਹਦੇ ਤੋਂ ਬਾਅਦ ਮੇਰਾ ਆਨੰਦ ਕਾਰਜ ਕਿਵੇਂ ਦਾ ਹੋਵੇ, ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੱਸ ਰਹੇ ਨੇ। ਇੱਕ ਜਵਾਈ ਦੇ ਕੀ ਗੁਣ ਨੇ, ਧੰਨ ਗੁਰੂ ਰਾਮਦਾਸ ਮਹਾਰਾਜ ਫਰਮਾ ਰਹੇ ਨੇ। ਕੱਲੇ ਕੱਲੇ ਕਨਸੈਪਟ ਤੇ ਸਤਿਗੁਰੂ ਪਾਤਸ਼ਾਹ ਨੇ ਬੇਅੰਤ ਦਾਤਾਂ ਵੰਡ ਕੇ ਸਿੱਖ ਨੂੰ ਅੰਮ੍ਰਿਤਮਈ ਜੀਵਨ ਸਿਖਾ ਦਿੱਤਾ। ਨਹੀਂ ਤੇ ਕਿ ਜਿੰਨੀ ਬਾਣੀ 10 ਸਵਰੂਪਾਂ ਦੇ ਅੰਦਰ ਇੱਕ ਜੋਤ ਨੇ ਉਚਾਰਨ ਕੀਤੀ ਹੈ, ਧੰਨ ਗੁਰੂ ਨਾਨਕ ਸਾਹਿਬ ਨਹੀਂ ਸੀ ਉਚਾਰਨ ਕਰ ਸਕਦੇ। ਰੱਬੀ ਬਾਣੀ ਨੇ ਇਸ ਗੱਲ ਦਾ ਜ਼ਿਕਰ ਕੀਤਾ ਹੈ, ਆਪ ਨਰਾਇਣ ਕਲਾਤਾਰ ਜਗ ਮੈਂ ਪਰਵਰਿਓ। ਪਰਮਾਤਮਾ ਨੇ ਜੋ ਮਰਜ਼ੀ ਕਰ ਸਕਦੇ ਸਨ, ਗੁਰੂ ਨਾਨਕ ਸਾਹਿਬ ਸੰਪੂਰਨ ਬਾਣੀ ਰਚ ਸਕਦੇ ਸਨ, ਪਰ ਨਹੀਂ, ਕੇਵਲ ਤੇ ਕੇਵਲ ਲਿਖਤ ਹੀ ਨਹੀਂ, ਸਾਹਿਬ ਨੇ ਇੱਕ ਵਿਚਾਰ ਦਿੱਤੀ ਕਿ ਮੈਂ ਦੁਨੀਆ ਨੂੰ ਪ੍ਰੈਕਟੀਕਲ ਜੀਵਨ ਵੀ ਦੱਸਣਾ ਚਾਹੁੰਦਾ। ਕੱਲ ਨੂੰ ਸਿੱਖਾ ਤੂੰ ਕਿੰਤੂ ਕਰ ਦੇਵੇਂ ਵੀ ਕੇਵਲ ਤੇ ਕੇਵਲ ਸ਼ਹਾਦਤ ਲਿਖੀ ਹੈ, ਕਰਕੇ ਤੇ ਨਹੀਂ ਨਾ ਵਿਖਾਇਆ। ਤੱਤੀ ਤਵੀ ਤੇ ਬਹਿਣ ਦਾ ਗੱਲ ਕਰ ਦੇਣੀ ਈਜ਼ੀ ਹੈ, ਪਰ ਉਹਦੇ ਤੇ ਪਹਿਰਾ ਦੇਣਾ ਬੜਾ ਔਖਾ ਹੈ। ਆਪਣੀ ਔਲਾਦ ਨੂੰ ਵਾਰਨਾ ਬੜਾ ਔਖਾ ਹੈ। ਆਪਣਾ ਆਪਾ ਧਰਮ ਦੇ ਲਈ ਕੁਰਬਾਨ ਕਰਨਾ ਬੜਾ ਔਖਾ ਹੈ। ਸਤਿਗੁਰੂ ਨੇ ਬਕਾਇਦਾ ਸਟੈਪ ਦਰ ਸਟੈਪ ਚੱਲ ਕੇ ਪ੍ਰੈਕਟੀਕਲ ਕਰਕੇ ਵਿਖਾਏ। ਇਹ ਹੈ ਅੰਮ੍ਰਿਤ ਫਲ ਜਿਹੜਾ ਗੁਰਬਾਣੀ ਵਾਲੇ ਪਾਸਿਓਂ ਮਿਲੇਗਾ। ਦੂਜਾ ਬਿਖ ਫਲ ਕਿਹੜਾ ਹੈ? ਜਿੱਥੇ ਜਾ ਕੇ ਅੱਜ ਜਿਹਨੂੰ ਸਤਿਗੁਰੂ ਕੀ ਬਾਣੀ ਨੇ ਕਿਹਾ ਵੀ ਉਹ ਨਸ਼ੇ, ਜਿਹੜੇ ਨਸ਼ੇ ਤੇਰੇ ਜੀਵਨ ਨੂੰ ਗਲਤ ਮਾਰਗ ਤੇ ਲਿਜਾਣਗੇ, ਉਹਨਾਂ ਨਸ਼ਿਆਂ ਦੇ ਨਾਲ ਕੱਲ ਨੂੰ ਲੜਾਈ ਝਗੜਾ ਕਲਾ ਕਲੇਸ਼ ਅੱਜ ਇਵਨ ਹਰ ਇੱਕ ਬੰਦਾ ਭਾਵੇਂ ਇੱਥੇ ਲੈ ਲਈਏ ਜਾਂ ਪੰਜਾਬ ਵਿੱਚ ਲੈ ਲਈਏ ਨਸ਼ਿਆਂ ਦੀ ਗ੍ਰਿਫਤ ਵਿੱਚ ਆਇਆ ਪਿਆ। ਉਹਦਾ ਕਾਰਨ ਹੀ ਇੱਕੋ ਇਹ ਹੈ ਵੀ ਉਹ ਬਿਖ ਮਾਰਗ ਤੇ ਚਲੇ ਗਏ ਨੇ, ਉਹਨਾਂ ਨੂੰ ਗੁਰਬਾਣੀ ਦੀ ਸੋਝੀ ਨਹੀਂ। ਜੇ ਕਿਤੇ ਰੱਬੀ ਬਾਣੀ ਨਾਲ ਜੁੜੇ ਹੁੰਦੇ ਤੇ ਉਹਨਾਂ ਨੂੰ ਪਤਾ ਲੱਗ ਜਾਣਾ ਸੀ ਵੀ ਆਹ ਜਿਤ ਮਦ ਪੀਤਾ ਨਾਨਕਾ ਬਹੁਤੇ ਖੱਟੀਆਂ ਬੇਕਾਰ ਹੈ, ਇਹਦੇ ਤੋਂ ਮੈਂ ਦੂਰ ਹੋਣਾ। ਜਾਂ ਜਿੱਥੇ ਜਿਸ ਜਗ੍ਹਾ ਤੇ ਜਾ ਕੇ ਇਹਨਾਂ ਨਸ਼ਿਆਂ ਨੇ ਮੇਰਾ ਘਰ ਮੇਰਾ ਪਰਿਵਾਰ ਬਰਬਾਦ ਕਰਨਾ, ਮੈਂ ਉਸ ਜਿਹੜੀ ਦਾਤ ਤੋਂ ਉਸ ਵਸਤੂ ਤੋਂ ਆਪਣੇ ਆਪ ਨੂੰ ਦੂਰ ਕਰਨਾ। ਜਿਹੜਾ ਸੰਸਾਰ ਦੇ ਅੰਦਰ ਗਲਤ ਮਾਰਗ ਨੇ, ਭਾਵੇਂ ਉਹ ਨਸ਼ਿਆਂ ਦਾ ਹੈ, ਭਾਵੇਂ ਉਹ ਟੀਵੀਆਂ ਫਿਲਮਾਂ ਪਿਕਚਰਾਂ ਗੰਦੇ ਸਾਹਿਤ ਦਾ, ਇਹ ਸਾਰੇ ਦਾ ਸਾਰਾ ਬਿਖ ਮਾਰਗ ਹੈ। ਰੱਬੀ ਬਾਣੀ ਦੇ ਪਾਸੇ ਚੱਲਣ ਵਾਲਾ ਜਿਹੜਾ ਉਹ ਅੰਮ੍ਰਿਤ ਮਾਰਗ ਹੈ। ਭਾਈ ਸਾਹਿਬ ਜੀ ਤੁਸੀਂ ਜਿਹੜੇ ਤਰੀਕੇ ਨਾਲ ਦੱਸਿਆ ਕਿ ਜਿਹੜਾ ਗੁਰਬਾਣੀ ਪੜ੍ਹਨੀ, ਕਿਉਂਕਿ ਗੁਰਬਾਣੀ ਜਿਹੜੀ ਅੰਮ੍ਰਿਤ ਹੈ, ਤੇ ਜੇ ਆਪਾਂ ਕਿਉਂਕਿ ਜਦੋਂ ਆਪਾਂ ਵਿਚਾਰ ਕਰਦੇ ਤੇ ਵਿਚਾਰ ਦਾ ਮਤਲਬ ਹੁੰਦਾ ਕਿ ਉਸ ਡੂੰਘਾਈ ਤੱਕ ਜਾਣਾ ਜਿੱਥੇ
ਜਿਹਦੇ ਦਿਲ ਦੇ ਸ਼ੰਕੇ ਆ ਉਹ ਦੂਰ ਹੋ ਜਾਣ। ਦੂਰ ਹੋ ਜਾਣ। ਨਹੀਂ ਤਾਂ ਜੇ ਦਿਲ ਦੇ ਪੂਰੇ ਸ਼ੰਕੇ ਦੂਰ ਹੋਣ ਤੇ ਸਾਰੀ ਗੱਲ ਅਧੂਰੀ ਰਹਿ ਜਾਂਦੀ। ਜਦੋਂ ਅਧੂਰੀ ਰਹਿ ਜਾਵੇ ਜੀ। ਤੇ ਉਹਦੇ ਵਿੱਚੋਂ ਰਸ ਨਹੀਂ ਨਿਕਲਦਾ, ਜਿਹੜਾ ਰਸ ਜੀ ਬਿਲਕੁਲ ਚਾਹੀਦਾ ਹੁੰਦਾ। ਹਾਂਜੀ ਹਾਂਜੀ ਤੇ ਆਮ ਲੋਕੀ ਫਿਰ ਇਹ ਕਹਿ ਰਹੇ ਵੀ ਜੇ ਗੁਰਬਾਣੀ ਪੜ੍ਹਨ ਵਾਲਾ ਜੀ ਤਰ ਸਕਦਾ ਜੀ ਤੇ ਬੜੇ ਬੜੇ ਕੀਰਤਨ ਕਰਨ ਵਾਲੇ ਗੁਰੂ ਘਰਾਂ ਦੇ ਜਿਹੜੇ ਗ੍ਰੰਥੀ ਜਿਹੜੇ ਸਾਰੀ ਉਮਰ ਕਰਦੇ ਰਹਿੰਦੇ ਆ, ਜੀ, ਜੀ। ਪਾਠ ਕਰਦੇ ਰਹਿੰਦੇ ਆ, ਕੀਰਤਨ ਵੀ ਕਰ ਰਹਿੰਦੇ ਆ, ਪਰ ਜੀਵਨ ਤੌਰ ਤੇ ਉਹਨਾਂ ਦਾ ਜੀਵਨ ਜਿਹੜਾ ਆ ਉਹ ਇੰਨਾ ਸੁਖੀ ਨਹੀਂ ਹੋਇਆ। ਬਿਲਕੁਲ ਜੀ ਜਿਹੜੀਆਂ ਮਿਸਾਲਾਂ ਅੱਜ ਸਾਡੇ ਕੋਲ ਮਿਲਦੀਆਂ, ਜਿਹੜੀ ਸਾਡੀ ਗੁਰਦੁਆਰਾ ਪ੍ਰਬੰਧਕ ਕਮੇਟੀ ਆ, ਅਸੀਂ ਸਾਰੇ ਦਾ ਸਾਰਾ ਪੰਥ ਉਹਨੂੰ ਕੋਸੀ ਜਾਂਦੇ ਆ, ਬਿਲਕੁਲ। ਔਰ ਉਹਨਾਂ ਉੱਥੇ ਸੇਵਾ ਕਰਨ ਵਾਲੇ ਜਿਹੜੇ ਉਹਨਾਂ ਦਾ ਕਿਰਦਾਰ ਕੀ ਆ, ਕਿੱਦਾਂ ਕਰ ਰਹੇ, ਇਹ ਜੇ ਸਾਰਾ ਹੀ ਗੁਰਬਾਣੀ ਆ, ਅੰਮ੍ਰਿਤ ਆ, ਪੜ੍ਹਦੇ ਆ, ਜੀ ਉਹ ਸੁਣਦੇ ਵੀ ਆ, ਜੀ ਕਿਉਂਕਿ ਜਦੋਂ ਪੜ੍ਹਦੇ ਸੁਣਦੇ ਵੀ ਆ, ਕੰਨ ਲੱਗੇ ਉਹਨਾਂ ਦੇ ਨਾਲ, ਬਿਲਕੁਲ, ਹਾਂ। ਪਰ ਉਹਨਾਂ ਦੇ ਤੇ ਅਸਰ ਨਹੀਂ ਹੋ ਰਿਹਾ। ਜੀ ਜੀ ਹੁਣ ਗੱਲ ਆ ਜਿਹੜੀ ਆ ਇਕੱਲੇ ਪੜ੍ਹਨ ਤੇ ਸੁਣਨ ਦੇ ਨਾਲ ਹੀ ਖਤਮ ਨਹੀਂ ਹੋ ਜਾਂਦੀ। ਜੀ ਬਿਲਕੁਲ ਅਸਲ ਵਿੱਚ ਜਿਹੜੀ ਗੱਲ ਆ ਉਹ ਕੱਢੋ ਵੀ ਜਿਹੜੀ ਅਸਲ ਗੱਲ ਆ ਉਹ ਕੀ ਆ। ਇਕੱਲੇ ਪੜ੍ਹ ਲੈਣਾ ਜਾਂ ਸੁਣ ਲੈਣਾ, ਜੇ ਅਸੀਂ ਕਹੀਏ ਗੁਰਬਾਣੀ ਜਿਹੜੀ ਅੰਮ੍ਰਿਤ ਆ ਜੀ ਉਹ ਤੇ ਤੁਸੀਂ ਉਹਨੂੰ ਪੜ੍ਹ ਲਓ, ਜੀ ਜੀ ਸਮਝ ਰਹੇ? ਤੇ ਪੜ੍ਹਦੇ ਤਾਂ ਹੈਗੇ ਆ ਹਾਂਜੀ ਹਾਂਜੀ ਤੇ ਸੁਣਦੇ ਵੀ ਹੈਗੇ ਆ, ਜੀ ਪਰ ਗੱਲ ਕਿੱਥੇ, ਖੋਟ ਕਿੱਥੇ ਆ, ਪ੍ਰੋਬਲਮ ਕਿੱਥੇ ਆ ਜੀ? ਕਿਉਂਕਿ ਆਮ ਬੰਦੇ ਨੂੰ ਜਾਂ ਬੱਚੇ ਨੂੰ ਜਦੋਂ ਗੱਲ ਕਰਾਂਗੇ ਜਾਂ ਸਿਆਣਿਆਂ ਨਾਲ ਵੀ ਗੱਲ ਕਰਾਂਗੇ ਤੇ ਉਹਨੂੰ ਰਸ ਚਾਹੀਦਾ, ਪਰ ਰਸ ਕਿਉਂ ਨਹੀਂ ਮਿਲਦਾ? ਹਾਂਜੀ ਬਿਲਕੁਲ ਜੀ। ਅਸਲ ਵਿੱਚ ਗੁਰਬਾਣੀ ਨੂੰ ਮੈਂ ਪਹਿਲਾਂ ਵੀ ਜਿਵੇਂ ਜ਼ਿਕਰ ਕਰ ਚੁੱਕਾ, ਅਸੀਂ ਮੱਥਾ ਟੇਕਣ ਤੱਕ ਜਾਂ ਪੜ੍ਹਿਆ ਤੇ ਪੜ੍ਹਨ ਤੋਂ ਬਾਅਦ ਜਿੰਨੀ ਕੁ ਆਵਾਜ਼ ਕੰਨਾਂ 'ਚ ਪਈ ਸੁਣ ਕੇ ਅਸੀਂ ਚਲੇ ਗਏ। ਜਦੋਂ ਕਿ ਗੁਰਬਾਣੀ ਨੂੰ ਪੜ੍ਹ ਕੇ ਸੁਣ ਕੇ ਉਹਨੂੰ ਜੀਵਨ 'ਚ ਧਾਰਨ ਕਰਕੇ ਤੇ ਉਹਦੇ ਉੱਤੇ ਪਹਿਰਾ ਦੇਣਾ ਸੀ ਵੀ ਹਾਂ ਮੈਂ ਅੱਜ ਜਦੋਂ ਆਪ ਜੀ ਦੇ ਸਥਾਨ ਤੇ ਬਣੇ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ, ਨਮਸਕਾਰ ਕੀਤੀ ਤੇ ਉੱਥੇ ਲਿਖਿਆ ਹੈ ਇੱਕ ਦਿਨ ਦੇ ਅੰਦਰ ਸਿੱਖ ਨੇ ਕੀ ਕਰਨਾ ਹੈ ਆਪਣੇ ਜੀਵਨ 'ਚੋਂ। ਅੱਜ ਅਸੀਂ ਗੁਰੂ ਕੋਲ ਗਏ ਆ, ਆਹ ਗੁਣ ਮੈਂ ਛੱਡਿਆ, ਮੈਂ ਗੁਰਬਾਣੀ ਨੇ ਮੈਨੂੰ ਇਹ ਕਹਿ ਦਿੱਤਾ ਹੈ ਪਰ ਤੇਰੇ ਆ ਰੂਪ ਨਾ ਵੇਖਿਆ ਨੇਤਰ, ਮੈਂ ਅੱਜ ਤੋਂ ਬਾਅਦ ਨਹੀਂ ਵੇਖਾਂਗਾ। ਮੈਨੂੰ ਇਹ ਕਹਿ ਦਿੱਤਾ ਹੈ ਪਰ ਕਾ ਬੁਰਾ ਨਾ ਰੱਖੋ ਚੀਤ, ਮੈਂ ਇਹ ਆਪਣੇ ਜੀਵਨ 'ਚੋਂ ਕੱਢ ਦਿੱਤਾ ਹੈ। ਮੈਨੂੰ ਮੇਰੇ ਸਤਿਗੁਰੂ ਨੇ ਇਹ ਦੱਸ ਦਿੱਤਾ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ। ਮੈਨੂੰ ਰੱਬੀ ਬਾਣੀ ਨੇ ਕਹਿ ਦਿੱਤਾ ਮਿੱਠ ਬੋਲੜਾ ਜੀ ਅਰ ਸੱਜਣ ਸੁਆਮੀ ਮੋਰਾ, ਮੈਂ ਕੱਲੇ ਚੀਜ਼ ਨੂੰ ਆਪਣੇ ਜੀਵਨ ਵਿੱਚ ਧਾਰਨ ਕਰਾਂ। ਹੁਣ ਜੇ ਕੋਈ ਬੱਚਾ ਇਹ ਕਵੇ ਮੈਂ ਸਕੂਲ ਰੋਜ਼ ਜਾਣਾ, ਮੈਂ ਉੱਥੇ ਬਹਿ ਕੇ ਆ ਜਾਣਾ, ਜਦੋਂ ਤੱਕ ਹੋਮਵਰਕ ਨਹੀਂ ਹੋਏਗਾ ਅਗਲੀ ਕਲਾਸ ਵਿੱਚ ਜਾਣਾ ਮੁਸ਼ਕਲ ਹੈ। ਅਸੀਂ ਅੱਜ ਸੁਣ ਵੀ ਰਹੇ ਹਾਂ, ਪੜ੍ਹ ਵੀ ਰਹੇ ਹਾਂ, ਈਵਨ ਇਹ ਵੀ ਹੋ ਸਕਦਾ ਹੈ ਵੀ ਸ਼ਾਇਦ ਇੰਨੀ ਬਾਣੀ ਦੇ ਪਾਠ ਪਹਿਲਾਂ ਨਾ ਕੀਤੇ ਜਾਂਦੇ ਹੋਣ ਜਿੰਨੇ ਅੱਜ ਹੋ ਰਹੇ ਨੇ। ਔਰ ਸਤਿਗੁਰੂ ਨੇ ਜਦੋਂ ਇਸ ਗੱਲ ਦਾ ਜ਼ਿਕਰ ਕੀਤਾ ਨਾ ਰੱਬੀ ਬਾਣੀ 'ਚ ਨਖੇਧ ਕਰਮਾਂ ਦਾ, ਤੇ ਹਜ਼ੂਰ ਨੇ ਪਹਿਲਾ ਲਫ਼ਜ਼ ਹੀ ਇਹ ਵਰਤਿਆ, ਕਹਿੰਦੇ ਪਾਠ ਪੜ੍ਹਿਓ ਅਰ ਵੇਦ ਵਿਚਾਰਿਓ, ਨਿਵਲ ਭਯੰਗਮ ਸਾਧੇ, ਪੰਚ ਜਨਾ ਸਿਓ ਸੰਗ ਨਾ ਛੁਟਕਿਓ, ਅਧਿਕ ਅਹੂੰ ਬੁੰਦ ਬਾਧੇ, ਪਿਆਰੇ ਇਨ ਬਿਦ ਮਿਲਣ ਨਾ ਜਾਈ। ਜੇ ਤੂੰ ਗੱਲ ਪਾਠ ਤੇ ਇਕੱਲੇ ਤੇ ਕਰੇਗਾ ਤੇਰਾ ਮੇਰਾ ਮਿਲਾਪ ਹੀ ਨਹੀਂ ਹੋ ਸਕਦਾ। ਫਿਰ ਮੈਂ ਕਹਿਤਾ ਕਿ ਮੈਂ ਕੀਏ ਕਰਮ ਅਨੇਕਾ ਬੜੇ ਕੰਮ, ਮੈਂ ਦਾਨ ਵੀ ਕਰ ਲਿਆ, ਮੈਂ ਪੁੰਨ ਵੀ ਕਰ ਲਿਆ। ਤੇ ਅੱਜ ਫਿਰ ਸਤਿਗੁਰੂ ਜੀ ਦੱਸੋ ਹੋਵੇ ਕੀ? ਕਹਿਣ ਲੱਗੇ ਹਾਰ ਪਰਿਓ ਸੁਆਮੀ ਕੈ ਦੁਆਰੈ ਦੀਜੈ ਬੁੱਧ ਬਵੇਕਾ, ਮੈਨੂੰ ਉਹ ਬੁੱਧੀ ਦੇ ਦਿਓ ਜਿਹਦੇ ਨਾਲ ਮੈਂ ਗੁਰੂ ਕਾ ਕੱਲਾ ਬਚਨ ਆਪਣੇ ਜੀਵਨ 'ਚ ਧਾਰਨ ਕਰ ਲਵਾਂ। ਤੇ ਜਦੋਂ ਰੱਬੀ ਬਾਣੀ ਦਾ ਸਿਧਾਂਤ ਅਕਾਲ ਪੁਰਖ ਦੀ ਹੋਂਦ ਮੇਰੇ ਅੰਦਰ ਟਿਕ ਗਈ, ਫਿਰ ਮੈਂ ਕਿਸੇ ਨੂੰ ਮੰਦਾ ਵੇਖਾਂਗਾ ਵੀ ਨਹੀਂ, ਮੰਦਾ ਬੋਲਾਂਗਾ ਵੀ ਨਹੀਂ, ਪਰ ਤਾਂ ਜੇ ਗੁਰਬਾਣੀ ਨੂੰ ਮੈਂ ਆਪਣੇ ਜੀਵਨ 'ਚ ਵਸਾਉਣਾ, ਕੇਵਲ ਪੜ੍ਹਦਾ ਤੇ ਸੁਣਦਾ ਹੀ ਨਹੀਂ ਜੀ। ਅੱਜ ਦੇ ਇਸ ਪ੍ਰੋਗਰਾਮ ਤੂੰ ਹੀ ਤੂੰ ਦੇ ਵਿੱਚ ਜਿਹੜਾ ਅਸੀਂ ਵਿਚਾਰ ਕਰ ਰਹੇ ਹਾਂ ਭਾਈ ਸਾਹਿਬ ਦੇ ਨਾਲ, ਉਹਨਾਂ ਵਿਚਾਰਾਂ ਦੇ ਵਿੱਚੋਂ ਨਿਕਲ ਕੇ ਇਹ ਗੱਲ ਸਿੱਧ ਹੋ ਰਹੀ ਹੈ ਕਿ ਗੁਰਬਾਣੀ ਦੇ, ਜਿੱਦਾਂ ਭਾਈ ਸਾਹਿਬ ਨੇ ਵੀ ਕਿਹਾ, ਅਸੀਂ ਆਮ ਸਮਾਜ ਦੇ ਵਿੱਚ ਦੇਖਦੇ ਹਾਂ ਕਿਉਂਕਿ ਸਾਡੇ ਕੋਲ ਪੈਸੇ ਹੈਗੇ ਆ ਤੇ 500-700 ਰੁਪਈਆ ਦੇ ਕੇ 2000 ਰੁਪਈਆ ਦੇ ਕੇ ਵਧੀਆ ਅਖੰਡ ਪਾਠ ਕਰਾ ਲਈਦਾ, ਗ੍ਰੰਥੀ ਸਿੰਘਾਂ ਨੂੰ ਕੱਪੜੇ ਦੇ ਦਿੰਦੇ ਆ, ਵਧੀਆ ਰਮਾਲੇ ਲਿਆ ਕੇ ਵੀ ਚੜਾ ਦਿੰਦੇ ਆ, ਪਰ ਸਾਡੇ ਕੋਲ ਇੰਨਾ ਸਮਾਂ ਨਹੀਂ ਹੁੰਦਾ ਵੀ ਅਸੀਂ ਬਹਿ ਕੇ ਉੱਥੇ ਕੋਈ ਪਾਠ ਸੁਣ ਸਕੀਏ ਜਾਂ ਗੁਰੂ ਦੀ ਗੱਲ ਸੁਣ ਸਕੀਏ। ਤੇ ਜੇ ਅਸੀਂ ਗੁਰੂ ਦੀ ਗੱਲ ਸੁਣ ਨਹੀਂ ਸਕਦੇ ਤੇ ਉਹਦੇ ਉੱਤੇ ਅਸੀਂ ਚੱਲਾਂਗੇ ਕਿੱਦਾਂ? ਤੇ ਜੇ ਚੱਲਾਂਗੇ ਨਹੀਂ ਤੇ ਜਿਹੜਾ ਸਾਡਾ ਜੋ ਕੁਝ ਵੀ ਅਸੀਂ ਕੀਤਾ ਉਹ ਇੱਕ ਕਿਰਿਆ ਕਰਮ ਦੇ ਵਿੱਚ ਹੀ ਆ ਕੇ ਰਹਿ ਜਾਊਗਾ। ਉਹ ਤੋਂ ਸਾਨੂੰ ਅੰਮ੍ਰਿਤ ਫਲ ਜਿਹਦੀ ਗੱਲ ਕੀਤੀ ਆ, ਉਹ ਅੰਮ੍ਰਿਤ ਫਲ ਨਹੀਂ ਤਿਆਰ ਹੋ ਸਕਦਾ। ਕਿਉਂਕਿ ਜਦੋਂ ਕੋਈ ਵੀ ਫਲ ਲੱਗਦਾ ਕਿਸੇ ਦਰਖਤ ਨੂੰ, ਆਮ ਦੁਨਿਆਵੀ ਤੌਰ ਤੇ ਵੀ ਅਸੀਂ ਦੇਖੀਏ ਤੇ ਦਰਖਤਾਂ ਨੂੰ ਫਲ ਲੱਗੇ ਹੁੰਦੇ, ਤੇ ਜਦੋਂ ਤੁਸੀਂ ਕੋਈ ਕੱਚਾ ਫਲ ਖਾ ਲਓ ਜਾਂ ਤੋੜ ਲਓ ਤੇ ਉਹ ਖਾਣ ਦੇ ਲਾਇਕ ਨਹੀਂ ਰਹਿੰਦਾ, ਤੁਸੀਂ ਉਹਨੂੰ ਖਾ ਨਹੀਂ ਸਕਦੇ ਜਦ ਤੱਕ ਉਹ ਫਲ ਪੱਕ ਨਹੀਂ ਜਾਂਦਾ। ਤੇ ਪੱਕਣ ਵਾਸਤੇ
ਉਹਨੂੰ ਉਹਦੀ ਮਿਆਦ ਚਾਹੀਦੀ ਆ ਤੇ ਉਹਨੂੰ ਲੋੜੀਂਦੀ ਧੁੱਪ ਛਾਂ ਪਾਣੀ ਹਵਾ ਜਿਹੜੀ ਆ ਉਹ ਚਾਹੀਦੀ, ਸਾਰੀਆਂ ਚੀਜ਼ਾਂ ਦੀ ਉਹ ਜ਼ਰੂਰਤ ਹੈ। ਸਾਰੀ ਚੀਜ਼ਾਂ ਚਾਹੀਦੀਆਂ। ਹਾਂਜੀ। ਤੇ ਓਨੀ ਦੇਰ ਉਸ ਫਲ ਨੂੰ ਦਰਖਤ ਦੇ ਨਾਲ ਜੁੜਿਆ ਰਹਿਣਾ ਪੈਂਦਾ ਜਿੰਨੀ ਦੇਰ ਤੱਕ ਉਹਦੇ ਵਿੱਚ ਰਸ ਨਾ ਆ ਜਾਏ। ਜੀ ਬਿਲਕੁਲ। ਪਰ ਸਾਡਾ ਕੰਮ ਆ ਅਸੀਂ ਫਟਾਫਟ ਜਿਹੜੇ ਆ ਉਹ ਰਸ ਨੂੰ ਚਾਹੁੰਦੇ ਆ, ਪਰ ਉਸ ਅਕਾਲ ਪੁਰਖ ਵਾਹਿਗੁਰੂ ਦੇ ਭਾਣੇ ਦੇ ਵਿੱਚ ਰਹਿ ਕੇ ਜਿਹੜੀ ਸਾਨੂੰ ਉਹ ਸਿੱਖਿਆ ਦਿੱਤੀ ਆ ਅਸੀਂ ਉਹ ਕਰਮ ਨਹੀਂ ਕਮਾਉਂਦੇ। ਬਿਲਕੁਲ ਜੀ। ਜਦ ਤੱਕ ਉਹ ਕਰਮ ਨਹੀਂ ਕਮਾਵਾਂਗੇ, ਜੀ ਜਿੱਦਾਂ ਤੁਸੀਂ ਕਿਹਾ ਕਿ ਗੁਰਬਾਣੀ ਦੇ ਵਿੱਚ ਆ ਤੁਕਾਂ ਲਿਖੀਆਂ ਆ, ਹਾਂਜੀ, ਬਿਲਕੁਲ। ਤੇ ਜਦ ਤੱਕ ਉਹ ਤੁਕਾਂ ਨੂੰ ਅਸੀਂ ਕਮਾਵਾਂਗੇ ਨਹੀਂ ਜੀ ਉਦ ਤੱਕ ਸਾਨੂੰ ਰਸ ਨਹੀਂ ਮਿਲ ਸਕਦਾ। ਉਦ ਤੱਕ ਉਹ ਗੱਲ ਜਿਹੜੀ ਆ ਤੂੰ ਹੀ ਤੂੰ ਵਾਲੀ ਉਹ ਸਾਡੀ ਸਮਝ ਨਹੀਂ ਆ ਸਾਡੀ ਸਕਦੀ। ਸਮਝ ਵਿੱਚ ਨਹੀਂ ਆਏਗੀ। ਅਸੀਂ ਤੂੰ ਹੀ ਤੂੰ ਭਾਵੇਂ ਕਹੀ ਵੀ ਜਾਈਏ, ਬਿਲਕੁਲ ਜੀ। ਸੁਣੀ ਵੀ ਜਾਈਏ, ਬਿਲਕੁਲ ਜੀ। ਪਰ ਉਹ ਗੱਲ ਸਾਡੀ ਸਮਝ ਨਹੀਂ ਆ ਸਕਦੀ ਜਦ ਤੱਕ ਅਸੀਂ ਹਾਰ ਪਰਿਓ ਸੁਆਮੀ ਕੇ ਦੁਆਰਾ ਦੀਜੇ ਦੀਜੇ ਬੁੱਧ ਬੁੱਧ ਬਵੇਕਾ ਦੀ ਗੱਲ ਤੇ ਨਹੀਂ ਆਉਂਦੇ। ਅਰੇ ਜਦ ਤੱਕ ਉਹਦੇ ਮੂਹਰੇ ਸਿਲੰਡਰ ਨਹੀਂ ਕਰ ਦਿੰਦੇ। ਬਿਲਕੁਲ ਜੀ। ਅਰ ਮੈਂ ਇੱਥੇ ਇੱਕ ਗੱਲ ਹੋਰ ਵੀ ਕਹਿਣੀ ਚਾਹਾਂਗਾ, ਜਿਵੇਂ ਭਾਈ ਗੁਰਦਿਆਲ ਸਿੰਘ ਹੁਣੀ ਜ਼ਿਕਰ ਕਰ ਰਹੇ ਨੇ ਵੀ ਅੱਜ ਵਰਲਡ ਦਾ ਅੱਤ ਦਾ ਅਮੀਰ ਬੰਦਾ ਵੀ ਕਿਉਂ ਨਾ ਹੋਵੇ, ਉਹ ਇਹ ਨਹੀਂ ਚਾਹੇਗਾ ਵੀ ਮੇਰਾ ਬੱਚਾ ਨਾ ਪੜ੍ਹੇ। ਜੇ ਆਪਾਂ ਉਹਨੂੰ ਕਹੀਏ ਵੀ ਤੇਰੇ ਕੋਲ ਇੰਨੀ ਮਾਇਆ ਹੈ ਤੇ ਤੂੰ ਆਪਦੇ ਬੱਚੇ ਨੂੰ ਕਿਉਂ ਆਪਦੇ ਤੋਂ ਦੂਰ ਕਰਨਾ ਹੈ, ਵਿਛੋੜਨਾ ਹੈ, 24 ਘੰਟੇ ਕੋਲ ਰੱਖਿਆ ਕਰ, ਤੂੰ ਇੰਨਾ ਪਿਆਰ ਕਰਨਾ ਇਹਨੂੰ, ਉਹ ਫਿਰ ਵੀ ਕਹੇਗਾ ਵੀ ਨਹੀਂ, ਮੈਂ ਇਹ ਚਾਹੁੰਨਾ, ਮੈਂ ਪਿਆਰ ਵੀ ਇਹਨੂੰ ਬਹੁਤ ਕਰਨਾ, ਪਰ ਮੇਰਾ ਬੱਚਾ ਐਜੂਕੇਟਡ ਜ਼ਰੂਰ ਹੋਵੇ, ਮੈਂ ਇਹਨੂੰ ਸਕੂਲ ਤੇ ਭੇਜਾਂਗਾ ਹੀ ਭੇਜਾਂਗਾ। ਇੱਥੇ ਆ ਕੇ ਅਸੀਂ ਮਾਰ ਖਾ ਗਏ ਆ। ਅਸੀਂ ਕਹਿੰਦੇ ਆ ਵੀ ਨਹੀਂ ਨਹੀਂ ਨਹੀਂ, ਮੇਰੇ ਕੋਲ ਪੈਸੇ ਇੰਨੇ ਨੇ, ਗੁਰਬਾਣੀ ਕੇਵਲ ਗ੍ਰੰਥ ਹੀ ਪੜ੍ਹੇਗਾ, ਮੈਂ ਅਖੰਡ ਪਾਠ ਸਾਹਿਬ ਕਰਾ ਸਕਦਾ, ਮੈਂ ਸੁਖਮਨੀ ਸਾਹਿਬ ਕਰਵਾ ਸਕਦਾ, ਪਰ ਮੈਂ ਆਪ ਨਹੀਂ ਕੁਝ ਕਰਨਾ। ਖਿਆਲ ਕਰਿਓ, ਆਪਾਂ ਨੂੰ ਆਪ ਵਿਦਿਆਰਥੀ ਬਣਨਾ ਪੈਣਾ, ਗੁਰਬਾਣੀ ਨੂੰ ਪੜ੍ਹਨਾ ਪੈਣਾ, ਵਿਚਾਰਨਾ ਪੈਣਾ, ਜੀਵਨ 'ਚ ਢਾਲਣਾ ਪੈਣਾ। ਅਸਲ 'ਚ ਗੁਰਬਾਣੀ ਦਾ ਕਨਸੈਪਟ ਹੀ ਤਾਂ ਸਮਝ ਵਿੱਚ ਆਏਗਾ। ਨਹੀਂ ਤੇ ਜਿਹੜੀ ਅੱਜ ਖੱਜਲ ਖੁਆਰੀ ਹੋ ਰਹੀ ਹੈ, ਜਿਹੜਾ ਤੂੰ ਹੀ ਤੂੰ ਦੀ ਵਿਚਾਰਧਾਰਾ ਹੈ, ਰਸਨਾ ਜਪਤੀ ਤੂੰ ਹੀ, ਜੇ ਇਹ ਸਾਨੂੰ ਵਿਸਰਿਆ, ਉਹਦਾ ਕਾਰਨ ਹੀ ਇਹ ਹੈ ਵੀ ਅਸੀਂ ਕੇਵਲ ਸ਼ਾਰਟਕਟ ਭਾਲਣ ਲੱਗ ਪਏ ਆ ਵੀ ਗ੍ਰੰਥੀ ਸਿੰਘ ਨੂੰ ਚੰਦ ਪੈਸੇ ਦਿੱਤੇ, ਲੈ ਭਲਿਆ ਤੂੰ ਅਖੰਡ ਪਾਠ ਸਾਹਿਬ ਕਰ ਦੇ, ਤੂੰ ਮੇਰੀ ਅਰਦਾਸ ਕਰ ਦੇ। ਸਤਿਗੁਰੂ ਕਹਿਣ ਲੱਗੇ ਨਹੀਂ, ਜੇ ਤੇਰੇ ਜੀਵਨ ਦੇ ਵਿੱਚ ਹੀ ਕੁਝ ਨਹੀਂ ਆਇਆ ਤੇ ਉਦੋਂ ਤੱਕ ਤੇਰੀਆਂ ਅਰਦਾਸਾਂ ਦੇ ਨਾਲ ਜਾਂ ਤੇਰੀ ਕੀਤੀ ਹੋਰ ਕਿਸੇ ਵੀ ਕਿਰਿਆ ਦੇ ਨਾਲ ਇਹ ਜਿਹੜੀ ਸਿੱਖ ਵਿਚਾਰਧਾਰਾ ਹੈ, ਨਵੇਕਲੀ ਜੀਵਨ ਜਾਂਚ ਹੈ ਜਾਂ ਅੰਮ੍ਰਿਤਮਈ ਜੀਵਨ ਜਾਂਚ ਹੈ, ਇਹ ਤੈਨੂੰ ਨਹੀਂ ਪ੍ਰਾਪਤ ਹੋਏਗੀ। ਤੇ ਜੇ ਅਸੀਂ ਜਿੱਦਾਂ ਹੁਣ ਕਿੱਡਾ ਸੋਹਣਾ ਕਨਸੈਪਟ ਦਿੱਤਾ ਗੁਰੂ ਸਾਹਿਬ ਨੇ, ਰਾਮ ਕੀ ਬਾਂਦੀ ਭਗਤ ਛਡਾਵੇ, ਭਗਤ ਕੀ ਬਾਂਦੀ ਬੰਦੇ ਭਗਤ ਨਾ ਛੂਟੈ ਛੋਟੇ ਮੋਹੇ। ਤੇ ਭਗਤਾਂ ਦੇ ਕਿਹਾ ਹੋਇਆ ਬਚਨ ਅਕਾਲ ਪੁਰਖ ਵਾਹਿਗੁਰੂ ਜਿਹੜਾ ਆ ਉਹ ਵੀ ਨਹੀਂ ਟਾਲ ਸਕਦਾ। ਬਿਲਕੁਲ ਜੀ। ਪਰ ਉਸ ਅਵਸਥਾ ਤੱਕ ਪਹੁੰਚਣ ਵਾਸਤੇ ਜੀ ਉਸ ਭਗਤ ਨੂੰ ਆਪਣੇ ਸਰੀਰ ਦਾ ਇੱਕ ਇੱਕ ਅੰਗ, ਸਰੀਰ ਦਾ ਇੱਕ ਇੱਕ ਕਰਮ ਜਿਹੜਾ ਆ ਉਹ ਤੂੰ ਹੀ ਤੂੰ ਦੇ ਨਾਲ ਜੋੜਨਾ ਪਵੇਗਾ। ਬਿਲਕੁਲ ਜੀ। ਜਦੋਂ ਉਹਦੇ ਸਰੀਰ ਦੇ ਹਰ ਅੰਗ ਦੇ ਵਿੱਚੋਂ ਸਿਰਫ ਇਹੀ ਆਵਾਜ਼ ਆਉਣ ਲੱਗ ਪਵੇ, ਤੂੰ ਹੀ ਤੂੰ, ਤੇ ਤੋਂ ਬਗੈਰ ਹੋਰ ਕੁਝ ਨਹੀਂ। ਬਿਲਕੁਲ ਜੀ। ਤੇ ਅੱਜ ਤਾਂ ਅਸੀਂ ਐਸੇ ਜਾਲ ਦੇ ਵਿੱਚ ਫਸੇ ਆ, ਅਸੀਂ ਅਕਾਲ ਪੁਰਖ ਵਾਹਿਗੁਰੂ ਨੂੰ ਵੀ ਕਹੀ ਜਾਂਦੇ ਤੂੰ ਹੀ ਤੂੰ ਆ, ਤੇ ਤੋਂ ਬਗੈਰ ਹੋਰ ਕੁਝ ਨਹੀਂ। ਜੀ। ਤੇ ਉਧਰੋਂ ਆਪਣੇ ਭੈਣ ਨੂੰ ਵੀ, ਭਰਾ ਨੂੰ ਵੀ, ਰਿਸ਼ਤੇਦਾਰਾਂ ਨੂੰ ਵੀ, ਸੱਜਣਾ ਮਿੱਤਰਾਂ ਨੂੰ ਵੀ, ਤੇ ਸ਼ਰਾਬ ਦੀ ਬੋਤਲ ਨੂੰ ਵੀ ਕਹਿੰਦੇ ਵੀ ਤੇ ਤੋਂ ਬਗੈਰ ਗੁਜ਼ਾਰਾ ਗੁਜ਼ਾਰਾ ਕੋਈ। ਜੀ। ਜਦੋਂ ਤੂੰ ਮੇਰੇ ਅੰਦਰ ਜਾਨੀ ਆ ਤਾਂ ਹੀ ਮੈਨੂੰ ਥੋੜੀ ਬਿਲਕੁਲ ਜੀ। ਸਕੂਨ ਮਿਲਦਾ। ਇੱਥੇ ਤੱਕ ਕਹਿੰਦੇ ਆ ਵੀ ਜਦੋਂ ਸ਼ਰਾਬ ਜਾਂ ਕੋਈ ਨਸ਼ਾ ਪੀਣ ਵਾਲੇ ਇਹ ਕਹਿੰਦੇ ਆ ਵੀ ਜਦੋਂ ਮੈਂ ਨਸ਼ਾ ਪੀ ਲੈਣਾ ਤੇ ਮੈਨੂੰ ਥੋੜਾ ਜਿਹਾ ਸਕੂਨ ਮਿਲਦਾ। ਜੀ ਬਿਲਕੁਲ। ਇਹ ਜਿਹੜੀ ਅੱਗ ਲੱਗੀ ਆ ਅੰਦਰ, ਜੀ ਉਹਨੂੰ ਸਕੂਨ ਤਾਂ ਘੜੀ ਦੀ ਘੜੀ ਉਹਦਾ ਜਿਹੜਾ ਦਿਮਾਗ ਆ, ਸੋਚਣ ਸ਼ਕਤੀ ਉਹ ਖਤਮ ਹੋ ਜਾਂਦੀ ਆ। ਜੀ। ਪਰ ਜੇ ਤੁਸੀਂ ਕਹੋ ਉਹਨੂੰ ਆਤਮਿਕ ਤੌਰ ਤੇ ਸਕੂਨ ਮਿਲ ਜਾਂਦਾ ਤੇ ਇਹ ਤਾਂ ਹੋ ਨਹੀਂ ਸਕਦਾ। ਪਰ ਅਸੀਂ ਲੋਕ ਉੱਥੇ ਤੱਕ ਸੀਮਿਤ ਰਹਿ ਗਏ ਆ ਕਿ ਘੜੀ ਦੀ ਘੜੀ ਜਿਹੜਾ ਉਹ ਨਸ਼ਾ ਖਾ ਕੇ, ਨਸ਼ਾ ਵਰਤ ਕੇ, ਆਪਣਾ ਦਿਮਾਗ ਸੁੰਨ ਕਰਕੇ ਉਹਨੂੰ ਹੀ ਸਮਝੀ ਬੈਠੇ ਆ ਕਿ ਸਕੂਨ ਆ ਗਿਆ। ਪਰ ਅਸਲ ਤਾਂ ਜਦੋਂ ਸਕੂਨ ਆ ਗਿਆ ਉਦੋਂ ਅੱਗ ਲੱਗਦੀ ਨਹੀਂ। ਉਦੋਂ ਤਾਂ ਤਤੀ ਤਵੀ ਤੇ ਬਹਿ ਕੇ ਵੀ ਗੁਰੂ ਸਾਹਿਬ ਕਹਿੰਦੇ ਆ ਮੈਂ ਤਾਂ ਸ਼ਾਂਤ ਆ, ਮੈਂ ਤਾਂ ਆਨੰਦ ਆ। ਉਦੋਂ ਤਾਂ ਖੋਪੜੀ ਲੈ ਜਾਂਦੀ ਆ ਤੇ ਫੇਰ ਵੀ ਆਨੰਦ ਵਿੱਚ ਗੁਰੂ ਸਿੰਘ ਸਾਹਿਬ ਬੈਠੇ ਰਹਿੰਦੇ ਆ। ਉਦੋਂ ਤਾਂ ਬੰਦ ਕੱਟਿਆ ਜਾਂਦਾ, ਮੋਚਣੇ ਦੇ ਨਾਲ ਮੋਚਿਆ ਜਾਂਦਾ, ਤੇ ਤਾਂ ਵੀ ਉਹ ਜਿਹੜੇ ਗੁਰਸਿੱਖ ਆ ਉਹ ਕਹਿੰਦੇ ਆ ਤੂੰ ਹੀ ਤੂੰ, ਤੇ ਤੋਂ ਬਗੈਰ ਹੋਰ ਕੁਛ ਨਹੀਂ। ਉਸ ਅਵਸਥਾ ਦੇ ਵਿੱਚ ਜਾਣ ਦੇ, ਉਹ ਨਸ਼ੇ ਦੇ ਵਿੱਚ ਜੀ, ਉਹ ਜਿਹੜਾ ਅੰਮ੍ਰਿਤ ਭਰੀ ਨਸ਼ਾ ਆ, ਜਦੋਂ ਤੁਹਾਨੂੰ ਉਹ ਪ੍ਰਾਪਤ ਹੋ ਜਾਂਦਾ, ਉਹਦੀ ਇੱਕ ਬੂੰਦ ਪ੍ਰਾਪਤ ਹੋ ਜਾਂਦੀ ਆ, ਤੇ ਸਾਰੇ ਦੁਨੀਆ ਦੇ ਨਸ਼ੇ ਜਿਹੜੇ ਆ ਉਹ ਖਤਮ ਹੋ ਜਾਂਦੇ ਆ, ਤੇ ਉਸ ਬੰਦੇ ਨੂੰ ਦੁਬਾਰਾ ਨਸ਼ੇ ਦੀ ਲੋੜ ਨਹੀਂ ਪੈਂਦੀ। ਜੀ ਬਿਲਕੁਲ। ਆ ਜਿਹੜਾ ਨਸ਼ਾ ਜਿਹੜਾ ਸਾਡੇ ਲੋਕ ਵਰਤਦੇ ਆ ਜਾਂ ਸਾਡੇ ਲੋਕ ਕਰਦੇ ਆ, ਜਿਹਦੇ ਵਿੱਚ ਸਿੱਖ ਕੌਮ ਅੱਜ ਸਭ ਤੋਂ ਜ਼ਿਆਦਾ ਗਿਰੀ ਪਈ ਆ, ਇਹ ਨਸ਼ਾ ਤਾਂ ਉਤਰ ਜਾਂਦਾ ਤੇ ਦੁਬਾਰਾ ਫੇਰ ਵਰਤਣਾ ਪੈਂਦਾ। ਬਿਲਕੁਲ ਜੀ। ਤੇ ਜੇ ਉਤਰ ਜਾਂਦਾ ਦੁਬਾਰਾ ਫੇਰ ਵਰਤਣਾ ਪੈਂਦਾ। ਸਾਰੇ ਤੇ ਸਾਰੇ ਜੀਵਨ ਦੇ ਜਿੰਨੇ ਕਾਰਜ ਹੈਗੇ ਸਾਰੇ ਦੇ ਸਾਰੇ ਉਹਦੇ ਵਿੱਚ ਗਰਕ ਹੋਈ ਜਾ ਰਹੇ। ਬਿਲਕੁਲ ਜੀ।
ਕੋਈ ਉਹਦਾ ਪਰਿਵਾਰਕ ਜੀਵਨ ਨਹੀਂ ਰਹਿ ਜਾਂਦਾ, ਕੋਈ ਉਹਦਾ ਸਮਾਜਿਕ ਜੀਵਨ ਨਹੀਂ ਰਹਿ ਜਾਂਦਾ, ਕੋਈ ਧਾਰਮਿਕ ਜੀਵਨ ਨਹੀਂ ਰਹਿ ਜਾਂਦਾ, ਆਪਣਾ ਜੀਵਨ ਸਾਰਾ ਜੀਵਨ ਉਹਦੇ ਵਿੱਚ ਖਤਮ ਹੋ ਜਾਂਦਾ। ਬਿਲਕੁਲ ਜੀ। ਤੇ ਜੇ ਜੀਵਨ ਖਤਮ ਹੋ ਗਿਆ ਤਾਂ ਜੀਵਨ ਦਾ ਜਿਹੜਾ ਮਨੋਰਥ ਆ ਜੀ, ਜਿਸ ਮਕਸਦ ਲਈ ਜਨਮ ਲਿਆ ਲਿਆ ਜਾਂ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਤੇ ਕਿਰਪਾ ਕਰਕੇ ਸਾਨੂੰ ਦਿੱਤਾ। ਬਖਸ਼ਿਸ਼ ਆਪਾਂ ਕਿਹੜਾ ਪੈਸੇ ਦੇ ਕੇ ਲਿਆ? ਹਾਂਜੀ ਬਿਲਕੁਲ ਜੀ। ਲਿਆ ਉਹ ਉਹਦਾ ਜਿਹੜਾ ਆਪਾਂ ਕੋਈ ਚੀਜ਼ ਦੇ ਕੇ ਉਹਦੇ ਵਿੱਚ ਲਿਆ। ਹਾਂ, ਸਤਿਗੁਰੂ ਨੇ ਚਲੋ ਜੋ ਕਿਰਪਾ ਕੀਤੀ ਉਹਨੇ ਕਿਰਪਾ ਕਰਕੇ ਸਾਨੂੰ ਦਿੱਤਾ, ਤੇ ਕਿਰਪਾ ਕਰਕੇ ਦਿੱਤਾ ਤੇ ਅਸੀਂ ਉਹਦੀ ਕਿਰਪਾ ਨੂੰ ਵੀ ਆਪਣਾ ਉਦਾਂ ਹੀ ਸਮਝ ਜਾਂਦੇ ਆ। ਇਹ ਨਹੀਂ ਕਹਿੰਦੇ ਵੀ ਜੋ ਕੁਝ ਕੀਤਾ ਤੂੰ ਹੀ ਤੂੰ ਤੇਰਾ ਹੀ ਸ਼ੁਕਰ ਹੈ, ਪਰ ਉਹ ਸ਼ੁਕਰ ਤੋਂ ਅਸੀਂ ਵਾਂਝੇ ਰਹਿ ਜਾਂਦੇ ਆ। ਅਸੀਂ ਹੁਣ ਬ੍ਰੇਕ ਤੋਂ ਬਾਅਦ ਆਪ ਜੀ ਦੇ ਨਾਲ ਵਿਚਾਰ ਇਸੇ ਤਰੀਕੇ ਨਾਲ ਸਾਂਝੇ ਰੱਖਾਂਗੇ। ਤੂੰ ਹੀ ਤੂੰ ਦੇ ਇਸ ਪ੍ਰੋਗਰਾਮ ਦੇ ਦੂਸਰੇ ਭਾਗ ਦੇ ਵਿੱਚ ਆਪ ਜੀ ਦਾ ਸਵਾਗਤ ਕੀਤਾ ਜਾਂਦਾ ਹੈ। ਔਰ ਜੋ ਅਸੀਂ ਵਿਚਾਰ ਕਰ ਰਹੇ ਸੀ ਕਿ ਹਰ ਇਨਸਾਨ ਜਿਹੜਾ ਹੈ, ਕਿਉਂਕਿ ਦੁਨੀਆ ਦੀਆਂ ਵਿੱਚ ਇੰਨੀਆਂ ਪ੍ਰੋਬਲਮਾਂ ਹਨ, ਸਵੇਰ ਤੋਂ ਲਾ ਕੇ ਸ਼ਾਮ ਤੱਕ ਪਤਾ ਨਹੀਂ ਕਿੰਨੀਆਂ ਪ੍ਰੋਬਲਮਾਂ ਆਉਂਦੀਆਂ ਹਨ, ਕਿੰਨੀਆਂ ਮੁਸ਼ਕਲਾਂ ਆਉਂਦੀਆਂ ਹਨ, ਤੇ ਬੰਦਾ ਉਹਦੇ ਨਾਲ ਜੂਝਦਾ ਹੈ। ਪਰ ਗੁਰੂ ਸਾਹਿਬਾਂ ਨੇ ਉਸ ਪ੍ਰੋਬਲਮ ਦੇ ਨਾਲ ਜੂਝਣ ਵਾਸਤੇ ਸਾਨੂੰ ਗੁਰਬਾਣੀ ਦਾ ਆਸਰਾ ਲੈਣ ਲਈ ਪ੍ਰੇਰਿਤ ਕੀਤਾ ਸੀ। ਪਰ ਅਸੀਂ ਜਿਹੜਾ ਹੈ ਗੁਰਬਾਣੀ ਦਾ ਆਸਰਾ ਘੱਟ ਲੈਂਦੇ ਹਾਂ, ਤੇ ਜਿਹੜੇ ਨਸ਼ਿਆਂ ਦਾ ਆਸਰਾ ਹੈ ਉਹ ਜ਼ਿਆਦਾ ਟੋਲਦੇ ਹਾਂ। ਔਰ ਅਖੀਰ ਵਿੱਚ ਹੁੰਦਾ ਉਹ ਆ ਕਿ ਉਹ ਜਿਹੜਾ ਨਸ਼ਾ ਅੱਜ ਅਸੀਂ ਆਪਣੀ ਮੁਸ਼ਕਲ ਨੂੰ, ਪ੍ਰੋਬਲਮ ਨੂੰ ਹੱਲ ਕਰਨ ਵਾਸਤੇ ਵਰਤਦੇ ਹਾਂ, ਕਿਸੇ ਦਿਨ ਉਹ ਨਸ਼ੇ ਦੇ ਅਸੀਂ ਇੰਨੇ ਆਦੀ ਹੋ ਜਾਂਦੇ ਹਾਂ ਕਿ ਸਾਡੀ ਆਪਣੀ ਸੋਚਣੀ, ਸਾਡੇ ਆਪਣੇ ਵਿਚਾਰ ਕੁਝ ਵੀ ਨਹੀਂ ਰਹਿ ਜਾਂਦੇ, ਤੇ ਸਾਡੀਆਂ ਜਿਹੜੀਆਂ ਮੁਸ਼ਕਲਾਂ ਆ ਉਹ ਜਿਹੜੀਆਂ ਬਹੁਤ ਜ਼ਿਆਦਾ ਹੋਰ ਵੱਧ ਜਾਂਦੀਆਂ ਆ। ਔਰ ਇਹ ਨਸ਼ੇ ਜਿਹੜੇ ਆ ਸਾਨੂੰ ਹਰ ਰੋਜ਼ ਆਪਣੀ ਮੁਸ਼ਕਲ ਨੂੰ ਖਤਮ ਕਰਨ ਲਈ ਜਾਂ ਆਪਣੀ ਸੋਚਣੀ ਨੂੰ ਖਤਮ ਕਰਨ ਲਈ ਹਰ ਰੋਜ਼ ਵਰਤਣੇ ਪੈਂਦੇ ਆ। ਇਹਦੇ ਵਿੱਚ ਅਸੀਂ ਆਪਣਾ ਸਾਰੇ ਦਾ ਸਾਰਾ ਜੀਵਨ ਜਿਹੜਾ ਆ ਉਹ ਵਿਅਰਥ ਗਵਾ ਲੈਂਦੇ ਆ, ਖਤਮ ਕਰ ਲੈਂਦੇ ਆ, ਤੇ ਜੀਵਨ ਦਾ ਮਨੋਰਥ ਆ ਉਹ ਵੀ ਉਹਦੇ ਵਿੱਚ ਹੀ ਖਤਮ ਹੋ ਕੇ ਰਹਿ ਜਾਂਦਾ। ਸਾਡਾ ਕੋਈ ਜੀਵਨ ਨਹੀਂ ਰਹਿ ਜਾਂਦਾ, ਸਾਡੀ ਕੋਈ ਸੋਚਣੀ ਨਹੀਂ ਰਹਿ ਜਾਂਦੀ। ਫਿਰ ਅਸੀਂ ਉਸ ਚੀਜ਼ ਨੂੰ ਸਿੱਟਦੇ ਆ ਕਿ ਇਹ ਜਿਹੜਾ ਫਲਾਣੇ ਬੰਦੇ ਨੇ ਕੀਤਾ, ਫਲਾਣੀ ਜਥੇਬੰਦੀ ਨੇ ਕਰਤਾ, ਫਲਾਣੀ ਸੰਸਥਾ ਨੇ ਕਰਤਾ। ਪਰ ਉਸ ਤੋਂ ਪਹਿਲਾਂ ਅਸੀਂ ਮਾੜਾ ਜਿਹਾ ਇਹ ਨਹੀਂ ਸੋਚਦੇ ਕਿ ਉਸ ਪਾਸੇ ਨੂੰ ਕਦਮ ਜਿਹੜਾ ਆ ਉਹ ਪਹਿਲਾਂ ਮੈਂ ਪੱਟਿਆ। ਬਿਲਕੁਲ ਬਿਲਕੁਲ ਜੀ। ਜਦੋਂ ਤੱਕ ਇਨਸਾਨ ਦੀ ਅਵਧੀ ਵਿੱਚ ਸ਼ਮੂਲੀਅਤ ਨਹੀਂ ਹੋਵੇਗੀ, ਇਹ ਪਾਸਾ ਜਿਹੜਾ ਹੈ ਉਦੋਂ ਤੱਕ ਕਵਰ ਨਹੀਂ ਕੀਤਾ ਜਾ ਸਕਦਾ। ਪਰ ਫਿਰ ਵੀ ਭਾਵੇਂ ਅਸੀਂ ਕਹਿ ਲਈਏ ਕਿ ਜਿਹੜਾ ਸਾਡਾ ਦੋਸ਼ ਆ ਉਹ ਵਿੱਚ ਹੀ ਹੈਗਾ, ਪਰ ਕਿਤੇ ਨਾ ਕਿਤੇ ਜਿਹੜੇ ਸਾਡੇ ਧਾਰਮਿਕ ਬੰਦੇ ਆ ਜਿਨ੍ਹਾਂ ਨੇ ਗਾਂ ਸੇਧ ਦੇਣੀ ਹੈ ਬੱਚਿਆਂ ਨੂੰ ਜਾਂ ਕੌਮ ਨੂੰ, ਉੱਥੇ ਆ ਕੇ ਵੀ ਥੋੜ੍ਹਾ ਜਿਹਾ ਉਲਝਣ ਪੈਦਾ ਹੁੰਦੀ ਆ, ਜਿਸ ਕਾਰਨ ਕਰਕੇ ਜਿਹੜੀ ਸਾਡੀ ਕੌਮ ਦੀ ਪਨੇਰੀ ਆ ਜਾਂ ਜਿਹੜਾ ਸਾਡਾ ਸਮਾਜ ਆ ਉਹ ਧੁੰਦਲਾ ਹੋ ਰਿਹਾ। ਜਿੱਦਾਂ ਗੁਰੂ ਸਾਹਿਬਾਂ ਦੇ ਸਮੇਂ ਦੇ ਵਿੱਚ ਉਹਨਾਂ ਨੇ ਕਿਹਾ ਸੀਗਾ ਵੀ ਜਿਨ੍ਹਾਂ ਸਿੱਧਾਂ ਨੇ, ਯੋਗੀਆਂ ਨੇ ਸੰਸਾਰ ਨੂੰ ਸੇਧ ਦੇਣੀ ਸੀ, ਉਹ ਤਾਂ ਸੰਸਾਰ ਛੱਡ ਕੇ ਆਪ ਜਾ ਕੇ ਜੰਗਲਾਂ ਦੇ ਵਿੱਚ ਬਹਿ ਗਏ। ਬਿਲਕੁਲ ਜੀ। ਤਾਂ ਗੁਰੂ ਸਾਹਿਬਾਂ ਨੂੰ ਉਹਨਾਂ ਕੋਲ ਪਹੁੰਚਣਾ ਪਿਆ ਵੀ ਜਿਹੜੇ ਕੰਮ ਵਾਸਤੇ ਤੁਹਾਨੂੰ ਸੋਝੀ ਮਿਲੀ ਜਾਂ ਜਿੱਥੋਂ ਤੁਹਾਨੂੰ ਸੋਝੀ ਮਿਲੀ, ਤੁਸੀਂ ਤਾਂ ਉਹ ਸੋਝੀ ਜਾਂ ਅੰਮ੍ਰਿਤ ਜਿਹੜਾ ਹੈ ਦੁਨੀਆ ਵਿੱਚ ਵੰਡਣਾ ਸੀ, ਤੇ ਤੁਸੀਂ ਦੁਨੀਆ ਛੱਡ ਕੇ ਜਾ ਕੇ ਉੱਥੇ ਜਾ ਕੇ ਬਹਿ ਗਏ। ਤੁਸੀਂ ਉਹਨੂੰ ਫਿਰ ਕਹਿਤਾ ਅਸੀਂ ਗ੍ਰਸਤ ਤੇ ਆ ਦਿੱਤਾ, ਤੇ ਗ੍ਰਸਤ ਵਿੱਚੋਂ ਤਾਂ ਤੁਸੀਂ ਪੈਦਾ ਹੋਏ ਆ। ਬਿਲਕੁਲ ਜੀ। ਜੇ ਗ੍ਰਸਤ ਨਾ ਹੁੰਦਾ ਤਾਂ ਤੁਸੀਂ ਪੈਦਾ ਨਾ ਹੁੰਦੇ, ਤੇ ਜੇ ਤੁਸੀਂ ਪੈਦਾ ਹੋ ਗਿਆ, ਅਕਾਲ ਪੁਰਖ ਵਾਹਿਗੁਰੂ ਤੁਹਾਨੂੰ ਸੋਝੀ ਮਿਲ ਗਈ ਆ, ਤੇ ਤੁਸੀਂ ਆਪਣੀ ਉਹ ਸੋਝੀ ਲੈ ਕੇ ਜੰਗਲਾਂ ਵਿੱਚ ਜਾ ਕੇ ਬਹਿ ਗਏ। ਤੇ ਹੁਣ ਉਹ ਗ੍ਰਸਤ ਨੂੰ, ਉਸ ਨੂੰ ਤੁਸੀਂ ਗਾਲਾਂ ਕੱਢਦੇ ਆ। ਉਹ ਗ੍ਰਸਤ ਚੰਗਾ ਨਹੀਂ, ਉਹ ਮਾੜਾ ਆ, ਔਰਤ ਨੂੰ ਗਾਲਾਂ ਕੱਢਦੇ, ਵੱਧ ਘੱਟ ਬੋਲਦੇ ਆ ਤੁਸੀਂ। ਬਿਲਕੁਲ ਜੀ। ਜੇ ਜਦੋਂ ਕਿ ਉਹ ਔਰਤ ਨੇ ਹੀ ਤੁਹਾਨੂੰ ਜਨਮ ਦਿੱਤਾ, ਉਹ ਔਰਤ ਨੇ ਹੀ ਤੁਹਾਡੀ ਪਰਵਰਿਸ਼ ਕੀਤੀ, ਉਸ ਔਰਤ ਨੇ ਹੀ ਤੁਹਾਨੂੰ ਦੁੱਧ ਪਿਲਾਇਆ, ਤੇ ਤਾਂ ਤੁਸੀਂ ਉਸ ਬੋਲਣ ਦੇ ਕਾਬਿਲ ਹੋਏ। ਬਿਲਕੁਲ ਜੀ। ਪਰ ਅੱਜ ਦੇ ਸਮੇਂ ਦੇ ਵਿੱਚ ਜੇ ਅਸੀਂ ਸੋਚੀਏ ਕਿ ਜਿਹੜੀ ਸਾਡੀ ਉਹ ਸ਼੍ਰੇਣੀ ਆ, ਜਿਹੜੇ ਉਹ ਸਾਧੂ ਸੰਤ ਮਹਾਤਮਾ ਤਾਂ ਨਹੀਂ ਕਿ ਜਿਹੜੇ ਉਹ ਜੰਗਲਾਂ ਵਿੱਚ ਚਲ ਗਏ ਜੀ, ਪਰ ਅੱਜ ਕੱਲ੍ਹ ਤਾਂ ਮੇਰੇ ਖਿਆਲ ਦੇ ਵਿੱਚ ਉਹ ਜੰਗਲਾਂ ਨੂੰ ਛੱਡ ਕੇ ਸਾਡੇ ਜਿਹੜੇ ਗੁਰਦੁਆਰਾ ਸਾਹਿਬ ਆ, ਸਾਡੇ ਜਿਹੜੇ ਮੰਦਿਰ ਆ, ਸਾਡੇ ਜਿਹੜੀਆਂ ਮਸੀਤਾਂ ਉਹਨਾਂ ਵਿੱਚ ਹੀ ਬਹਿ ਕੇ ਉਹ ਸੋਝੀ ਦੇਣ ਦੀ ਬਜਾਏ ਹੋਰ ਕੁਝ ਵੀ ਗਲਤ ਕੰਮ ਕਰ ਰਿਹਾ, ਜਿਸ ਤੋਂ ਸਾਡੀ ਜਿਹੜੀ ਆਉਣ ਵਾਲੀ ਪੀੜ੍ਹੀ ਆ ਉਹਨਾਂ ਨੂੰ ਉਹ ਰੋਸ਼ਨੀ ਨਹੀਂ ਮਿਲ ਰਹੀ। ਜੀ ਬਿਲਕੁਲ। ਜਿਹਨੂੰ ਰੋਸ਼ਨੀ ਲੈ ਕੇ ਹੁਣ ਕਈ ਵਾਰੀ ਦੇਖਣ ਵਿੱਚ ਆਉਂਦਾ ਇਹ ਫਲਾਣੇ ਬਾਬਾ ਜੀ ਆ, ਹੁਣ ਗੁਰਦੁਆਰੇ ਉੱਥੇ ਮਤਲਬ 12,000 ਕਹਿੰਦੇ ਪਿੰਡ ਆ ਤੇ 14,000 ਡੇਰੇ ਆ ਸਾਡੇ ਪੰਜਾਬ ਦੇ ਵਿੱਚ। ਪਰ ਦੁੱਖ ਵਾਲੀ ਗੱਲ ਹੈ ਕਿ ਸਾਡਾ ਸਮਾਜ ਜਿਹੜਾ ਉਹ ਫੇਰ ਹਨੇਰੇ ਵਿੱਚ ਡਿੱਗ ਰਿਹਾ। ਉਹਦਾ ਕਾਰਨ ਕੀ ਆ, ਮਾੜਾ ਜਿਹਾ ਦੱਸੋ ਜੀ। ਸਭ ਤੋਂ ਪਹਿਲਾਂ ਤੇ ਮੈਂ ਜੋ ਬਚਨ ਆਪ ਜੀ ਨੇ ਕਹੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਉਹਨਾਂ ਨੂੰ ਬਕਾਇਦਾ ਲਿਖਤੀ ਰੂਪ ਦਿੱਤਾ ਹੈ। ਸਿੱਧ ਛਪ ਬੈਠੇ ਪਰਬਤੀ ਕੌਣ ਜਗਤ ਕੋ ਪਾਰ ਉਤਾਰਾ। ਜਾਂ ਜਿੱਥੇ ਜਾ ਕੇ ਇਹਨਾਂ ਸਾਧੂਆਂ ਲੋਕਾਂ ਨੇ ਜਿਹੜੇ ਅੱਜ ਕਹਿੰਦੇ ਨੇ ਸਾਡੇ ਧਰਮ ਵਿੱਚ, ਧਰਮ ਤੇ ਨਹੀਂ ਕਹਿ ਸਕਦੇ, ਡੇਰੇ ਵਿੱਚ
ਵਿਵਾਹ ਸ਼ਾਦੀ ਆਨੰਦ ਕਾਰਜ ਪ੍ਰਵਾਨ ਨਹੀਂ ਹੈਗਾ। ਹੋਏ ਅਤੀਤ ਗ੍ਰਸਤ ਤਜ, ਫਿਰ ਉਨਕੈ ਘਰ ਮੰਗਣ ਜਾਏ। ਅਸਲ ਵਿੱਚ ਜਿਨ੍ਹਾਂ ਡੇਰਿਆਂ ਨੇ ਇਹ ਗੱਲ ਕਹਿ ਦਿੱਤੀ ਹੈ ਵੀ ਅਸੀਂ ਆਨੰਦ ਕਾਰਜ ਦੇ ਵਿਰੋਧ ਵਿੱਚ ਆ, ਅਸੀਂ ਜਤੀ ਹੋ ਕੇ ਜਿਹੜਾ ਜਤ ਕਮਾ ਕੇ ਆਪਦਾ ਡੇਰਾ ਚਲਾ ਰਹੇ ਆ, ਜਤੀ ਬੰਦੇ ਨੂੰ ਰੱਬ ਛੇਤੀ ਮਿਲ ਜਾਂਦਾ ਹੈ, ਇਹ ਕਹਿ ਲਈਏ ਉਹ ਸਿੱਧੇ ਤਰੀਕੇ ਦੇ ਨਾਲ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਵਿਚਾਰਧਾਰਾ ਤੇ ਹਮਲਾ ਕਰ ਰਹੇ ਨੇ। ਕੀ ਕਹਿਣਾ ਮੰਨਣਾ ਪਵੇਗਾ ਵੀ 10 ਪਾਤਸ਼ਾਹੀਆਂ ਦੇ ਵਿੱਚੋਂ 9 ਪਾਤਸ਼ਾਹੀਆਂ ਜਿਹੜੀਆਂ ਨੇ ਆਨੰਦ ਕਾਰਜ ਨਾਲ ਜੁੜੀਆਂ ਹੋਈਆਂ ਸਨ, ਪਰਿਵਾਰ ਵਾਲੇ ਸਨ, ਗ੍ਰਸਤੀ ਸਨ, ਕਿ ਉਹਨਾਂ ਦੇ ਘਰਾਂ ਦੇ ਅੰਦਰ ਰੱਬੀ ਬਖਸ਼ਿਸ਼ ਪਰਮਾਤਮਾ ਦੀ ਕਿਰਪਾ ਨਹੀਂ ਸੀ। ਅਸਲ ਵਿੱਚ ਡੇਰੇਵਾਦ ਨੇ ਬਹੁਤ ਜ਼ਿਆਦਾ ਪੰਜਾਬ ਦਾ ਨੁਕਸਾਨ ਕੀਤਾ ਹੈ। ਮੈਂ ਥੋੜਾ ਜਿਹਾ ਪਹਿਲਾਂ ਆਪ ਜੀ ਦੇ ਪਹਿਲੇ ਸਵਾਲ ਨਾਲ ਜੁੜਨਾ ਚਾਹੁੰਦਾ ਨਸ਼ੇ ਦਾ। ਨਸ਼ਿਆਂ ਦੇ ਅੰਦਰ ਅੱਜ ਜਿੱਥੇ ਜਾ ਕੇ ਅਸੀਂ ਕਾਬਜ ਹੋਏ ਆ, ਮੈਂ ਇਹ ਕਹਿਣ ਦੇ ਵਿੱਚ ਕੋਈ ਦੋ ਰਾਵਾਂ ਨਹੀਂ ਸਮਝਦਾ ਵੀ ਪੰਜਾਬੀ ਭਾਸ਼ਾ ਦਾ 28ਵਾਂ ਅੱਖਰ ਹੈ ਬੱਬਾ। ਸਿੱਖੀ ਦੀਆਂ ਜੜ੍ਹਾਂ ਵਿੱਚ ਤੇਲ ਪਾਉਣ ਦੇ ਲਈ 5 ਬੱਬੇ ਜਿਹੜੇ ਨੇ ਉਹਨਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ, ਜਿਨ੍ਹਾਂ ਵਿੱਚੋਂ ਪਹਿਲਾ ਬੱਬਾ ਬ੍ਰਾਹਮਣਵਾਦ। ਅੱਜ ਹਰ ਇੱਕ ਰਸਮ ਬ੍ਰਾਹਮਣਵਾਦ ਨਾਲ ਟੱਚ ਕਰ ਦਿੱਤੀ ਗਈ ਹੈ। ਉਹਦੇ ਤੋਂ ਬਾਅਦ ਅਗਲਾ ਬੱਬਾ ਜਿੱਥੇ ਜਾ ਕੇ ਬੇਇਤਫਾਕੀ ਸਾਡੇ ਚ ਆਈ, ਉਹ ਬੇਇਤਫਾਕੀ ਨੇ ਹਰ ਇੱਕ ਨੂੰ ਵੰਡ ਕੇ ਰੱਖ ਦਿੱਤਾ। ਅੱਜ 4 ਸ਼੍ਰੇਣੀਆਂ। ਪਹਿਲਾ ਪ੍ਰਬੰਧਕ ਵਰਗ ਹੈ, ਉਹ ਕਹਿੰਦੇ ਨੇ ਜੇ ਅਸੀਂ ਨਾ ਹੋਈਏ ਤੇ ਸ਼ਾਇਦ ਸਿੱਖੀ ਤਾਂ ਬਚੇ ਹੀ ਨਾ। ਦੂਜਾ ਉਹਨਾਂ ਦੇ ਨਾਲ ਪ੍ਰਚਾਰਕ ਵੀਰ ਆ ਜਾਂਦਾ ਹੈ। ਪ੍ਰਚਾਰਕ ਜਿਹੜਾ ਹੈ ਉਹ ਕਹਿੰਦਾ ਜੇ ਮੈਂ ਸਿੱਖੀ ਦੀ ਗੱਲ ਨਾ ਕਰਾਂ ਤੇ ਸ਼ਾਇਦ ਦੁਨੀਆ ਤੇ ਸਿੱਖੀ ਨਾ ਕੋਈ ਹੋਵੇਗਾ। ਤੀਜੀ ਜਗ੍ਹਾ ਤੇ ਜਾ ਕੇ ਸੰਗਤ ਹੈ। ਸੰਗਤ ਕਹਿੰਦੀ ਜੇ ਅਸੀਂ ਕੁਝ ਦਿੰਨੇ ਆ ਤੇ ਤੁਹਾਡਾ ਲੰਗਰ ਪਾਣੀ ਚੱਲਦਾ। ਤੇ ਚੌਥੇ ਪੜਾਅ ਦੇ ਉੱਤੇ ਜਾ ਕੇ ਅੱਜ ਦਾ ਸੰਤ ਬਾਬਾ, ਉਹ ਨੇ ਜਿਨ੍ਹਾਂ ਨੇ ਅਵਧੀ ਰੱਟ ਲਾਈ, ਅਸੀਂ ਇੰਨਿਆਂ ਲੋਕਾਂ ਨੂੰ ਖੰਡੇ ਦੀ ਪਹੁਲ ਦੇ ਦਿੱਤੀ ਹੈ, ਅਸੀਂ ਇੰਨਿਆਂ ਨੂੰ ਧਰਮੀ ਬਣਾ ਦਿੱਤਾ ਹੈ, ਜਦੋਂ ਕਿ ਵੇਖਣ ਲਈ ਕੁਝ ਵੀ ਨਜ਼ਰ ਨਹੀਂ ਆਉਂਦਾ। ਇਹ ਬ੍ਰਾਹਮਣਵਾਦ ਤੋਂ ਬਾਅਦ ਬੇਇਤਫਾਕੀ ਸਾਨੂੰ ਲੈ ਬੈਠੀ। ਉਹਦੇ ਤੋਂ ਬਾਅਦ ਅੱਜ ਖਿਮਾ ਕਰਨਾ ਇਹ ਕਹਿਣਾ ਪਵੇਗਾ ਵੀ ਸਾਡੇ ਖੂਨ ਵਿੱਚ ਬੇਈਮਾਨੀ ਦਾ ਅੰਸ਼ ਬਹੁਤ ਰਚ ਗਿਆ। ਇੰਨੇ ਵੀ ਸਿੱਖੀ ਦੀਆਂ, ਕਿਉਂਕਿ ਅਸੀਂ ਛੋਟੀਆਂ-ਛੋਟੀਆਂ ਕੁਰਸੀਆਂ ਦੇ ਲਈ ਧਰਮ ਦੇ ਨਾਲ ਤੇ ਗੁਰੂ ਨਾਨਕ ਸਾਹਿਬ ਦੀ ਸਿਧਾਂਤਕ ਵਿਚਾਰਧਾਰਾ ਦੇ ਨਾਲ ਇੱਕ ਪਲ ਦੇ ਅੰਦਰ ਸਮਝੌਤਾ ਕਰ ਲੈਂਦੇ ਆ। ਜਿਹੜੀ ਤੀਜੇ ਪੜਾਅ ਤੇ ਆ ਕੇ ਬੇਈਮਾਨੀ ਨੇ ਵੀ ਸਾਡਾ ਬਹੁਤ ਜ਼ਿਆਦਾ ਜਿਹੜਾ ਘਾਣ ਕੀਤਾ, ਤੇ ਚੌਥੇ ਪੜਾਅ ਦੇ ਉੱਤੇ ਜਾ ਕੇ ਜਿੱਥੇ ਜਾ ਕੇ ਬੇਰੁਜ਼ਗਾਰੀ ਪ੍ਰਾਪਤ ਹੋਈ, ਐਜੂਕੇਸ਼ਨ ਹੈ ਪਰ ਬੱਚਿਆਂ ਨੂੰ ਕੰਮ ਕੋਈ ਨਾ ਮਿਲਿਆ, ਕਿਉਂਕਿ ਅਸੀਂ ਤੇ ਕੱਲੇ ਬਾਬੇ ਨੂੰ 1100 ਕਰੋੜ ਦਾ ਮਾਲਕ ਬਣਾਤਾ। ਜੇ ਕਿਤੇ ਉਹਦੇ ਨਾਲ ਯੋਗ ਯੂਨੀਵਰਸਿਟੀਆਂ ITI ਖੇਤਰ ਦੇ ਅੰਦਰ ਬੱਚਿਆਂ ਨੂੰ ਲੈ ਕੇ ਜਾਇਆ ਜਾਂਦਾ ਤੇ ਸ਼ਾਇਦ ਕੁਝ ਪ੍ਰਾਪਤੀ ਹੁੰਦੀ। ਉਹ ਬੇਰੁਜ਼ਗਾਰ ਬੱਚੇ ਨਸ਼ੇ ਕਰਨ ਲੱਗ ਪਏ। ਔਰ ਮੈਂ ਉਹਨਾਂ ਚੋਂ ਇੱਕ ਉਦਾਹਰਨ ਵੀ ਦੇਣੀ ਚਾਹਾਂਗਾ। ਚੰਡੀਗੜ੍ਹ ਦੇ ਅੰਦਰ ਯੂਨੀਵਰਸਿਟੀ ਹੈ। ਅੱਜ ਤੋਂ ਕੁਝ ਸਾਲ ਪਹਿਲਾਂ ਉਹਦੇ ਬਿਲਕੁਲ ਸਾਹਮਣੇ ਕੁਝ ਝੌਂਪੜੀਆਂ ਸਨ, ਜਿਨ੍ਹਾਂ ਦੇ ਅੰਦਰ ਸਪੇਰੇ ਲੋਕ ਜਿਨ੍ਹਾਂ ਦਾ ਕੰਮ ਸੀ ਸੱਪ ਫੜਨਾ, ਉਹ ਰਹਿੰਦੇ ਸਨ। ਅੱਜ ਉਹਨਾਂ ਨੇ ਉੱਥੇ 3-3 ਮੰਜ਼ਲੀ ਮਹਿਲ ਪਾ ਲਏ। ਕਿਸੇ ਨੇ ਸਵਾਲ ਕੀਤਾ ਵੀ ਭਲਿਓ ਤੁਸੀਂ ਇਹ ਦੱਸੋ ਇੰਨੀ ਪ੍ਰੋਗਰੈਸ ਕਰਨੀ ਇੰਨੇ ਥੋੜੇ ਸਮੇਂ 'ਚ, ਇਹਦਾ ਕਾਰਨ? ਤੇ ਉਹਨਾਂ ਨੇ ਦੱਸਿਆ ਵੀ ਅਸੀਂ ਸੱਪ ਦੀ ਇੱਕ ਛੋਟੀ ਜੀ ਜ਼ਹਿਰ ਦੀ ਸ਼ੀਸ਼ੀ ਤਿਆਰ ਕਰਨੇ ਆ, ਜਿਹੜੀ ਯੂਨੀਵਰਸਿਟੀ ਦੇ ਵਿਦਿਆਰਥੀ ਰਲ ਕੇ 50,000 ਤੋਂ ਲੈ ਕੇ 1-1 ਲੱਖ ਤੱਕ ਦੀ ਖਰੀਦਦੇ ਨੇ, ਤੇ ਉਹਦੇ ਵਿੱਚੋਂ ਆਪਣੇ ਸਰੀਰ ਦੇ ਨਾਲ ਉਹ ਜ਼ਹਿਰ ਲਾ ਕੇ ਆਪਦਾ ਨਸ਼ਾ ਪੂਰਾ ਕਰ ਰਹੇ ਨੇ। ਬੇਰੁਜ਼ਗਾਰੀ ਨੇ ਇਹ ਪਾਸੇ ਨੌਜਵਾਨੀ ਨੂੰ ਮੋੜ ਦਿੱਤਾ, ਤੇ ਉਹਦੇ ਨਾਲ ਜਿੱਥੇ ਬੇਰੁਜ਼ਗਾਰੀ, ਬੇਈਮਾਨੀ, ਬੇਇਤਫਾਕੀ, ਬ੍ਰਾਹਮਣਵਾਦ ਆਇਆ, ਤੇ ਜਿਹੜੀ 5ਵਾਂ ਪੜਾਅ ਉੱਥੇ ਜਾ ਕੇ ਕਹਿਣਾ ਪਵੇਗਾ ਵੀ ਅੱਜ ਦਾ ਇੱਕ ਬੁੱਧੀਜੀਵੀ ਵਰਗ ਜਿਹੜਾ ਜਿਨਨੇ ਦੇਣਾ ਸੀ ਸਿੱਖੀ ਨੂੰ ਸਿਧਾਂਤਕ ਪਾਸਾ, ਉਹਨਾਂ ਨੇ ਵੀ ਆਪਣੀ ਜਿਹੜੀ ਹੈ ਕਲਮ ਨੂੰ ਕਿਸੇ ਨਾ ਕਿਸੇ ਨੂੰ ਵੇਚ ਦਿੱਤਾ, ਜਿੱਥੇ ਆ ਕੇ ਉਹ ਲੋਕ ਗੁਰਸਿੱਖੀ ਵਿਚਾਰਧਾਰਾ ਤੋਂ ਮੁੜ ਗਏ। ਤੇ ਉਹਨਾਂ ਦੀ ਬਦੌਲਤ ਹੁਣ ਹਰ ਬੰਦਾ ਇਹ ਭਾਲਦਾ ਮੇਰੇ ਬੱਚੇ ਦਾ ਕੰਮ ਹੋ ਜਾਏ ਜਾਂ ਮੇਰਾ ਪਰਿਵਾਰ ਸੁਖੀ ਵਸੇ। ਗੁਰੂ ਗ੍ਰੰਥ ਸਾਹਿਬ ਜੀ ਤੇ ਸਾਨੂੰ ਵਿਸ਼ਵਾਸ ਨਾ ਰਿਹਾ। ਅਸੀਂ ਫਿਰ ਇਹਨਾਂ ਬਾਬਿਆਂ ਦੇ ਡੇਰਿਆਂ ਵਾਲੇ ਪਾਸੇ ਜਿਹੜੇ ਨੇ ਕਦਮ ਮੋੜ ਦਿੱਤੇ, ਜਦੋਂ ਕਿ ਸਤਿਗੁਰੂ ਨੇ ਇੱਕ ਬਚਨ ਕਿਹਾ ਸੀ, ਕਹਿੰਦੇ ਭਰੋਸਾ ਕਰ, ਯਕੀਨ ਕਰ, ਪ੍ਰਤੀਤ ਬਣਾ, ਤੇਰਾ ਕੋਈ ਵਾਲ ਵਿੰਗਾ ਨਹੀਂ ਹੋਏਗਾ। ਔਰ ਬਕਾਇਦਾ ਸ਼ਬਦ ਕਹਿ ਦਿੱਤੇ, ਰਾਮ ਜਪੋ ਜੀ ਐਸੇ ਐਸੇ, ਧਰੂ ਪ੍ਰਹਿਲਾਦ ਜਪਿਓ ਅਰ ਜੈਸੇ। ਜਦੋਂ ਕਿ ਆਪਾਂ ਸਵਾਲ ਕਰ ਸਕਦੇ ਹਾਂ, ਨਾ ਗੁਰੂ ਗ੍ਰੰਥ ਸਾਹਿਬ ਵਿੱਚ ਧਰੂ ਜੀ ਦੀ ਬਾਣੀ ਹੈ, ਨਾ ਪ੍ਰਹਿਲਾਦ ਜੀ ਦੀ ਬਾਣੀ ਹੈ। ਫਿਰ ਸਤਿਗੁਰੂ ਕਹਿੰਦੇ ਜਿੰਨਾ ਉਹਨਾਂ ਦੇ ਅੰਦਰ ਵਿਸ਼ਵਾਸ ਸੀ, ਭਰੋਸਾ ਸੀ, ਪ੍ਰਤੀਤ ਸੀ, ਜੇ ਤੂੰ ਉਹ ਬਣਾ ਕੇ ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਨਿਵੇਕਲੀ ਵਿਚਾਰਧਾਰਾ ਨਾਲ ਜੁੜ ਜਾਏਗਾ, ਸੱਚ ਜਾਣੀ ਤੇਰੀ ਜ਼ਿੰਦਗੀ ਚੋਂ ਆ ਨਸ਼ੇ, ਬ੍ਰਾਹਮਣਵਾਦ, ਇਹ ਜਿੰਨੀਆਂ ਵੀ ਬੇਈਮਾਨੀ ਜਾਂ ਬੇਇਤਫਾਕੀ ਹੈ, ਇਹ ਦੂਰ ਹੋ ਜਾਣਗੇ। ਉਹਦੇ ਲਈ ਸਾਨੂੰ
ਰਸਨਾ ਜਪਤੀ ਤੂੰ ਹੀ ਇੱਕ ਓਂਕਾਰ ਦੇ ਸਿਧਾਂਤਕ ਪੱਖ ਨਾਲ ਜੁੜਨਾ ਪਏਗਾ। ਭਾਈ ਸਾਹਿਬ ਜੀ, ਤੁਸੀਂ ਵਿਚਾਰ ਕੀਤੀ ਹੈ ਇੱਕ ਝੁੱਗੀਆਂ ਵਾਲਿਆਂ ਦੀ, ਤੇ ਜੀ। ਝੁੱਗੀਆਂ ਵਾਲੇ ਜਿਹੜੇ ਆ ਉਹ ਉਹਨਾਂ ਨੇ ਮਹਿਲ ਪਾਲੇ, ਜੀ ਉਹ। ਤੇ ਮਹਿਲ ਪਾਉਣ ਲਈ ਤੇ ਵੇਚੀ ਉਹਨਾਂ ਨੇ ਜ਼ਹਿਰ, ਜੀ ਬਿਲਕੁਲ ਜੀ, ਤੇ ਜ਼ਹਿਰ ਉਹ ਵੇਚੀ ਉਹਨਾਂ ਨੂੰ ਜਿਨ੍ਹਾਂ ਦੇ ਮਹਿਲ ਸੀਗੇ, ਜਿਨ੍ਹਾਂ ਦੇ ਮਹਿਲ ਸੀ। ਕਿਉਂਕਿ ਗਰੀਬ ਤਾਂ ਖਰੀਦ ਨਹੀਂ ਸਕਦਾ। ਗਰੀਬ ਤਾਂ ਖਰੀਦ ਨਹੀਂ ਸਕਦਾ, ਬਿਲਕੁਲ ਜੀ। ਤੇ ਜਿਹੜਾ ਨੂੰ ਉਹਨਾਂ ਨੇ ਜ਼ਹਿਰ ਵੇਚੀ ਤੇ ਜੀ। ਜਿਨ੍ਹਾਂ ਨੇ ਖਰੀਦੀ, ਇੱਕ ਦਿਨ ਉਹ ਸਮਾਂ ਆ ਜਾਣਾ ਕਿ ਉਹਨਾਂ ਨੇ ਝੁੱਗੀਆਂ ਪਾ ਲੈਣੀਆਂ। ਹਾਂ, ਬਿਲਕੁਲ, ਕਿਉਂਕਿ ਉਹਨਾਂ ਕੋਲ ਰਹਿਣਾ ਕੱਖ ਨਹੀਂ। ਬਿਲਕੁਲ, ਹਾਂ। ਕਿਉਂਕਿ ਉਹਨਾਂ ਨੇ ਆਪਣੇ ਅੰਦਰ ਜ਼ਹਿਰ ਪਾ ਲਈ। ਜੀ ਬਿਲਕੁਲ ਜੀ, ਉਹਨਾਂ ਦੇ ਅੰਦਰ ਜ਼ਹਿਰ ਪਹੁੰਚ ਗਿਆ ਤੇ ਉਹ ਕੇਵਲ ਜ਼ਹਿਰ ਇੱਕ ਪਰਿਵਾਰ ਅੰਦਰ ਨਹੀਂ, ਪਤਾ ਨਹੀਂ ਉਸ ਇੱਕ ਇਨਸਾਨ ਦੇ ਕਰਕੇ ਕਿੰਨੇ ਪਰਿਵਾਰ ਹੋਰ ਜਿਹੜੇ ਨੇ ਉਹ ਤਬਾਹ ਹੋਣ ਦੇ ਪਰ ਕਿਨਾਰੇ ਤੇ ਪਹੁੰਚੇ ਨੇ। ਇਹ ਕੱਲਾ ਉਹ ਸੱਪਾਂ ਦੀ ਜ਼ਹਿਰ ਨਹੀਂ, ਉਹ ਇਦਾਂ ਦੇ ਨਸ਼ੇ ਦਾ ਬਹੁਤ ਪੰਜਾਬ, ਤੁਸੀਂ ਪੰਜਾਬ ਚੋਂ ਬਿਲਕੁਲ, ਹਾਂ ਸਾਨੂੰ ਜੀ। ਤਾਂ 31 ਸਾਲ ਹੋ ਗਏ ਇੱਥੇ ਬਾਹਰ ਰਹਿੰਦੇ ਨੇ ਜੀ ਤੇ ਅਸੀਂ ਤਾਂ ਗੱਲਾਂ ਸੁਣ ਕੇ ਕਈ ਵਾਰੀ ਹੈਰਾਨ ਰਹਿ ਜੀਦਾ ਵੀ ਕਿੱਦਾਂ ਨਹੀਂ ਉੱਥੇ ਹੁੰਦੀਆਂ, ਕੀ ਨਹੀਂ ਹੁੰਦਾ। ਪਰ ਦੁੱਖ ਵਾਲੀ ਗੱਲ ਆ ਕਿ ਇਹ ਗੁਰੂਆਂ ਦੀ ਧਰਤੀ, ਪੀਰਾਂ ਦੀ ਧਰਤੀ, ਸ਼ਹੀਦਾਂ ਦੀ ਧਰਤੀ, ਚੱਪੇ ਪੰਜਾਬ ਦੇ ਉੱਤੇ ਸ਼ਹੀਦਾਂ ਦਾ ਜਿਹੜਾ ਖੂਨ ਡੁੱਲਿਆ, ਬਿਲਕੁਲ। ਉਹ ਪਵਿੱਤਰ ਖੂਨ ਡੁੱਲਿਆ, ਜੀ ਉਹ ਸਾਰਾ ਕੁਝ ਹੋਣ ਦੇ ਬਾਵਜੂਦ ਵੀ ਅੱਜ ਜਿਹੜਾ ਜੋ ਕੁਝ ਉੱਥੇ ਵਾਪਰਿਆ ਉਹ ਜ਼ਹਿਰ ਹੀ ਉਗਰ ਸਾਰੇ ਪਾਸੇ ਉਗਰ ਰਹੀ ਆ, ਭਾਵੇਂ ਕਿਸੇ ਪਾਸੇ ਤੋਂ ਲਾ ਲਓ। ਬਿਲਕੁਲ, ਹਾਂ ਜੀ। ਤੇ ਉਹਦਾ ਮੇਨ ਕਾਰਨ ਕੀ ਆ ਤੇ ਉਹ ਤੋਂ ਕਿੱਦਾਂ ਬਚਾਇਆ ਜਾ ਸਕਦਾ? ਜੀ ਅਸਲ ਵਿੱਚ ਉਸ ਮੇਨ ਕਾਰਨ ਆਪਾਂ ਕੱਲਾ ਦੋਸ਼ੀ ਨੌਜਵਾਨ ਵਰਗ ਨੂੰ ਵੀ ਨਹੀਂ ਠਹਿਰਾ ਸਕਦੇ। ਅੱਜ ਇਹ ਕੌਮ ਦੀ ਆਪਾਂ ਕਹਿ ਲਈਏ ਵੀ ਬਹੁਤ ਵੱਡੀ ਅਣਗਹਿਲੀ ਹੈ ਜਾਂ ਦੁਖਦਾਈ ਹਾਲਤ ਹੈ ਵੀ ਸਾਡੇ ਗੁਰਦੁਆਰਾ ਸਾਹਿਬ ਚੋਂ ਕੌਮ ਦਾ ਬਚਪਨ ਤੇ ਕੌਮ ਦਾ ਜਵਾਨੀ ਮੂੰਹ ਮੋੜ ਕੇ ਬਾਹਰ ਚਲੇ ਗਏ। ਉਹਦਾ ਕਾਰਨ ਇੱਕ ਇਹ ਵੀ ਹੈ ਵੀ ਸਾਨੂੰ ਉਸ ਲੈਂਗੁਏਜ ਵਿੱਚ, ਉਸ ਤਰੀਕੇ ਵਿੱਚ ਪ੍ਰਚਾਰ ਕਰਨਾ ਵੀ ਨਹੀਂ ਆਇਆ ਜਿੱਥੇ ਜਾ ਕੇ ਅਸੀਂ ਬੱਚਿਆਂ ਨੂੰ ਸਮਝਾ ਸਕੀਏ। ਹਰੇਕ ਬੰਦੇ ਨੇ ਇਸ ਪਾਸਿਓਂ ਆਪਣਾ ਮੂੰਹ ਮੋੜਿਆ ਤੇ ਜਿਹੜੀਆਂ ਵੱਡੀਆਂ ਸੰਸਥਾਵਾਂ ਨੇ ਉਹਨਾਂ ਨੇ ਵੀ ਧਰਮ ਦੇ ਇਸ ਵਾਲੇ ਪਾਸੇ ਧਿਆਨ ਨਹੀਂ ਦਿੱਤਾ। ਸਾਡੇ ਗੁਰਦੁਆਰਾ ਸਾਹਿਬਾਨ ਦੇ ਅੰਦਰ ਮੇਨ ਜਿਹੜੀ ਕੰਮ ਹੈ ਉਹ ਲੜਾਈ ਤੱਕ ਸੀਮਤ ਹੋ ਗਿਆ। ਅਸੀਂ ਉੱਥੇ ਆ ਕੇ ਮੈਨੂੰ ਤੇ ਇੰਜ ਲੱਗਦਾ ਹੈ ਵੀ ਜਿਵੇਂ ਕਲਗੀਆਂ ਵਾਲੇ ਪਾਤਸ਼ਾਹ ਨੇ ਕਿਤੇ ਕਿਹਾ ਤੇ ਜ਼ਰੂਰ ਹੋਏਗਾ, ਭਾਈ ਦਇਆ ਸਿੰਘ ਜੀ, ਚਮਕੌਰ ਦੀ ਗੜੀ ਚੋਂ ਜਿਹੜਾ ਬਾਹਰ ਸਿਰ ਉੱਪਰ ਕੱਢਦਾ ਹੈ ਉਹਨੂੰ ਖਤਮ ਕਰ ਦਿੱਤਾ ਜਾਏ, ਬਾਹਰ ਨਾ ਜਾਓ ਕਿਉਂਕਿ ਤੁਸੀਂ 40-44 ਹੋ, ਬਾਹਰ 10 ਲੱਖ ਹੈ। ਤੇ ਭਾਈ ਦਇਆ ਸਿੰਘ ਨੇ ਕਿਹਾ ਹੋਣਾ, ਸੱਚੇ ਪਾਤਸ਼ਾਹ ਆਪਾਂ ਇਦਾਂ ਕਰ ਲਈਏ ਵੀ ਆ ਜਿਹੜਾ ਕੋਈ ਅੰਦਰਲੇ ਪਾਸੇ ਸਿਰ ਉੱਚਾ ਕਰੇ ਉਹਦਾ ਸਿਰ ਲਾ ਦਈਏ। ਪਰ ਸਤਿਗੁਰੂ ਨੇ ਉੱਥੇ ਜ਼ਿਕਰ ਕੀਤਾ ਹੋਣਾ, ਭਾਈ ਦਇਆ ਸਿਆਂ, ਮੈਂ ਇਹ ਨਹੀਂ ਚਾਹੁੰਦਾ ਵੀ ਲੜਾਈ ਗੜੀ ਦੇ ਅੰਦਰ ਆ ਜਾਏ। ਜੇ ਅੱਜ ਦੇ ਸੰਦਰਭ 'ਚ ਕਹਿਣਾ ਹੋਵੇ, ਗੁਰਸਿੱਖੋ, ਮੈਂ ਇਹ ਨਹੀਂ ਚਾਹੁੰਦਾ ਲੜਾਈ ਗੁਰਦੁਆਰੇ ਦੇ ਅੰਦਰ ਆ ਜਾਏ। ਪਰ ਅੱਜ ਬਕਾਇਦਾ ਉਹ ਸਾਰਾ ਕੁਝ ਹੋ ਰਿਹਾ ਹੈ। ਇਹਨਾਂ ਗੱਲਾਂ ਨੇ ਵੀ, ਕਿਉਂਕਿ ਕਈ ਬੱਚਿਆਂ ਨਾਲ ਬੈਠਣ ਦਾ, ਮਿਲਣ ਦਾ ਸੁਭਾਗ ਮਿਲਿਆ ਤੇ ਉਹ ਇਹੀ ਕਹਿੰਦੇ ਨੇ ਗੁਰਦੁਆਰਾ ਸਾਹਿਬ ਜਾਈਏ ਵੀ ਤੇ ਕੀ ਕਰਨ, ਉੱਥੇ ਤੇ ਦਸਤਾਰਾਂ ਲੈਂਦੀਆਂ, ਉੱਥੇ ਤੇ ਲੜਾਈਆਂ ਹੁੰਦੀਆਂ। ਅਸੀਂ ਵੱਡਿਆਂ ਨੇ ਉਹਨਾਂ ਲਈ ਯੋਗ ਪੂਰਨੇ ਨਹੀਂ ਪਾਏ, ਧਾਰਮਿਕ ਸੰਸਥਾਵਾਂ ਨੇ ਉਹਨਾਂ ਨੂੰ ਬਕਾਇਦਾ ਚੰਗੇ ਤਰੀਕੇ ਦੇ ਨਾਲ ਪ੍ਰੇਰਿਤ ਨਹੀਂ ਕੀਤਾ ਤੇ ਪ੍ਰਚਾਰਕ ਵਰਗ ਨੇ ਚੰਗੇ ਢੰਗ ਨਾਲ ਪ੍ਰਚਾਰ ਦੀ ਜਿਹੜੀ ਸ਼ੈਲੀ ਨੂੰ ਬਖੂਬੀ ਨਹੀਂ ਨਿਭਾਇਆ, ਜਿਹਦੀ ਬਦੌਲਤ ਜਦੋਂ ਤੱਕ ਇਹ ਬੱਚੇ ਗੁਰਸਿੱਖੀ ਵਿਚਾਰਧਾਰਾ ਤੋਂ ਜਾਣੂ ਨਹੀਂ ਹੁੰਦੇ, ਇਹਨਾਂ ਨੂੰ ਨਹੀਂ ਪਤਾ ਲੱਗਦਾ ਸਾਡੇ ਗੁਰੂ ਪਿਤਾ ਸਾਨੂੰ ਕੀ ਕਹਿ ਕੇ ਗਏ ਨੇ, ਉਦੋਂ ਤੱਕ ਸ਼ਾਇਦ ਅਸੀਂ ਇਹ ਕੰਮ ਨੂੰ ਜੇ ਕਹੀਏ ਤੇ ਨੱਥ ਨਹੀਂ ਪਾ ਸਕਦੇ। ਪਰ ਭਾਈ ਸਾਹਿਬ ਜੀ, ਮੈਂ ਮਾਫ ਕਰਨਾ ਇਹ ਸਵਾਲ ਤੁਹਾਡੇ ਉੱਤੇ ਕਰ ਰਿਹਾ ਕਿਉਂਕਿ ਤੁਸੀਂ ਵੀ ਉਸੇ ਸ਼੍ਰੇਣੀ ਦੇ ਵਿੱਚ ਬਿਲਕੁਲ ਜੀ। ਜੇ ਅਸੀਂ ਕਿ 14,000 ਉੱਥੇ ਡੇਰੇ ਆ ਤੇ 14,000 ਡੇਰਿਆਂ ਵਿੱਚ 14,000 ਬਾਬੇ, ਬਿਲਕੁਲ ਜੀ, 14,000 ਬਾਬੇ, ਹਰੇਕ ਬਾਬੇ ਦੇ ਨਾਲ 5-5 ਉਹਦੇ ਗੜਵਈ, ਹਾਂਜੀ ਬਿਲਕੁਲ ਜੀ, ਤੇ 20-25 ਉਹ ਡੇਰੇ ਦੇ ਜਿਹੜੇ ਹੋਰ ਹੈਗੇ ਆ, ਹਾਂਜੀ ਬਿਲਕੁਲ, ਤੇ ਉਹ ਸਾਰੇ ਹੀ ਗੁਰਸਿੱਖ ਹੁੰਦੇ ਆ ਆਪਣੇ ਆਪ ਦੇ ਵਿੱਚ। ਬਿਲਕੁਲ ਜੀ, ਸਾਰੇ ਆਪਣੇ ਆਪ 'ਚ ਦੇਖਣ ਨੂੰ ਗੁਰਸਿੱਖ ਹੁੰਦੇ ਆ। ਹਾਂਜੀ ਹਾਂਜੀ। ਤੇ ਜੇ ਉਹਨਾਂ ਦੀ ਟੋਟਲ ਗਿਣਤੀ ਲਾ ਕੇ ਦੇਖ ਲਓ ਤੇ ਤਾਂ ਵੀ ਜੇ ਉਹ ਸਾਰੇ ਦੇ ਸਾਰੇ ਹੀ ਗੁਰਸਿੱਖ ਹੋ ਜਾਣ, ਬਾਕੀ ਸਾਰੇ ਭਾਵੇਂ ਨਾਸਤਕ ਹੋ ਜਾਣ, ਜੀ, ਉਹ ਡੇਰਿਆਂ ਵਾਲੇ ਹੀ ਜਿਹੜੇ ਗੁਰਸਿੱਖ ਹੋ ਜਾਣ, ਤੇ ਤਾਂ ਵੀ ਪੰਜਾਬ ਦੀ ਚੜ੍ਹਦੀ ਕਲਾ ਹੋ ਸਕਦੀ ਹੈ, ਪੰਜਾਬ ਤਾਂ ਵੀ ਉੱਥੇ ਰੋਸ਼ਨੀ ਹੋ ਸਕਦੀ ਆ। ਕਿਉਂਕਿ ਇੱਕ ਪਿੰਡ ਵਿੱਚ 2-2 ਡੇਰੇ ਆ ਤੇ ਉੱਥੇ ਰੋਸ਼ਨੀ ਤਾਂ ਹੋਊਗੀ। ਬਿਲਕੁਲ ਜੀ, ਇੱਕ ਦੀਵਾ ਇੱਕ ਪਿੰਡ 'ਚ ਜਗਦਾ ਹੋਵੇ ਉੱਥੇ ਵੀ ਰੋਸ਼ਨੀ ਹੋ ਸਕਦੀ ਆ। ਜੀ ਜੀ। ਵੱਡੇ ਸਾਰੇ ਹਾਲ ਦੇ ਵਿੱਚ ਇੱਕ ਦੀਵਾ ਜਗ ਜੇ, ਉਹ ਸਾਰੇ ਹਾਲ ਨੂੰ ਪੂਰਾ ਰੋਸ਼ਨ ਨਹੀਂ ਕਰ, ਥੋੜਾ ਰੋਸ਼ਨ ਹੋ ਸਕਦਾ। ਬਿਲਕੁਲ। ਪਰ ਅੱਜ ਜੇ ਪੰਜਾਬ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਵਿੱਚ ਜੇ ਇੰਨਾ ਹਨੇਰਾ ਛਾਇਆ ਤੇ ਉਹ ਜਿਹੜੇ ਡੇਰੇ ਆ ਉਹ ਕਰਦੇ ਕੀ ਆ, ਜਾਂ ਉਹਨਾਂ ਡੇਰਿਆਂ ਦੇ ਵਿੱਚ ਜਿਹੜੇ ਗੁਰਸਿੱਖ ਆ, ਜੇ ਸਿੱਖੀ ਸਰੂਪ ਵਾਲੇ ਆ, ਉਹ ਕੀ ਕਰ ਰਿਹਾ, ਕਿਹੜੇ ਤਰੀਕੇ ਨਾਲ ਉਹ ਆਪਣੇ ਰੋਸ਼ਨੀ ਦੇ ਰਿਹਾ, ਕੀ ਉੱਥੇ ਹੋ ਰਿਹਾ? ਜੀ, ਮੈਂ ਇਹ ਬੇਨਤੀ ਕਰਨੀ ਚਾਹਾਂਗਾ ਵੀ ਇੱਕ ਸ਼ਿਕਾਰੀ ਹੈ, ਸ਼ਿਕਾਰੀ ਬੰਦੇ ਨੇ ਜਦੋਂ ਕਿਸੇ ਪਰਿੰਦਿਆਂ ਨੂੰ, ਪੰਛੀਆਂ ਨੂੰ ਫੜਨਾ ਹੈ,
ਉਹ ਦੁਕਾਨ ਤੇ ਜਾਏਗਾ, ਕਹੇਗਾ ਵੀ 5 ਰੁਪਏ ਦਾ ਬਾਜਰਾ ਦੇ ਦਿਓ। ਇਹ ਥੋੜੀ ਜੀ ਐਗਜ਼ਾਮਪਲ ਨੂੰ ਸਮਝਿਓ। ਤੇ ਉਹ ਬਾਜਰਾ ਪਾ ਕੇ ਉਹਦਾ ਮੰਤਵ ਹੈ ਮੈਂ ਕੇਵਲ ਸ਼ਿਕਾਰ ਫੜਨਾ ਹੈ। ਦੂਜਾ ਪਾਸਾ ਇੱਕ ਧਰਮੀ ਬੰਦਾ ਹੈ, ਉਹ ਵੀ ਕਹਿੰਦਾ ਵੀ 5 ਰੁਪਏ ਦਾ ਬਾਜਰਾ ਦੇ ਦਿਓ, ਇਹ ਪਰਿੰਦਿਆਂ ਨੂੰ ਪਾ ਦਿਆਂ। ਹੁਣ ਦੋਵਾਂ ਦਾ ਰੰਗ ਰੂਪ ਇੱਕੋ ਹੈ, ਪੈਸੇ ਇੱਕੋ ਜਿੰਨੇ ਨੇ, ਦੋਵੇਂ ਗਏ ਇੱਕੋ ਦੁਕਾਨ ਤੇ ਨੇ, ਦੋਵਾਂ ਖਰੀਦਿਆ ਬਾਜਰਾ, ਪਰ ਸੋਚ 'ਚ ਫਰਕ ਹੈ। ਇੱਕ ਨੇ ਇਹ ਭਾਵਨਾ ਨਾਲ ਪਾਇਆ ਵੀ ਇਹ ਪਰਿੰਦਿਆਂ ਨੂੰ ਛਕਾ ਦੇਣਾ ਹੈ, ਦੂਜੇ ਨੇ ਇਸ ਭਾਵਨਾ ਨਾਲ ਪਾਇਆ ਕਿ ਮੈਨੂੰ ਕੁਝ ਮਿਲ ਜੇ, ਮੈਨੂੰ ਪ੍ਰਾਪਤ ਹੋ ਜੇ, ਮੈਂ ਚੰਦ ਪੰਛੀ ਫੜ ਲਵਾਂ, ਉਹਨਾਂ ਦਾ ਵਪਾਰ ਕਰਾਂ। ਜਦੋਂ ਉਹ ਪੰਛੀ ਫੜੇ ਗਏ, ਕੋਈ 1-2 ਖੰਭ ਪੁੱਟ ਦਿੱਤੇ। ਹੁਣ ਕਿਸੇ ਨੇ ਕਿਹਾ, ਕਹਿੰਦੇ ਵੀ ਤੂੰ ਇਹਨਾਂ ਬੇਜ਼ੁਬਾਨੇ ਆ ਤੇ ਕਿਉਂ ਜ਼ੁਲਮ ਕਰ ਰਹੇ ਆ? ਉਹ ਸੋਟੀ ਮਾਰ ਕੇ ਕਹੇਗਾ ਵੀ ਮੈਂ ਉਡਾਉਣਾ, ਪਰ ਇਹ ਉਡਦੇ ਹੀ ਨਹੀਂ, ਕਿਉਂਕਿ ਉਦੋਂ ਤੱਕ ਉਹਨਾਂ ਦੇ ਖੰਭ ਪੁੱਟੇ ਜਾ ਚੁੱਕੇ ਨੇ। ਬਿਲਕੁਲ ਇਹੀ ਹਾਲਾਤ, ਇਹ ਜਿਹੜੀਆਂ ਤਰਕੀਬਾਂ ਅੱਜ ਬਾਬਾਬਾਦ ਨੇ ਵਰਤੀਆਂ। ਅਸੀਂ ਕਈ ਵਾਰੀ ਕਹਿ ਦਿੰਦੇ ਆ ਵੀ ਭਾਈ ਸਾਹਿਬ ਉੱਥੇ ਗੁਰਸਿੱਖ ਨੇ, ਦਸਤਾਰਾਂ ਬੰਨੀਆਂ ਹੋਈਆਂ, ਦੇਖਣ ਨੂੰ ਲੱਗਦੇ ਆ। ਜੀ ਬਿਲਕੁਲ ਬਿਲਕੁਲ, ਕਹਿਣਾ ਚੀਜ਼ ਹੋਰ ਚੀਜ਼ ਆ, ਪਰ ਜਿਹੜਾ ਪ੍ਰਤਾਖਿਆ ਨੂੰ ਪ੍ਰਮਾਣ ਨਹੀਂ ਹੁੰਦਾ। ਬਿਲਕੁਲ ਹਾਂਜੀ, ਉੱਥੇ ਉਹਨਾਂ ਨੇ ਦਸਤਾਰਾਂ ਪਾਈਆਂ, ਸ੍ਰੀ ਸਭਾ ਹੁੰਦੀਆਂ ਤੇ ਉਹਨਾਂ ਦੇ ਲਾਗੇ ਬੰਦਾ ਖੜਾ ਨਹੀਂ ਹੋ ਸਕਦਾ। ਬਿਲਕੁਲ ਜੀ। ਤੇ ਜਦੋਂ ਜੀਪਾਂ ਲੰਘਦੀਆਂ ਉਹਨਾਂ ਦੀਆਂ ਜੀ ਜੀ, ਤੇ ਜਿਹੜੀਆਂ ਬਾਕੀ ਗੱਡੀਆਂ ਟਰੱਕਾਂ ਵਾਲਿਆਂ ਨੂੰ ਪਰੇ ਕਰਕੇ ਗੱਡੀ ਲੰਘਾਉਣੀ ਪੈਂਦੀ ਹੈ। ਬਿਲਕੁਲ ਬਿਲਕੁਲ ਜੀ, ਉਹਨਾਂ ਨੇ ਸ੍ਰੀ ਸਾਹਿਬਾਂ ਪਾਈਆਂ, ਆਕਾਰ ਸਭ ਕੁਝ ਪਾਇਆ ਹੋਇਆ, ਪਰ ਰੱਬੀ ਬਾਣੀ ਨੇ ਇੱਕ ਗੱਲ ਕਹਿ ਦਿੱਤੀ ਉੱਥੇ ਜਾਣ ਤੋਂ ਰੋਕਣ ਲਈ, ਕਹਿੰਦੇ ਊਹਾਂ ਤਉ ਜਾਈਏ ਜੋ ਇਹਾਂ ਨਾ ਹੋਏ। ਜੇ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਹੀ ਤੂੰ ਮੱਥਾ ਟੇਕਣ ਚੱਲੇ ਆ, ਇਹ ਇੱਥੇ ਨੇ। ਜੇ ਇਹਨਾਂ ਦੀ ਬਾਣੀ ਦੀ ਵਿਚਾਰਧਾਰਾ ਲੈਣਾ ਹੈ, ਇਹ ਇੱਥੇ ਨੇ। ਅੱਜ ਮਾਫ ਕਰਿਓ, ਇਸ ਡੇਰਾਵਾਦ ਵਿੱਚ ਸਭ ਤੋਂ ਵੱਡਾ ਸਹਿਯੋਗ ਜਿਹੜਾ ਤਕਰੀਬਨ ਬਾਹਰਲਿਆਂ ਸਿੱਖਾਂ ਨੇ ਪਾਇਆ, ਕਿਉਂਕਿ ਉੱਥੇ ਵਾਲੇ ਸਿੱਖ ਦੀ ਤੇ ਰੋਟੀ ਵੀ ਵਿਚਾਰੇ ਦੀ ਮੁਸ਼ਕਲ ਨਾਲ ਚੱਲ ਰਹੀ। ਕਰੋੜਾਂ ਰੁਪਈਏ ਜਾ ਕੇ ਅਸੀਂ ਉਹਨਾਂ ਕੋਲ ਰੱਖ ਦਿੱਤੇ। ਜਿਵੇਂ ਜਿਵੇਂ ਉਹਨਾਂ ਕੋਲ ਧਨ ਆਇਆ, ਧਨ ਦੇ ਨਾਲ ਵਿਕਾਰ ਵੀ ਆ ਗਏ, ਮਾੜੀ ਬਿਰਤੀ ਆ ਗਈ। ਉਹ ਲੋਕਾਂ ਦੇ ਜਿਨ੍ਹਾਂ ਨੇ ਕੱਲ ਤੱਕ ਕੁਝ ਵੇਖਿਆ ਨਹੀਂ ਸੀ, ਅੱਜ 300 700 ਮੈਂ ਟੂਕ ਮਾਤਰ ਅਰਜ ਕਰਾਂ, ਲੁਧਿਆਣੇ ਤੋਂ ਮੋਗੇ ਨੂੰ ਜਾਈਏ, ਤਕਰੀਬਨ ਇਹ ਇਲਾਕਾ ਕਾਫੀ ਵਿਦੇਸ਼ਾਂ 'ਚ ਸੈਟਲ ਹੈ। ਇਸ ਇਲਾਕੇ 'ਚ ਲੁਧਿਆਣੇ ਤੋਂ ਮੋਗੇ ਤੱਕ ਜਾਂਦੇ ਆ, ਗਿਣਤੀ ਡੇਰਿਆਂ ਦੀ ਆਰੰਭ ਕਰ ਦਈਏ, ਬਹੁਤ ਜ਼ਿਆਦਾ ਪ੍ਰਾਪਤ ਹੋ ਜਾਣਗੇ। ਔਰ ਬਕਾਇਦਾ ਲੁਧਿਆਣੇ ਤੋਂ ਮੋਗੇ ਤੱਕ ਕੋਈ ਵੀ ਟੌਪ ਦਾ ਹਸਪੀਟਲ ਨਹੀਂ ਹੈਗਾ। ਜੇ ਕਦੀ ਕਿਸੇ ਦੇ ਸੱਟ ਫੇਟ ਜਾਂ ਕੋਈ ਬਿਮਾਰ ਹੁੰਦਾ ਹੈ, ਉਹਨੂੰ ਬਕਾਇਦਾ ਲੁਧਿਆਣੇ ਲੈ ਕੇ ਆਉਣਾ ਪਏਗਾ ਵੀ ਉੱਥੇ CMC ਲੈ ਚੱਲੋ। ਉਸ ਇਲਾਕੇ 'ਚ ਡੇਰੇ ਤੇ ਅਸੀਂ ਬਹੁਤ ਵੱਡੇ ਵੱਡੇ ਕਰੋੜਾਂ ਰੁਪਏ ਵਾਲੇ ਖੜੇ ਕਰ ਦਿੱਤੇ, ਪਰ ਅਸੀਂ ਕੋਈ ਉਹ ਪਾਕਸਾ ਨਹੀਂ ਲਿਆ ਜਿਹਦੀ ਸਾਨੂੰ ਜ਼ਰੂਰਤ ਸੀ। ਉਹਦੇ ਲਈ ਜਿੱਥੇ ਉਹ ਡੇਰੇਵਾਦ ਜ਼ਿੰਮੇਵਾਰ ਹੈ, ਉਹਦੇ ਨਾਲ ਨਾਲ ਅਸੀਂ ਵੀ ਕਿਸੇ ਹੱਦ ਤੱਕ ਜ਼ਿੰਮੇਵਾਰ ਹਾਂ ਵੀ ਅਸੀਂ ਵੀ ਕੇਵਲ ਤੇ ਕੇਵਲ ਪਹਿਰਾਵਾ ਦੇਖ ਕੇ ਉਹਨਾਂ ਨੂੰ ਅੱਤ ਦਾ ਧਨ ਲੁਟਾ ਦਿੱਤਾ, ਜਿਨ੍ਹਾਂ ਨੇ ਬਾਅਦ ਵਿੱਚੋਂ ਜਾ ਕੇ ਕੌਮ ਦੀ ਜਵਾਨੀ ਦਾ ਵੀ, ਕੌਮ ਦੀ ਵਿਚਾਰਧਾਰਾ ਦਾ ਵੀ ਉਹ ਕਾਣ ਕੀਤਾ। ਮੈਂ ਤੁਹਾਡੇ ਨਾਲ ਇਸ ਵਿਸ਼ੇ ਤੇ ਪੂਰਾ ਸਹਿਮਤ ਨਹੀਂ ਗਾ। ਸਤਵਚਨ ਜੀ, ਉਹਦਾ ਕਾਰਨ ਇਹ ਆ ਜੀ ਉਹ ਕਿ ਅਸੀਂ ਬਾਹਰ ਬੈਠੇ ਲੋਕਾਂ ਨੇ ਜਿਹੜਾ ਪੈਸਾ ਦਿੱਤਾ, ਤੁਸੀਂ ਕਹਿੰਦੇ ਉਹਨਾਂ ਦਿੱਤਾ, ਬਿਲਕੁਲ ਜੀ, ਪਰ ਮੈਨੂੰ ਇੰਨਾ ਪਤਾ ਕਿ ਸਾਡੇ ਪੈਰਿਸ ਦੇ ਵਿੱਚੋਂ ਜੀ ਉਹ ਇੰਨਾ ਕੁਝ ਨਹੀਂ ਹੋਇਆ। ਜੀ ਜੀ, ਠੀਕ ਹੈ। ਪਰ ਉਹ ਜਿਹੜੇ 14,000 ਆ ਜੀ, ਉਹਦੇ ਵਿੱਚੋਂ 5 7 10 ਬਾਬੇ ਜਿਹੜੇ ਹੋਣਗੇ ਜਿਹੜੇ ਬਾਹਰ ਆ ਕੇ ਜ਼ਿਆਦਾ ਕਰਦੇ ਆ ਆਪਣਾ ਸਿਸਟਮ, ਆਪਾਂ ਕਿਸੇ ਦਾ ਨਾਂ ਨਹੀਂ ਲੈਂਦੇ। ਹਾਂਜੀ ਬਿਲਕੁਲ ਜੀ। ਤੇ ਬਾਕੀ ਦੇ ਜਿਹੜੇ ਆ ਉਹ ਤਾਂ ਉਸੇ ਧਰਤੀ ਵਿੱਚੋਂ ਪੈਦਾ ਹੋਏ ਆ, ਔਰ ਉਹਨਾਂ ਪਿੰਡਾਂ ਵਿੱਚ ਪੈਦਾ ਹੋਏ ਆ, ਉਹਨਾਂ ਗਰੀਬਾਂ ਨੇ ਪੈਦਾ ਕੀਤੇ ਜੀ। ਬਿਲਕੁਲ। ਔਰ ਇਹ ਇੱਥੇ ਮੈਨੂੰ ਇੱਕ ਹੋਰ ਸਵਾਲ ਇਹਦੇ ਵਿੱਚ ਹੀ ਆਉਂਦਾ ਆ, ਉਹ ਜਿਹੜੇ ਜਿੱਦਾਂ ਆਪਾਂ ਪਹਿਲਾਂ ਗੱਲ ਕੀਤੀ, ਇੱਕ ਤਾਂ ਬਾਬਾ ਜੀ ਹੈਗੇ ਤੇ ਬਾਬਾ ਜੀ ਦੇ ਨਾਲ 5-4 ਜਿਹੜੇ ਉਹਨਾਂ ਦੇ ਖਾਸ ਗੜਵਈ ਆ ਤੇ 20-25 ਜਿਹੜੇ ਹੋ ਰਿਹਾ, ਉਹ ਵੀਰ ਕਿੱਥੋਂ ਆਏ? ਉਹਨਾਂ ਨੇ ਤੇ ਬਾਅਦ ਦੇ ਵਿੱਚ ਆ ਕੇ ਬਾਕੀ ਸਮਾਜ ਨੂੰ ਕੁਝ ਕੀਤਾ ਜੀ, ਜਾਂ ਧੁੰਦਲਾ ਕੀਤਾ, ਜਾਂ ਉਹਨਾਂ ਨੂੰ ਰੋਸ਼ਨੀ ਨਹੀਂ ਦੇ ਸਕੇ, ਜਾਂ ਉਹਨਾਂ ਨੇ ਉਹਨਾਂ ਨੂੰ ਲੁੱਟਿਆ ਮਾਰਿਆ, ਜੋ ਵੀ ਕੁਝ ਕੀਤਾ। ਪਰ ਉਹ ਜਿਹੜੇ ਬੰਦੇ ਆ ਉਹਨਾਂ ਨੂੰ ਉਸ ਸਥਾਨ ਤੇ ਪਹੁੰਚਾਇਆ ਕਿਨੇ? ਉਹ ਕਿੱਦਾਂ ਇੱਥੋਂ ਆਏ? ਉਹਨਾਂ ਨੂੰ ਇਹ ਸੋਚੀ ਕਿਨੇ ਦਿੱਤੀ ਵੀ ਤੁਸੀਂ ਇਦਾਂ ਕਰਕੇ ਆ ਕਰੋ ਜੀ? ਬਿਲਕੁਲ। ਅਸਲ ਵਿੱਚ ਅੱਜ ਮਾਫ ਕਰਿਓ, ਪੰਜਾਬ ਦਾ ਹਰ ਬੰਦਾ ਅੱਜ ਜੁੜਿਆ ਹੋਇਆ ਹੈ ਆਪਣੇ ਨਿੱਜੀ ਸਵਾਰਥ ਨਾਲ। ਮੰਨ ਲਓ ਮੇਰਾ ਕੋਈ ਬੱਚਾ ਪੜ੍ਹ ਜਾਂਦਾ ਹੈ, ਉਹਨੂੰ ਕੰਮ ਨਹੀਂ ਮਿਲਦਾ, ਫਿਰ ਮੈਂ ਦਰ ਤੇ ਭਿਖਾਰੀ ਬਣ ਕੇ ਫਿਰ ਰਿਹਾ ਵੀ ਮੇਰੇ ਬੱਚੇ ਨੂੰ ਕੋਈ ਕੰਮ ਲਵਾ ਸਕੇ। ਕਿਸੇ ਇੱਕ ਬਾਬੇ ਨੇ ਕਹਿ ਦਿੱਤਾ ਵੀ ਠੀਕ ਹੈ, ਕਿਉਂਕਿ ਡੇਰੇ ਨਾਲ ਵੋਟ ਦਾ ਬਹੁਤ ਜ਼ਿਆਦਾ ਸੰਬੰਧ ਬਣਿਆ ਹੋਇਆ, ਜਿੰਨੀ ਡੇਰੇ ਕੋਲ ਵੋਟ ਹੈ ਉਨੀ ਹੀ ਉੱਥੇ ਜਿਹੜੇ ਨੇ ਅਧਿਕਾਰੀ ਸਰਕਾਰੀ ਆਉਣਗੇ। ਤੇ ਉਹ ਡੇਰੇ ਨੇ ਇੱਕ ਬੱਚੇ ਨੂੰ ਨੌਕਰੀ ਲਵਾ ਦਿੱਤੀ, ਉਹਦੇ ਪਿੱਛੇ 10 ਪਰਿਵਾਰ ਪਿੰਡ ਵਾਲੇ ਹੋਰ ਜਾਣਗੇ। ਉਹਦਾ ਕਾਰਨ, ਜੇ ਫਲਾਣੇ ਦਾ ਬੱਚਾ ਉਸ ਡੇਰੇ 'ਚੋਂ ਨੌਕਰੀ ਲੱਗ ਸਕਦਾ ਹੈ, ਮੇਰਾ ਕਿਉਂ ਨਹੀਂ? ਹਰੇਕ ਬੰਦਾ, ਜਿੱਥੇ ਆਪਾਂ ਬੇਈਮਾਨੀ ਦਾ ਜ਼ਿਕਰ ਜਿਵੇਂ ਕੀਤਾ ਹੈ, ਤੇ ਉਹ ਇੱਕ ਕਾਰਨ ਇਹ ਵੀ ਬਣ ਜਾਂਦਾ ਹੈ ਵੀ ਜਦੋਂ ਹਰੇਕ ਬੰਦਾ ਕੰਮ ਨਾਲ ਜੁੜਿਆ। ਮਾਫ ਕਰਿਓ ਜੀ, ਅੱਜ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਵੀ ਬਹੁਤਾਤ ਸਿੱਖ ਉਹ ਨੇ
ਜਿਹੜੇ ਆਉਣਗੇ ਤੇ ਕੇਵਲ ਆਪਣੇ ਮੰਤਵ ਲਈ, ਆਪਣੀ ਗਰਜ ਲਈ ਸੱਚੇ ਪਾਤਸ਼ਾਹ ਮੇਰਾ ਆਹ ਕੰਮ ਕਰ ਦਿਓ, ਮੈਂ ਤੁਹਾਡੇ ਕੋਲ ਤਾਂ ਆਇਆ। ਵੇਖੋ ਬੇਨਤੀ ਸਤਿਗੁਰੂ ਦੇ ਚਰਨਾਂ 'ਚ ਅਸੀਂ ਕਰਨੀ ਹੈ, ਕੋਈ ਮਾੜੀ ਨਹੀਂ। ਤੇ ਉੱਥੇ ਜਿਹੜਿਆਂ ਲੋਕਾਂ ਦੇ ਕੰਮ ਰੁਕ ਗਏ, ਉਹਨਾਂ ਲੋਕਾਂ ਨੇ ਇਹਨਾਂ ਲੋਕਾਂ ਦਾ ਅੱਜ ਡੇਰਾਵਾਦ ਦੇ ਅੰਦਰ, ਮੈਂ ਨਾਮ ਨਹੀਂ ਸੀ ਲੈਣਾ ਚਾਹੁੰਦਾ ਪਰ ਟੂਕ ਮਾਤਰ ਅਰਜ਼ ਕਰਦੇ ਹਾਂ ਵੀ ਰਾਧਾ ਸੁਆਮੀ ਵੀਰਾਂ ਦਾ ਅਤ ਦਾ ਉੱਚਾ ਸਥਾਨ ਹੈ, ਜਾਂ ਸਰਸੇ ਵਾਲਿਆਂ ਦਾ ਬਹੁਤ ਉੱਚਾ ਸਥਾਨ ਬਣ ਗਿਆ। ਕਿਉਂ ਬਣਿਆ? ਉਹਨਾਂ ਲੋਕਾਂ ਨੇ ਬਕਾਇਦਾ ਇੱਕ ਚੇਨ ਸਿਸਟਮ ਤੇ ਪਲਾਨਿੰਗ ਬਣਾ ਲਈ। ਉਹਨਾਂ ਨੇ ਬਕਾਇਦਾ ਇੱਕ ਲੋਨ ਰੱਖ ਲਿਆ ਵੀ ਇੰਨਾ ਕੁ ਲੋਨ ਤੁਸੀਂ ਲਿਜਾ ਸਕਦੇ ਹੋ 50,000 ਰੁਪਏ ਦਾ। ਉਹਦੇ ਲਈ ਇੱਕ ਸ਼ਰਤ ਨਿਰਧਾਰਿਤ ਇਹ ਹੈ, ਪਰ ਮੰਥ 8 ਬੰਦੇ ਸਾਡੇ ਡੇਰੇ 'ਚ ਨਵੇਂ ਲੈ ਕੇ ਆਉਣੇ ਨੇ, ਪੁਰਾਣਾ ਨਾ ਕੋਈ ਵੀ ਹੋਵੇ। ਤੁਸੀਂ ਇਹ ਰੈਗੂਲਰ ਕਿਰਿਆ 5 ਸਾਲ ਕਰਨੀ, 12/8/96, 1 ਸਾਲ ਦਾ 100 ਬੰਦਾ, 5 ਸਾਲਾਂ 'ਚ 500 ਬੰਦਾ, ਤੁਹਾਡਾ ਲੋਨ ਮਾਫ ਹੈ। ਹੁਣ ਜਦੋਂ 500 ਬੰਦਾ ਉਸ ਡੇਰੇ ਵਿੱਚ ਲੈ ਕੇ ਆਏ ਆ, ਉਹਨਾਂ ਵਿੱਚੋਂ 450 ਟੁੱਟ ਸਕਦਾ ਹੈ, 50 ਤੇ ਉੱਥੇ ਜੁੜਨਗੇ ਹੀ ਨਾ। ਇੱਕ ਚੇਨ ਸਿਸਟਮ ਦੇ ਨਾਲ ਸਾਡੇ ਹੀ ਉਹਨਾਂ ਭਟਕੇ ਹੋਏ ਵੀਰਾਂ ਨੇ, ਜਿਨ੍ਹਾਂ ਨੇ ਆਪਣਾ ਕੋਈ ਕਾਰਜ ਰਾਸ ਕਰਵਾਉਣ ਦੇ ਲਈ ਉਹਨਾਂ ਕੋਲ ਜਾਣਾ ਆਰੰਭ ਕਰ ਦਿੱਤਾ, ਤੇ ਉੱਥੇ ਜਾ ਕੇ ਜਿਹੜੀਆਂ ਭੀੜਾਂ ਵਧਣੀਆਂ ਸ਼ੁਰੂ ਹੋ ਗਈਆਂ। ਦੂਜੀ ਗੱਲ, ਆਪ ਜੀ ਨੇ ਜ਼ਿਕਰ ਕੀਤਾ ਵੀ ਸ਼ਾਇਦ ਮੈਂ ਬੇਨਤੀ ਕਰਾਂ ਪੈਰਿਸ ਵਿੱਚ ਜਾਗਰੂਕ ਸਿੰਘ ਹੋਣਗੇ। ਆਪ ਜੀ ਕੈਨੇਡਾ, ਅਮਰੀਕਾ ਜਾਂ ਯੂਕੇ ਹੋਰ ਦੇਸ਼ਾਂ ਦਾ ਬਕਾਇਦਾ, ਇਹਨਾਂ ਹੀ ਦੇਸ਼ਾਂ ਵਿੱਚ, ਯੂਰਪ ਦੇ ਚੋਂ ਇਟਲੀ, ਗ੍ਰੀਸ ਆਦਿਕ, ਮੈਂ ਹੁਣ ਪਿੱਛੇ ਸਪੇਨ ਜਾ ਕੇ ਆਇਆ, ਇੱਥੋਂ ਤੱਕ ਕੋਈ ਆ ਕੇ ਸਟੇਜ ਤੋਂ ਇਹ ਗੱਲ ਬੋਲ ਕੇ ਜਾਂਦਾ ਹੈ ਵੀ ਤੁਹਾਡੇ ਸਪੇਨ ਦੇ ਥੱਲੇ ਅੱਗ ਦਾ ਗੋਲਾ ਹੈ, ਮੈਂ ਅਰਦਾਸ ਕੀਤੀ ਜਾਂ ਗੋਲਾ ਅੱਗੇ ਚਲਿਆ ਗਿਆ। ਬਕਾਇਦਾ ਉਹ ਜਿਹੜੇ ਲੋਕ ਨੇ ਉਹਨਾਂ 11 ਜਾਂ ਹੋਰ ਅਨੇਕਾਂ ਲੱਖਾਂ ਐਰੋਆਂ ਇਕੱਠੇ ਕਰਕੇ ਚਲੇ ਗਏ। ਕੋਈ ਸਵਾਲ ਕਰਨ ਵਾਲਾ ਨਹੀਂ ਸੀ ਭਲਿਆ ਲੋਕਾ, ਅੱਜ ਤੈਨੂੰ ਸਾਡੇ ਸਪੇਨ ਥੱਲੇ ਅੱਗ ਦਾ ਗੋਲਾ ਨਜ਼ਰ ਆ ਗਿਆ, ਪਰ ਜਿਦਨ ਤੇਰੇ ਆਪਦੇ ਦੇਸ਼ 'ਚ ਸੁਨਾਮੀ ਆਈ ਤੂੰ ਕਿੱਥੇ ਸੈਂ? ਜਿਦਨ ਤੁਹਾਡੇ ਆਪਦੇ ਦੇਸ਼ ਵਿੱਚ 84 'ਚ ਸਿੰਘਾਂ ਨੂੰ ਅੱਗ ਲਾ ਕੇ ਸਾੜਿਆ ਗਿਆ, ਤੁਸੀਂ ਕਿੱਥੇ ਸੀ? ਜਿਦਨ ਸਿੱਖ ਰੈਫਰੈਂਸ ਲਾਇਬ੍ਰੇਰੀ ਨੂੰ ਸਾੜ ਕੇ ਸੁਆਹ ਕੀਤਾ, ਉਦੋਂ ਤੁਸੀਂ ਕਿੱਥੇ ਸੀ? ਅਸਲ ਵਿੱਚ ਸਾਡਾ ਵੀ ਬਹੁਤ ਵੱਡਾ ਯੋਗਦਾਨ ਹੈ, ਜਿਹਦੇ ਕਰਕੇ ਉਹ ਜਿਹੜੀਆਂ ਚੀਜ਼ਾਂ ਨੇ, ਕਿਉਂਕਿ ਕੋਈ ਵੀ ਕੰਮ ਕਰਨਾ ਹੈ ਉਹਨੂੰ ਸਿੱਖਣਾ ਪਵੇਗਾ, ਉਹਦੇ ਲਈ ਬਕਾਇਦਾ ਐਜੂਕੇਸ਼ਨ ਚਾਹੀਦੀ ਹੈ, ਉਹਦੇ ਲਈ ਬਕਾਇਦਾ ਤਜਰਬਾ ਚਾਹੀਦਾ ਹੈ, ਬਤੌਰ ਇੱਕ ਜਗ੍ਹਾ ਹੋਣੀ ਚਾਹੀਦੀ ਜਿੱਥੇ ਮੈਂ ਜਾ ਕੇ ਸ਼ੌਪ ਪਾ ਸਕਾਂ, ਕੰਮ ਕਰ ਸਕਾਂ। ਤੇ ਲੋਕਾਂ ਨੇ ਇਹ ਵਿਚਾਰ ਬਣਾ ਲਈ ਵੀ ਜਿਹੜਾ ਰੁਪਈਆ ਨਹੀਂ ਚੱਲਦਾ ਗੋਲਕ 'ਚ, ਜਿਹੜਾ ਮੁੰਡਾ ਨਹੀਂ ਚੱਲਦਾ ਬਾਬਿਆਂ ਦੇ ਡੇਰੇ 'ਚ, ਕਿਉਂਕਿ ਉਹ ਆਉਣ ਵਾਲੇ ਸਮੇਂ ਕੱਲ ਨੂੰ ਬਾਬਾ ਬਣੇਗਾ ਤੇ ਬਾਬਿਆਂ ਕੋਲ ਧਨ ਦੀ ਬਹੁਤਾਤ ਹੋਏਗੀ। ਇਹਦਾ ਮਤਲਬ ਇਹ ਹੋਇਆ ਭਾਈ ਸਾਹਿਬ ਜੀ, ਮਤਲਬ ਅਸਲ ਵਿੱਚ ਉਹ ਇੱਕ ਧਾਰਮਿਕ ਜਾਂ ਸਿੱਖਿਆ ਜਾਂ ਕਹਿ ਲਓ ਕਿ ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਦੇਣ ਵਾਲੇ ਡੇਰੇ ਨਹੀਂ ਗਏ ਜੀ, ਉਹ ਬਿਲਕੁਲ ਇੱਕ ਕਿਸਮ ਦੇ ਬਿਜ਼ਨਸ ਸੈਂਟਰ ਬਣ ਗਏ, ਬਿਜ਼ਨਸ ਸੈਂਟਰ ਨੇ। ਹਾਂਜੀ, ਜਿਹਨੂੰ ਬਿਜ਼ਨਸ ਤੌਰ ਤੇ ਚਲਾਇਆ ਜਾ ਰਿਹਾ, ਹਾਂਜੀ, ਬਿਜ਼ਨਸ ਦੇ ਤੌਰ ਤੇ, ਔਰ ਬਿਜ਼ਨਸ ਚਲਾਉਣ ਦੇ ਵਾਸਤੇ ਉਹਨਾਂ ਨੂੰ ਕਾਫੀ ਸੋਝੀ ਆ ਗਈ, ਤੇ ਉਹ ਆਪਣੀ ਸੋਝੀ ਦੇ ਨਾਲ ਉਹ ਬਿਜ਼ਨਸ ਚਲਾ ਰਹੇ। ਬਿਲਕੁਲ ਜੀ, ਬਿਜ਼ਨਸ ਤੇ ਬਿਜ਼ਨਸ ਦੇ ਵਿੱਚ ਉਹ ਆਪਣੀ ਥਾਂ ਤੇ ਕਾਮਯਾਬ ਆ, ਤੇ ਜਿਹੜੇ ਸਾਡੇ ਵਰਗੇ ਆ ਉਹਨਾਂ ਦੇ ਬਿਜ਼ਨਸ ਦੇ ਮੋਹਰੇ ਜਿਹੜੇ ਆ ਉਹ ਬਣੇ ਆ, ਪਰ ਗਿਆਨ ਵਾਲੀ ਗੱਲ ਜਿਹੜੀ ਆ ਜੀ ਉਹ ਉੱਥੋਂ ਨਹੀਂ ਮਿਲ ਸਕਦੀ। ਨਹੀਂ ਜੀ, ਅਸਲ ਵਿੱਚ ਜਿਹੜੀ ਬਾਬਾ ਕਬੀਰ ਸਾਹਿਬ ਦੀ ਵਿਚਾਰਧਾਰਾ ਸੀ, ਉਹ ਕਹਿੰਦੇ ਤੂੰ ਚਾਹੁੰਦਾ ਵੀ ਸਿੱਖੀ ਇੱਥੋਂ ਆਰੰਭ ਹੁੰਦੀ, ਪਰ ਕਹਿੰਦੇ ਜੇ ਮੈਨੂੰ ਪੁੱਛੇਗਾ ਮੈਂ ਕਹਾਂਗਾ ਕਬੀਰਾ, ਜਹਾਂ ਗਿਆਨ ਤਹਾਂ ਧਰਮ ਹੈ। ਗਿਆਨ ਤੋਂ ਧਰਮ ਦੇ ਨਾਲ ਚੱਲਿਆ ਜਾਣਾ ਹੈ, ਬਿਨਾਂ ਗਿਆਨ ਤੋਂ ਜੇ ਧਰਮ ਦੇ ਨਾਲ ਚੱਲਾਂਗੇ ਤੇ ਉਹਨਾਂ ਵਿੱਚ ਬ੍ਰਹਮਣੀ ਰੀਤੀਆਂ ਤੇ ਕਰਮਕਾਂਡ ਜ਼ਿਆਦਾ ਆ ਜਾਏਗਾ, ਜੋ ਅੱਜ ਆ ਚੁੱਕਾ ਹੈ। ਸਾਨੂੰ ਉਹਨਾਂ ਡੇਰਿਆਂ ਤੋਂ ਇਹ ਆਸ ਤੇ ਬਿਲਕੁਲ ਹੀ ਲਾ ਦੇਣੀ ਚਾਹੀਦੀ ਵੀ ਸਾਨੂੰ ਉਹਨਾਂ ਡੇਰਿਆਂ ਚੋਂ ਗਿਆਨ ਪ੍ਰਾਪਤ ਹੋਏਗਾ। ਅੱਜ ਗਿਆਨ ਨਹੀਂ, ਅਸੀਂ ਲੋਕ ਲੱਗ ਜਾਂਦੇ ਆ ਲੱਖਾਂ ਦਾ ਇਕੱਠ ਹੈ। ਇਕੱਠ ਜ਼ਰੂਰੀ ਨਹੀਂ, ਇਕੱਠ ਸਿਨੇਮੇ 'ਚ ਵੀ ਹੁੰਦਾ ਹੈ, ਬੱਸ ਸਟੈਂਡ ਤੇ ਵੀ ਹੁੰਦਾ ਹੈ, ਗਾਉਣ ਵਾਲੇ ਕੋਲ ਵੀ ਹੁੰਦਾ ਹੈ। ਬਾਬਾ ਕਬੀਰ ਸਾਹਿਬ ਨੇ ਇੱਕ ਜ਼ਿਕਰ ਕੀਤਾ ਗੱਲ ਦਾ, ਉਹ ਕਹਿੰਦੇ ਵੀ ਇੱਕ ਅਵਕਟ ਘਾਟੀ ਰਾਮ ਕੀ ਤੇ ਚੜ ਰਹੇ ਹੋ ਕਬੀਰ, ਰੱਬ ਦੀ ਘਾਟੀ ਵੱਲ ਕੋਈ ਵਿਰਲਾ ਹੀ ਜਾਂਦਾ ਹੈ। ਜਿਹੜੇ ਪਾਸੇ ਭੀੜਾਂ ਹੁੰਦੀਆਂ ਉਹ ਪਾਸੇ ਸੱਚ ਨਹੀਂ ਹੁੰਦਾ, ਜਿੱਧਰ ਸੱਚ ਹੁੰਦਾ ਉਧਰ ਭੀੜਾਂ ਨਹੀਂ ਜੀ ਹੁੰਦੀਆਂ। ਅਸਲ ਵਿੱਚ ਜਿਹੜੀ ਗੱਲ ਆ ਉਹ ਤਾਂ ਹੈ ਗਿਆਨ ਦੀ ਜੀ, ਤੇ ਜੇ ਗਿਆਨ ਹੈ ਤੇ ਸਾਰਾ ਕੁਝ ਪ੍ਰਾਪਤ ਹੋ ਸਕਦਾ, ਜੇ ਗਿਆਨ ਨਹੀਂ ਤੇ ਕੁਝ ਵੀ ਨਹੀਂ ਹੋ ਸਕਦਾ। ਬਿਲਕੁਲ। ਪਰ ਦੁੱਖ ਵਾਲੀ ਗੱਲ ਆ ਕਿ ਅੱਜ ਜਿਹੜੇ ਗਿਆਨ ਦੇਣ ਵਾਲੇ ਕੇਂਦਰ ਬਣੇ, ਜਿੱਥੋਂ ਅਸੀਂ ਗਿਆਨ ਲੈਣ ਜਾਂਦੇ ਆ, ਉਹ ਅਸਲ ਵਿੱਚ ਗਿਆਨ ਨਹੀਂ ਦੇਣ, ਉਹ ਬਿਜ਼ਨਸ ਦੇ ਡੇਰੇ ਬਣ ਗਏ। ਤੇ ਜਿਨ੍ਹਾਂ ਨੇ ਉਹ ਡੇਰੇ ਬਣਾਏ ਉਹਨਾਂ ਦਾ ਬਿਜ਼ਨਸ ਤਾਂ ਵਧੀਆ ਚੱਲ ਰਿਹਾ, ਪਰ ਜਿਹੜੇ ਉੱਥੋਂ ਗਿਆਨ ਲੈਣ ਗਏ ਉਹਨਾਂ ਨੂੰ ਗਿਆਨ ਦੀ ਬਜਾਏ ਉਹਨਾਂ ਨੂੰ ਹਨੇਰਾ ਹੀ ਮਿਲ ਰਿਹਾ, ਉਹਨਾਂ ਨੂੰ ਗਿਆਨ ਨਹੀਂ ਮਿਲ ਰਿਹਾ। ਉਹਨਾਂ ਨੂੰ ਕੋਈ ਨਾ ਕੋਈ ਐਸੀ ਵਹਿਮਾਂ ਦੇ ਵਿੱਚ ਪਾਇਆ ਜਾ ਰਿਹਾ ਜਿਹਦੇ ਨਾਲ ਉਹ ਉਹਨਾਂ ਦੇ ਚੱਕਰ ਦੇ ਵਿੱਚ ਹੀ ਫਸੇ ਰਹਿਣ, ਉਹਨਾਂ ਦੇ ਡੇਰੇ ਦੇ ਵਿੱਚ ਹੀ ਫਸੇ ਰਹਿਣ,
ਉਹਨਾਂ ਦੀਆਂ ਗੱਲਾਂ ਦੇ ਵਿੱਚ ਹੀ ਫਸੇ ਰਹਿਣ। ਪਿੱਛੇ ਜੇ ਟੈਲੀਵਿਜ਼ਨ ਦੇ ਵਿੱਚ ਇੱਕ ਪ੍ਰੋਗਰਾਮ ਆਉਂਦਾ ਸੀ ਉਹ ਬੰਦਾ ਆਪਣਾ ਆ ਕੇ ਦੱਸ ਰਿਹਾ ਕਿ ਸਾਨੂੰ 400 ਬੰਦੇ ਨੂੰ ਨਮਰਦ ਬਣਾ ਦਿੱਤਾ ਗਿਆ ਜੀ। ਹੈਰਾਨੀ ਵਾਲੀ ਗੱਲ ਹੈ ਕਿ ਇੱਕ ਬੰਦਾ ਕਵੇ ਸਾਨੂੰ 400 ਨਾਲ ਆ, ਉਹਨੂੰ ਵੀ ਬਣਾਇਆ। ਇਹ ਨਹੀਂ ਉਹ ਕਹਿ ਰਿਹਾ ਵੀ 400 ਬੰਦੇ ਨੂੰ ਉਦੋਂ ਹੀ ਬਣਾਤਾ, ਉਹ ਆਪਣੇ ਆਪ ਨੂੰ ਵਿੱਚ ਗਿਣ ਕੇ ਕਹਿ ਰਿਹਾ 400 ਬੰਦੇ ਨੂੰ ਨਮਰਦ ਬਣਾਤਾ। ਮੇਰੇ ਹਿਸਾਬ ਦੇ ਨਾਲ ਉਹ 400 ਬੰਦਾ ਪਹਿਲੇ ਨਮਰਦ ਸੀ ਜਿਹੜਾ ਨਮਰਦ ਬਣਿਆ। ਬਿਲਕੁਲ ਜੀ। ਉਹ ਮਰਦ ਹੈ ਹੀ ਨਹੀਂ ਸੀ। ਜੇ ਉਹ ਮਰਦ ਹੁੰਦਾ ਤਾਂ ਉਹਦੇ ਪਰ ਜਾਂਦਾ ਹੀ ਨਾ। ਬਿਲਕੁਲ ਜੀ। ਇਹ ਕਹਿ ਦੇਣਾ ਵੀ ਮੈਨੂੰ ਨਮਰਦ ਬਣਾਤਾ, ਵੀ ਪਹਿਲਾਂ ਤਾਂ ਮਰਦ ਹੈ ਹੀ ਨਹੀਂ ਸੀ। ਜੇ ਨਮਰਦ ਕੋਲ ਗਿਆ, ਉਹਨਾਂ ਬੰਦਿਆਂ ਕੋਲ ਗਿਆ ਤੂੰ, ਬਿਲਕੁਲ ਜੇ ਤੇਰੇ ਵਿੱਚ ਥੋੜੀ ਬਹੁਤੀ ਵੀ ਅਣਖ ਹੁੰਦੀ ਤੇ ਤੂੰ ਆਪਣਾ ਸੀਸ ਜਾ ਕੇ ਉੱਥੇ ਨਾ ਝੁਕਾਉਂਦਾ। ਜੀ। ਗੁਰੂ ਸਾਹਿਬ ਨੇ ਕਿਹਾ ਆ ਵੀ ਜੇ ਤੁਸੀਂ ਅਕਾਲ ਪੁਰਖ ਵਾਹਿਗੁਰੂ ਦਾ ਗਿਆਨ ਲੈਣਾ ਹੈ ਤੇ ਤੁਹਾਨੂੰ ਭਟਕਣ ਦੀ ਲੋੜ ਨਹੀਂ। ਤੁਸੀਂ ਇੱਥੇ ਆਪਣੇ ਘਰ ਦੇ ਵਿੱਚ, ਆਪਣੇ ਗ੍ਰਹਿਸਥ ਦੇ ਵਿੱਚ ਉਸ ਨੂੰ ਯਾਦ ਕਰੋ, ਉਹਦੀ ਯਾਦ ਦੇ ਨਾਲ ਜੁੜ ਜਾਓ। ਉੱਥੋਂ ਐਟੋਮੈਟਿਕ ਗਿਆਨ ਜਿਹੜਾ ਤੁਹਾਨੂੰ ਮਿਲ ਸਕਦਾ, ਤੁਹਾਡੇ ਕੋਲ ਆ ਸਕਦਾ। ਗਿਆਨ ਦੇਣ ਵਾਲਾ ਗੁਰੂ ਅਕਾਲ ਪੁਰਖ ਵਾਹਿਗੁਰੂ ਤੁਹਾਡੇ ਕੋਲ ਕੋਈ ਭੇਜ ਸਕਦਾ। ਤੁਹਾਨੂੰ ਕੋਈ ਉਹਦਾ ਸਹਿਯੋਗ ਮਿਲਾ ਸਕਦਾ ਕਿਸੇ ਤਰ੍ਹਾਂ ਜਿੱਥੋਂ ਤੁਹਾਨੂੰ ਗਿਆਨ ਪ੍ਰਾਪਤ, ਪਰ ਤੁਹਾਨੂੰ ਉਹਦੇ ਨਾਲ ਮਿਲਣਾ ਪਊਗਾ, ਤੁਹਾਨੂੰ ਉਹਦੀ ਯਾਦ ਵਿੱਚ ਜੁੜਨਾ ਪਊਗਾ। ਜੇ ਧੂਪ ਪ੍ਰਹਲਾਦ ਦੀ ਗੱਲ ਕੀਤੀ ਹੈ ਗੁਰੂ ਸਾਹਿਬ ਨੇ, ਤੁਸੀਂ ਕਹਿੰਦੇ ਉਹਦੀ ਬਾਣੀ ਉਹਨਾਂ ਦੇ ਵਿੱਚ ਨਹੀਂ, ਪਰ ਉਹਨਾਂ ਦਾ ਸਿਧਾਂਤ ਜਿਹੜਾ ਆ ਉਹ ਗੁਰੂ ਸਾਹਿਬ ਦੱਸ ਰਹੇ ਵੀ ਸਿਧਾਂਤ ਉਹ ਆ। ਉਹ ਸਿਧਾਂਤ ਕਿਹੜਾ ਸੀਗਾ? ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ। ਕਿਉਂਕਿ ਤੂੰ ਹੀ ਤੂੰ ਤੋਂ ਬਗੈਰ ਜਦ ਤੁਸੀਂ ਕਿਲੇ ਦੇ ਨਾਲ ਨਹੀਂ ਜੁੜੋਗੇ ਤੇ ਤੁਸੀਂ ਕਿਸੇ ਨਾਲ ਬੱਝ ਕੇ ਨਹੀਂ ਰਹੋਗੇ, ਤੁਸੀਂ ਕਿਸੇ ਦੇ ਪੂਰਨ ਵਿਸ਼ਵਾਸ ਨਹੀਂ ਕਰੋਗੇ, ਤੁਹਾਡੇ ਵਿੱਚ ਉਹ ਵਾਸਤਾ ਨਹੀਂ ਆਉਗੀ। ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ। ਪ੍ਰੇਮ ਦੇ ਵਿੱਚ ਤੁਸੀਂ ਆਪਣਾ ਆਪ ਭੁੱਲ ਜਾਂਦੇ, ਆਪਣਾ ਵਾਰ ਦਿੰਦੇ, ਤੁਹਾਨੂੰ ਹੋਰ ਕੁਝ ਨਜ਼ਰ ਨਹੀਂ ਆਉਂਦਾ। ਉਹ ਵਾਸਤਾ ਜਿਹੜੀ ਪ੍ਰੇਮ ਦੀ ਆ। ਤੇ ਜੇ ਅਸੀਂ ਪ੍ਰੇਮ ਨਾਲ ਟੁੱਟੇ ਆ ਤੇ ਤਾਂ ਹੀ ਅਸੀਂ ਦਰ ਭਟਕਦੇ, ਕਦੀ ਕਿਸੇ ਬਾਬੇ ਕੋਲ, ਕਦੀ ਕਿਸੇ ਬਾਬੇ ਕੋਲ, ਕਿਸੇ ਉੱਥੇ ਜਾ ਕੇ ਆਪਣੀ ਬੇਪਤੀ ਕਰਾਉਂਦੇ ਆ, ਆਪਣਾ ਧਨ ਖਰਾਬ ਕਰਦੇ ਆ, ਆਪਣਾ ਪਰਿਵਾਰ ਖਰਾਬ ਕਰਦੇ ਆ। ਤੇ ਜੇ ਅਸੀਂ ਜੋ ਗੁਰੂ ਸਾਹਿਬ ਨੇ ਸਾਨੂੰ ਸਿਧਾਂਤ ਦਿੱਤਾ ਹੈ ਉਹਦੇ ਸਿਧਾਂਤ ਨਾਲ ਮਿਲ ਕੇ ਜੁੜ ਕੇ ਅਸੀਂ ਕਹੀਏ ਤੂੰ ਹੀ ਤੂੰ, ਤੂੰ ਹੀ ਤੂੰ, ਤੂੰ ਹੀ ਤੂੰ, ਤੇ ਸਾਡਾ ਉਧਾਰ ਹੋ ਸਕਦਾ। ਅੱਜ ਦਾ ਇਹ ਪ੍ਰੋਗਰਾਮ ਜਿਹੜਾ ਅਸੀਂ ਭਾਈ ਸਾਹਿਬ ਨਾਲ ਮਿਲ ਕੇ ਕੀਤਾ ਹੈ ਤੂੰ ਹੀ ਤੂੰ ਦਾ, ਇਹਦੇ ਵਿੱਚ ਬਹੁਤ ਸਾਰੀਆਂ ਪੰਜਾਬ ਦੇ ਵਿੱਚ ਜਿਹੜੇ ਸਾਡੇ ਦੁਖਾਂਤ ਹੈ ਉਹਨਾਂ ਦੀ ਅਸੀਂ ਵਿਚਾਰ ਕੀਤੀ ਆ। ਉਮੀਦ ਕਰਦੇ ਹਾਂ ਕਿ ਅਸੀਂ ਸਿਰਫ ਵਿਚਾਰ ਕੀਤੀ ਆ, ਅਸੀਂ ਕੋਈ ਕਿਸੇ ਤੇ ਠੋਸ ਨਹੀਂ ਰਹੇ। ਉਹ ਵਿਚਾਰ ਚੰਗੇ ਵੀ ਹੋ ਸਕਦੇ, ਮਾੜੇ ਵੀ ਹੋ ਸਕਦੇ, ਕਿਸੇ ਨੂੰ ਸੋਹਣੇ ਵੀ ਲਾ ਸਕਦੇ, ਕਿਸੇ ਨੂੰ ਮਾੜੇ ਵੀ ਲਾ ਸਕਦੇ ਆ। ਸਾਡੀਆਂ ਭੁੱਲਾਂ ਸਾਡੀ ਝੋਲੀ ਵਿੱਚ ਪਾਉਣੀਆਂ। ਤੁਹਾਨੂੰ ਕੋਈ ਚੰਗੀ ਗੱਲ ਲੱਗੇ ਤੇ ਆਪਣੇ ਕੋਲ ਰੱਖ ਲੈਣੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।